ਨ- ਨੰਗੇ ਪੈਰਾਂ ਦਾ ਸਫ਼ਰ ਅੰਗ 15ਵਾਂ। ਸੁੱਖਾ ਸੁਖਦਿਆਂ ਵੀਰੇ ਦਾ ਜਨਮ ਹੋਇਆ। ਵੀਰਵਾਰ ਨੂੰ ਜੰਮਿਆ ਸੀ, ਇਸ ਲਈ ਉਹਦਾ ਨਾਮ ਬੀਰਿੰਦਰ ਰੱਖ ਲਿਆ ਗਿਆ ਤਾਂ ਜੋ ਵੀਰਵਾਰ ਦੇ ਗ੍ਰਹਿ ਤੋਂ ਬਚਿਆ ਰਹੇ। ਜਨਮ ਦਾ ਟਾਈਮ ਦੇਖ ਕੇ ਬਿਸ਼ਨੇ ਪ੍ਰੋਤ ਨੇ ਉਹਦੀ ਜਨਮ ਪੱਤਰੀ ਬਣਾਈ। ਉਮਰ ਵਾਲਾ, ਕਿਸਮਤ ਵਾਲਾ, ਤੇਜ ਪ੍ਰਤਾਪ ਵਾਲਾ ਭਾਗਵਾਨ ਪੁੱਤਰ ਹੈ ਜਜਮਾਨਣੀ। ਜਦੋਂ ਬਿਸ਼ਨੇ ਪ੍ਰੋਤ ਨੇ ਆਖਿਆ ਸੀ ਤਾਂ ਦਾਦੀ ਮਾਂ ਨੇ ਸੁਣ ਕੇ ਪੁੱਛਿਆ ਸੀ, ਪ੍ਰੋਤ ਜੀ, ਕਿਸਮਤ 'ਚ ਵਿੱਦਿਆ ਵੀ ਹੈ ਕਿ ਨਹੀਂ? ਸਰਕਾਰੀ ਦਰਬਾਰੇ ਕੋਈ ਨੌਕਰੀ ਕਰੂ ਕਿ? ਉਹਦਾ ਮਤਲਬ ਸੀ ਕਿ ਕਿਧਰੇ ਵਿਹਲਾ ਰਹਿ ਕੇ ਆਪਣੇ ਪਿਓ ਵਾਂਗੂ ਸ਼ਰਾਬ ਹੀ ਤਾਂ ਨਹੀਂ ਪੀਆ ਕਰੂ। ਰਾਸ਼ੀ ਨਾਨਕਿਆਂ ਦੇ ਗਈ ਹੈ, ਵਿੱਦਿਆ ਤਾਂ ਕੰਮ ਹੀ ਲੱਗਦੀ ਹੈ। ਭਾਗ ਵਾਲਾ ਪੁੱਤਰ ਹੋ, ਘਰ ਨੂੰ ਪਛਾਣ ਹੀ ਅਗਾਂਹ ਲਿਜਾਣ ਵਾਲਾ ਹੋ। ਜਦੋਂ ਬਿਸ਼ਨੇ ਪ੍ਰੋਤ ਨੇ ਆਖਿਆ ਸੀ ਤਾਂ ਦਾਦੀ ਮਾਂ ਚਿੰਤਾਤੁਰ ਜਿਹੀ ਹੋ ਗਈ ਸੀ। ਪ੍ਰੋਤ ਜੀ, ਤੁਸੀਂ ਤਾਂ ਧਰਮਾਤਮਾ ਬੰਦੇ ਹੋ, ਭਜਨ ਪਾਠ ਕਰਨ ਵਾਲੇ ਹੋ। ਆਖੇ ਭਗਤ ਦੀ ਤਾਂ ਭਗਵਾਨ ਵੀ ਨਹੀਂ ਮੁੜਦਾ। ਕੋਈ ਉਪਾਅ ਕਰੋ, ਮੇਰਾ ਪੁੱਤ ਲੈਕ ਹੋਵੇ। ਬੀਬੀ ਨੇ ਘੁੰਡ ਵਿੱਚੋਂ ਹੀ ਆਖਿਆ, ਜਾਣੀ ਤਰਲਾ ਕੀਤਾ ਸੀ। ਬਾਪੂ ਜੀ ਨੇ ਉਸ ਮੌਕੇ ਤੇ ਲੋਕਾਂ ਨੂੰ ਬਹੁਤ ਹੀ ਸ਼ਰਾਬ ਪਿਲਾਈ ਸੀ। ਆਖੇ ਕੀ ਯਾਦ ਰੱਖੋਗੇ, ਸਰਦਾਰ ਕਾਕਾ ਸਿੰਘ ਦੇ ਘਰ ਮੁੰਡਾ ਹੋਇਆ। ਉਸ ਦਿਨ ਬਹੁਤ ਪੀ ਕੇ ਉਹਨਾਂ ਨੇ ਸ਼ਰੀਕੇ ਵਾਲਿਆਂ ਨੂੰ ਲਲਕਾਰਿਆ ਸੀ ਕਿ ਆ ਜਾਓ ਜੀ ਨੇ ਆਉਣਾ, ਵੱਡੇ ਸੂਰਮੇ ਨੇ। ਹੁਣ ਨਹੀਂ ਮੈਂ ਮਰਨ ਤੋਂ ਡਰਦਾ। ਜੰਮ ਪਿਆ ਮੇਰੇ ਮਗਰ ਖੜਾਉਣ ਵਾਲਾ ਤੁਹਾਡਾ ਪਤੰਦਰ। ਦਾਦੀ ਮਾਂ ਨੇ ਕਣਕ ਗੁੜ ਦੀਆਂ ਬੋਰੀਆਂ ਖੋਲ੍ਹਤੀਆਂ ਸੀ। ਗਰੀਬ ਗੁਰਬੇ ਲਈ ਲਾਗੀ ਤਾਥੀ ਰੁਪਈਆਂ ਦੇ ਨਾਲ ਕੁੜਤੀ, ਝੋਨੇ, ਫੁਲਕਾਰੀਆਂ, ਖੇਸ ਤੇ ਮੂੰਹ ਮੰਗੀਆਂ ਚੀਜ਼ਾਂ ਲੈ ਕੇ ਗਏ ਸਨ। ਕਪੂਰੀ ਝੋਰ ਬਾਂਦਰਵਾਲ ਬਣਾ ਕੇ ਲਿਆਇਆ ਸੀ। ਰੋਡੂ ਛਿੰਬਾ ਨਿੱਕੇ ਨਿੱਕੇ ਝੱਗੇ, ਸੁਨਿਆਰ ਘੁੰਗਰੂਆਂ ਵਾਲੀ ਤੜਾਗੀ ਦੇਣ ਆਇਆ ਸੀ ਤੇ ਤਖਾਣਾ ਦੀ ਬੁੜੀ ਰੰਗੀਨ ਗਟੀਰਾ ਲਈ ਆ ਰਹੀ ਸੀ। ਦਾਦੀ ਮਾਂ ਬੇਜੀ ਹੋਰਾਂ ਨੂੰ ਪੁੱਛ ਰਹੀ ਸੀ, ਤੁਸੀਂ ਕੁੜੀਓ ਤੁਰਦੀਆਂ ਮੱਝਾਂ ਲਾਉਂਗੀਆਂ ਕਿ ਮੱਝਾਂ ਦੇ ਥਾਂ ਪੈਸੇ ਲਾਉਂਗੀਆਂ? ਇਹ ਤਾਂ ਸਭ ਚੰਦ ਕੌਰ ਦੇ ਪਾਠ ਦਾ ਫਲ ਹੈ। ਰੱਬ ਨੇ ਇਹਦੀ ਸੁਣ ਲਈ, ਨਹੀਂ ਕੋਈ ਟਿਕਾਣਾ ਸੀ। ਤਾਈ ਰਲੀ ਆਖਦੀ ਸੀ, ਬਹੁਤ ਪਹਿਲਾਂ ਪਿੰਡ 'ਚ ਤੀਆਂ 'ਚ ਕੁੜੀਆਂ ਤੋਂ ਮੈਂ ਬੋਲੀ ਸੁਣੀ ਸੀ, ਇੱਕ ਵੀਰ ਦਈ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ। ਤੇ ਪਿੱਛੋਂ ਪਤਾ ਨਹੀਂ ਕਿੰਨੀ ਕੁ ਵਾਰ ਮੈਂ ਰੱਬ ਨੂੰ ਇਹੀ ਆਖਿਆ ਸੀ ਤੇ ਮੈਨੂੰ ਲੱਗਿਆ ਰੱਬ ਨੇ ਮੇਰੀ ਗੱਲ ਮੰਨ ਲਈ ਹੈ। ਦਾਦੀ ਮਾਂ ਨੇ ਅਨੇਕਾਂ ਸੁੱਖਣਾ ਦਿੱਤੀਆਂ ਜਿਹੜੀਆਂ ਉਹ ਹਰ ਵਾਰੀ ਸੁੱਖਦੀ ਰਹੀ ਸੀ, ਪਰ ਪੂਰੀਆਂ ਹੁਣ ਹੋਈਆਂ ਸਨ। ਕਿੰਨੇ ਹੀ ਧਾਗੇ ਤਵੀਤ ਉਹਨੇ ਕਰਵਾ ਕੇ ਵੀਰੇ ਦੇ ਗਲ 'ਚ ਪਾਤੇ। ਆਖਦੀ ਸੀ, ਥੋੜੋਂ ਦੀ ਚੀਜ਼ ਹੈ, ਮਸਾਂ ਮੇਰੇ ਘਰ ਦੀ ਬੱਤੀ ਨਾਲ ਬੱਤੀ ਲੱਗੀ ਹੈ। ਪਿੰਡ 'ਚ ਕਿਸੇ ਨੇ ਉਡਾ ਦਿੱਤਾ ਕਿ ਪਟਿਆਲੇ ਹਸਪਤਾਲ 'ਚ ਅਸੀਂ ਕਿਸੇ ਨਾਲ ਕੁੜੀ ਵੱਟੇ ਮੁੰਡਾ ਲਿਆ। ਖਬਰ ਨਹੀਂ ਕਿਹਦਾ ਜਾਤ ਕੋ ਜਾਤ ਲਿਆ, ਨਾਲੇ ਖਬਰੇ ਕਿਹੋ ਜਿਹਾ ਮਾਂ ਪਿਓ ਦਾ ਹੋਊ। ਸੰਤਾ ਸਿੰਘ ਤਾਏ ਦੀ ਘਰ ਵਾਲੀ ਬਚਨੀ ਤਾਈ ਲੋਕਾਂ ਨੂੰ ਆਖਦੀ ਸੀ, ਲੈ ਹੈ ਕਮਲੇ, ਅਸੀਂ ਆਪਣੀ ਧੀ ਭਲਾ ਕਿਸੇ ਨੂੰ ਦਿਆਂਗੇ? ਜੇ ਮੁੰਡਾ ਲੈਣਾ ਵੀ ਹੁੰਦਾ ਅਸੀਂ ਆਖ ਦਿੰਦੇ ਵੀ ਜੋੜੇ ਹੋਏ ਨੇ। ਇੱਕ ਮੁੰਡਾ ਤੇ ਇੱਕ ਕੁੜੀ, ਦਾਦੀ ਮਾਂ ਬਾਰ-ਬਾਰ ਆਖਦੀ। ਆਪਣੇ ਦਾਦੇ ਦੇ ਜਿਉਂਦਿਆਂ ਹੋ ਜਾਂਦਾ ਕਮਲਿਆ, ਤੇਰਾ ਸਭ ਕੁਝ ਉਵੇਂ ਦਾ ਉਵੇਂ ਰਹਿ ਜਾਂਦਾ। ਤੈਨੂੰ ਕੀ ਪਤਾ ਲੱਗੂਗੇ ਮੇਰੇ ਸ਼ੇਰ ਪੁੱਤਾ ਵੀ ਤੂੰ ਕਿੱਡੇ ਦਾਦੇ ਦਾ ਪੋਤਾ ਸੀ। ਅੱਛਾ, ਰੱਬ ਦੀਆਂ ਮਰਜ਼ੀਆਂ ਨੇ। ਕਈ ਵਾਰੀ ਦਾਦੀ ਮਾਂ ਅੱਖਾਂ ਭਰ ਕੇ ਆਖਦੀ, ਕੋਈ ਨਹੀਂ ਦਾਦੀ ਮਾਂ, ਆਪਾਂ ਵੀਰੇ ਨੂੰ ਬਹੁਤ ਸਾਰਾ ਪੜ੍ਹਾ ਲਾਂਗੇ, ਵਲੈਤ ਪਾਸ ਕਰਵਾ ਲਾਂਗੇ, ਫਿਰ ਉਹ ਬੜਾ ਵੱਡਾ ਅਫਸਰ ਬਣ ਜਾਊ। ਬਾਕੀ ਘਰ ਜ਼ਮੀਨ ਜਾਇਦਾਦ ਬਥੇਰਾ ਕੁਛ ਹੈ, ਉਸ ਲਈ ਮੈਂ ਉਹਨੂੰ ਆਖਦੀ। ਪਰ ਬਿਸ਼ਨਾ ਪ੍ਰੋਤ ਆਖਦਾ ਹੈ ਇਹਦੀ ਰਾਸ਼ੀ ਨਾਨਕਿਆਂ 'ਤੇ ਗਈ ਹੈ। ਉਹ ਤਾਂ ਸਾਰੇ ਅਨਪੜ੍ਹ ਨੇ, ਇਹਨੇ ਕਿੱਥੇ ਪੜ੍ਹਨਾ? ਨਾਲੇ ਇਕੱਲਾ ਪੁੱਤ ਤਾਂ ਕਿਸੇ ਕਰਮਾਂ ਵਾਲੇ ਦਾ ਹੀ ਲੈਕ ਹੁੰਦਾ ਹੈ। ਉਹ ਬੜੇ ਵਿਸ਼ਵਾਸ ਨਾਲ ਆਖਦੀ, ਤੂੰ ਫਿਕਰ ਨਾ ਕਰ, ਮੈਂ ਆਪ ਉਹਨੂੰ ਨਾਲ ਸਕੂਲ ਲਿਜਾਇਆ ਕਰੂੰ। ਮੈਂ ਦਿਲਾਸਾ ਦੇਣਾ ਚਾਹਿਆ, ਜਦੋਂ ਨੂੰ ਇਹਨੇ ਵੱਡਾ ਹੋਣਾ ਤੈਂ ਖਬਰ ਨਹੀਂ ਕਿਹੜੀ ਮੈਂ ਪਤਾ ਨਹੀਂ ਕਿਹੜੀ ਝਾੜੋਲੇ ਹੂੰ, ਪਰ ਤੂੰ ਮੇਰੀ ਧੀ ਇੱਕ ਗੱਲ ਯਾਦ ਰੱਖੀ, ਇਹਦਾ ਵਿਆਹ ਇਹੋ ਜਿਹੀ ਕੁੜੀ ਨਾਲ ਕਰਿਓ ਜਿਹਨੂੰ ਇਹ ਨਾ ਆਖੇ ਵੀ ਤੂੰ ਮੈਨੂੰ ਪਸੰਦ ਨਹੀਂ। ਘਰ ਭਾਵੇਂ ਉਹ ਕਿਸੇ ਦੀ ਹੋਵੇ, ਇਹ ਬਸ ਭਾਈ ਹੋਣ ਅਗਲੀ ਦੇ 3-4। ਲੈ ਦਾਦੀ ਮਾਂ, ਇਹਦੇ ਵੱਡੇ ਹੋਣ ਤੱਕ, ਵਿਆਹ ਹੋਣ ਤੱਕ ਅਸੀਂ ਤੈਨੂੰ ਮਰਨ ਹੀ ਨਹੀਂ ਦੇਣਾ, ਮੈਂ ਆਖਿਆ ਸੀ। ਹੁਣ ਮੈਂ ਜਿਉਂ ਕੇ ਕੀ ਕਰਨਾ? ਬਸ ਇਹੀ ਸੰਸਾ ਸੀ ਵੀ ਮੇਰੇ ਪੁੱਤ ਦੀ ਪਿੱਠ ਨੰਗੀ ਹੈ, ਹੁਣ ਮੈਂ ਸੁਖਾਲੀ ਮਰੂੰ। ਰੱਬ ਨੇ ਉਹਦੀ ਜੜ ਲਾਤੀ। ਮੇਰਾ ਤੈਨੂੰ ਕੋਈ ਫਿਕਰ ਨਹੀਂ ਦਾਦੀ ਮਾਂ, ਧੀਆਂ ਨੇ ਤਾਂ ਆਪਣੇ ਕਰਮ ਖਾਣੇ ਹੁੰਦੇ ਨੇ, ਮਾਪੇ ਕੁਛ ਨਹੀਂ ਕਰ ਸਕਦੇ ਹੁੰਦੇ। ਸੀਤਾ ਐਡੇ ਧਰਮੀ ਰਾਜੇ ਜਨਕ ਦੀ ਧੀ ਸੀ, ਫਿਰ ਵੀ ਦੇਖ ਲੈ ਕੀ ਦਸੌਂਟੇ ਕੱਟੇ। ਤੇਰੇ ਜਿਹੋ ਜਿਹੇ ਲੇਖ ਹੋਣਗੇ ਵਰਤ ਲਈ। ਤੁਹਾਡੇ ਲੇਖ ਚੰਗੇ ਹੁੰਦੇ, ਪਿਓ ਤੇਰਾ ਕਾਹਨੂੰ ਦਾਰੂ ਪੀਣ ਲੱਗਦਾ? ਲੋਕਾਂ ਨੇ ਇਹੀ ਆਖਣਾ ਵੀ ਸ਼ਰਾਬੀ ਪਿਓ ਦੀਆਂ ਧੀਆਂ ਨੇ। ਦਾਦੀ ਮਾਂ ਝੂਰਦੀ ਹੋਈ ਮੈਨੂੰ ਦੱਸ ਰਹੀ ਸੀ।
ਉਸ ਵੇਲੇ ਇਸ ਗੱਲ ਦੇ ਬਹੁਤੇ ਅਰਥ ਮੈਨੂੰ ਸਮਝ ਨਹੀਂ ਸੀ ਲੱਗੇ, ਪਰ ਬੜੇ ਵਰ੍ਹਿਆਂ ਮਗਰੋਂ ਛੋਟੀ ਭੈਣ ਕਮਲ ਦਾ ਜਦੋਂ ਕਿਤੇ ਰਿਸ਼ਤਾ ਕੀਤਾ, ਇੱਕ ਦਿਨ ਉਹਦੀ ਸੱਸ ਆਖਣ ਲੱਗੀ, ਬੀਬਾ ਸਾਨੂੰ ਤਾਂ ਬਥੇਰੇ ਲੋਕ ਆ ਕੇ ਆਖਦੇ ਸੀ ਵੀ ਸ਼ਰਾਬੀ ਪਿਓ ਦੀ ਧੀ ਹੈ, ਨਾਲੇ 5 ਭੈਣਾਂ ਨੇ, ਕਿਹੜੇ ਉਹ ਵਿਹਾਰ ਤਿਹਾਰ ਕਰ ਦੇਣਗੇ। ਮੈਂ ਆਖਿਆ ਸਾਨੂੰ ਤਾਂ ਲੜਕੀ ਚੰਗੀ ਚਾਹੀਦੀ ਹੈ। ਬਹੁਤ ਮਨ ਹਰਖਿਆ, ਪਰ ਕਮਲ ਦੀ ਸੱਸ ਨੂੰ ਮੈਂ ਇੰਨਾ ਹੀ ਆਖਿਆ, ਆਂਟੀ ਜੀ ਲੋਕਾਂ ਨੂੰ ਰੋਟੀ ਦਾ ਫਿਕਰ ਪਿਆ ਰਹਿੰਦਾ, ਜਿਹੜਾ ਬੰਦਾ ਸ਼ਰਾਬ ਪੀਂਦਾ ਪਿਆਉਂਦਾ ਉਹਦਾ ਇੰਨਾ ਵਿੱਤ ਹੋਊਗਾ ਨਾ, ਬਾਕੀ ਆਪਣੇ ਮੇਚ ਦੇ ਵਿਹਾਰ ਤਿਹਾਰ ਤਾਂ ਅਸੀਂ ਕਰਨੇ ਹੀ ਨੇ, ਨਹੀਂ ਤਾਂ ਤੁਸੀਂ ਆਪਣੇ ਮੇਚ ਦੇ ਦੱਸ ਦਿਓ। ਨਹੀਂ ਬੀਬਾ, ਮੈਂ ਤਾਂ ਲੋਕਾਂ ਦੀ ਗੱਲ ਕੀਤੀ ਹੈ, ਜਿਹਨੇ ਧੀ ਦੇ ਦਿੱਤੀ ਬਾਕੀ ਕੀ ਰਹਿ ਗਿਆ, ਉਹਨਾਂ ਆਖਿਆ ਸੀ। ਦਾਦੀ ਮਾਂ ਤੂੰ ਮਰੀ ਨਾ, ਨਹੀਂ ਤਾਂ ਮੈਂ ਪਿੰਡ ਕਿਹਦੇ ਕੋਲ ਆਇਆ ਕਰੂੰ। ਮੈਂ ਬਹੁਤ ਉਦਾਸ ਹੋ ਕੇ ਦਾਦੀ ਨੂੰ ਆਖਦੀ, ਨਾ ਮੇਰੀ ਧੀ, ਮਾਪੇ ਕੋਈ ਸਦੇ ਨਹੀਂ ਬੈਠੇ ਰਹਿੰਦੇ ਹੁੰਦੇ, ਗੱਲ ਬਾਹਲੀ ਜੀ ਨੂੰ ਨਹੀਂ ਲਾਈਦੀ। ਜਿੱਦਣ ਦੇ ਤੇਰੇ ਬਾਬਾ ਜੀ ਤੁਰ ਗਏ, ਮੇਰਾ ਤਾਂ ਚਿੱਤ ਨਹੀਂ ਲੱਗਦਾ ਕਿਧਰੇ, ਭਾਗਾਂ ਵਾਲੀਆਂ ਆਪਣੇ ਆਦਮੀਆਂ ਦੇ ਹੱਥੀਂ ਜਾਂਦੀਆਂ ਨੇ, ਆਖ ਕੇ ਉਹ ਰੋ ਪਈ ਸੀ। ਮੈਂ ਵੀ ਰੋ ਪਈ। ਬਾਬਾ ਜੀ ਮੈਨੂੰ ਵੀ ਬਹੁਤ ਯਾਦ ਆਉਂਦੇ ਸੀ। ਫਿਰ ਦਾਦੀ ਮਾਂ ਮੈਨੂੰ ਵਰਾਉਣ ਲੱਗ ਪਈ, ਆਖੇ ਬੁੜਿਆਂ ਨੇ ਸਦੋਂ ਹੀ ਥੋੜ੍ਹਾ ਬੈਠੇ ਰਹਿਣਾ, ਸੁੱਖ ਨਾਲ ਜਿਉਂਦਾ ਰਹੇ ਤੇਰਾ ਬਾਪੂ, ਨਾਲ ਜੀਵੇ ਤੇਰਾ ਵੀਰ। ਮਾਪੇ ਤਾਂ ਰੁੱਤ ਰੁੱਤ ਦਾ ਮੇਵਾ ਹੁੰਦੇ ਨੇ, ਸਾਰੀ ਉਮਰ ਦੀ ਸਕੀਰੀ ਤਾਂ ਭਾਈ ਹੁੰਦੇ ਨੇ, ਸੁੱਖ ਨਾਲ ਰੱਬ ਨੇ ਤੈਨੂੰ ਵੀਰ ਦੇ ਦਿੱਤਾ। ਇਹਨਾਂ ਦਿਨਾਂ 'ਚ ਬਾਪੂ ਜੀ ਹੋਰ ਵਧੇਰੇ ਸ਼ਰਾਬ ਪੀਣ ਲੱਗ ਪਏ ਸਨ, ਜਿਵੇਂ ਹੁਣ ਉਹਨਾਂ ਨੂੰ ਆਪ ਦਾ ਫਿਕਰ ਹੀ ਨਹੀਂ ਸੀ ਰਹਿ ਗਿਆ। ਹੁਣ ਤਾਂ ਉਹਨਾਂ ਦੇ ਘਰ ਉਹਨਾਂ ਦੀ ਕੁੱਲ ਨੂੰ ਗਾਂਹ ਤੋਰਨ ਵਾਲਾ ਪੁੱਤਰ ਜੰਮ ਪਿਆ ਸੀ। ਇੱਕ ਦਿਨ ਆਥਣ ਵੇਲੇ ਬਾਪੂ ਜੀ ਚੁਬਾਰੇ 'ਚੋਂ ਹੇਠਾਂ ਉਤਰੇ, ਦਾਦੀ ਮਾਂ ਕੋਲ ਆ ਕੇ ਆਖਣ ਲੱਗੇ, ਮਾਂ ਆਪਣਾ ਧਰਿਆ ਢਕਿਆ ਦੱਸ ਦੇ, ਦੱਬ ਕੇ ਨਾ ਮਰ ਜੀ। ਹੁਣ ਥੋੜ੍ਹੇ ਮੈਂ ਗਮਾਊਂਗਾ, ਹੁਣ ਤਾਂ ਮੈਂ ਆਪਣੇ ਪੁੱਤਰ ਖਾਤਰ ਰੱਖੂੰਗਾ ਸਭ ਕੁਝ। ਮੈਂ ਤੈਥੋਂ ਕੀ ਲੁਕੋ ਕੇ ਰੱਖਣਾ ਹੈ, ਸਭ ਕੁਝ ਤੇਰਾ ਹੀ ਹੈ, ਦਾਦੀ ਮਾਂ ਨੇ ਆਖਿਆ। ਪਰ ਉਹ ਜਿਵੇਂ ਬਹੁਤ ਡਰ ਗਈ ਸੀ। ਆਪਣੀਆਂ ਧੀਆਂ ਨੂੰ ਨਾ ਦੇ ਜੀ ਸਭ ਕੁਝ, ਹੋਰ ਮੰਗਤਾ ਬਣਾ ਜੇ, ਮੈਂ ਗਾਹਾਂ ਆਪਣੇ ਪੁੱਤ ਨੂੰ ਕੀ ਦੇਵਾਂਗਾ। ਕਿਸੇ ਕੰਮ ਦੇ ਬਹਾਨੇ ਦਾਦੀ ਮਾਂ ਉੱਠ ਕੇ ਜਾਣ ਲੱਗੀ, ਉਹਨਾਂ ਬਾਂਹ ਤੋਂ ਫੜ ਕੇ ਬਿਠਾ ਲਈ। ਬੈਠ ਮਾਂ, ਖਾਂਦਾ ਤਾਂ ਨਹੀਂ ਤੈਨੂੰ, ਭੱਜੀ ਜਾਂਦੀ ਆ, ਉਹ ਖਿੱਚ ਕੇ ਬੋਲੇ ਸੀ। ਹਾਂ ਦੱਸ, ਮੈਂ ਤਾਂ ਧਾਰ ਕੱਢਣ ਨੂੰ ਉੱਠੀ ਸੀ, ਦਾਦੀ ਮਾਂ ਨੇ ਆਖਿਆ। ਧਾਰ ਦੇ ਮਾਰ ਗੋਲੀ, ਤੈਨੂੰ ਇਹ ਦੱਸ ਵੀ ਘਰ ਦਾ ਸਾਰਾ ਕੁਝ ਗਿਆ ਕਿੱਥੇ। ਸਹੁੰ ਤੇਰੀ, ਮੇਰੇ ਕੋਲ ਕੁਛ ਨਹੀਂ, ਦਾਦੀ ਮਾਂ ਨੇ ਘਬਰਾ ਕੇ ਆਖਿਆ ਸੀ। ਗਿਆ ਕਿੱਧਰ ਨੂੰ ਫਿਰ, ਹੋਊ ਕਿਧਰੇ ਆਪੇ ਥਿਆਜੂ, ਨਾਲੇ ਮੇਰੇ ਕਿਹੜਾ ਹੋਰ 2-4 ਪੁੱਤ ਨੇ ਵੀ ਉਹਨਾਂ ਨੂੰ ਦੇ ਦੋ। ਦਾਦੀ ਮਾਂ ਉਹੀ ਦਲੀਲਾਂ ਦੁਹਰਾਈਆਂ। ਮਾਂ ਮੇਰੇ ਨਾਲ ਚਲਾਕੀਆਂ ਨਾ ਕਰ, ਨਹੀਂ ਤਾਂ ਮੈਂ ਤੇਰੇ ਸਾਹਮਣੇ ਖੂਹ 'ਚ ਛਾਲ ਮਾਰ ਦੂੰ। ਬਾਪੂ ਜੀ ਨੇ ਵਿਹੜੇ 'ਚ ਲੱਗੀ ਖੂਹੀ ਵੱਲ ਹੱਥ ਕਰਕੇ ਆਖਿਆ। ਨਾ ਵੇ ਪੁੱਤਾ, ਹਾੜੇ ਵੇ ਪੁੱਤਾ, ਦਾਦੀ ਮਾਂ ਹੱਥ ਜੋੜ ਰਹੀ ਸੀ, ਨਾਲੇ ਰੋ ਰਹੀ ਸੀ। ਜੇ ਚੀਜ਼ਾਂ ਤੈਨੂੰ ਮੇਰੀ ਜਾਨ ਨਾਲੋਂ ਵੀ ਪਿਆਰੀਆਂ ਨੇ, ਫਿਰ ਬੇਸ਼ੱਕ ਰੱਖੀ ਰੱਖ। ਬਾਪੂ ਜੀ ਗੁੱਸੇ 'ਚ ਆ ਗਏ ਸਨ। ਤੂੰ ਜੋ ਕੁਛ ਆਖੇਂਗਾ ਮੈਂ ਜਿੱਥੋਂ ਮਰਜ਼ੀ ਲਿਆ ਕੇ ਦਿਆਂ, ਲਿਆ ਕੇ ਦਊਂਗੀ, ਤੂੰ ਇਉਂ ਨਾ ਕਰ। ਲਿਆ ਕੇ ਦੇਣ ਨੂੰ ਮੈਂ ਕੋਈ ਮਾੜਾ ਮੰਗਦਾ, ਮੈਂ ਆਪ ਦੇ ਪਿਓ ਦਾ ਪੁੱਤ ਹਾਂ, ਉਹ ਮੈਨੂੰ ਬੇਦਖਲ ਨਹੀਂ ਕਰਕੇ ਗਿਆ। ਸੋਨੇ ਚਾਂਦੀ ਦੀਆਂ ਬਲਣੀਆਂ ਭਰੀਆਂ ਮੈਂ ਆਪ ਦੇਖੀਆਂ ਨੇ, ਛੋਟੇ ਹੁੰਦੇ ਨੇ, ਉਹ ਕਿੱਧਰ ਗਈਆਂ। ਦਾਦੀ ਮਾਂ ਗੁੰਮਸੁੰਮ ਬੈਠੀ ਸੀ, ਰੋਈ ਜਾ ਰਹੀ ਸੀ। ਬੀਬੀ ਥੰਮਲੇ ਵੇਲੇ ਖੜੀ ਹੱਥ ਜੋੜੀ ਰੱਬ ਨੂੰ ਧਿਆ ਰਹੀ ਸੀ ਵੀ ਤੂੰ ਹੀ ਬੋੜ ਇਸ ਵੇਲੇ। ਮੈਂ ਬਹੁਤ ਚਿਰ ਤੋਂ ਬਾਪੂ ਜੀ ਨਾਲ ਕਦੇ ਕੋਈ ਗੱਲ ਨਹੀਂ ਸੀ ਕੀਤੀ, ਪਰ ਇਸ ਵੇਲੇ ਲੱਗਿਆ ਪਤਾ ਨਹੀਂ ਘਰ 'ਚ ਕੀ ਹੋ ਜਾਣਾ। ਮੈਂ ਰਸੋਈ 'ਚ ਉੱਠ ਕੇ ਦਾਦੀ ਮਾਂ ਦੇ ਕੋਲ ਜਾ ਕੇ ਖੜੀ ਹੋ ਗਈ। ਤੂੰ ਜਾ, ਮੈਨੂੰ ਗੱਲ ਕਰਨ ਦੇ, ਬਾਪੂ ਜੀ ਨੇ ਮੈਨੂੰ ਕੌੜ ਕੇ ਆਖਿਆ। ਮੈਂ ਫਿਰ ਵੀ ਖੜੀ ਰਹੀ। ਸੁਣਿਆ ਨਹੀਂ, ਉਹ ਫਿਰ ਮੇਰੀ ਵੱਲ ਝਾਕੇ। ਹੋ ਸਕਦਾ ਬਾਬਾ ਜੀ ਸਭ ਕੁਝ ਕਿਸੇ ਬੈਂਕ 'ਚ ਰੱਖ ਗਏ ਹੋਣ, ਉਹਨਾਂ ਦੇ ਸਾਰੇ ਕਾਗਜ਼ਾਂ ਵਾਲੇ ਟਰੰਕ ਦੇਖ ਲਓ। ਕੀ ਪਤਾ ਦਾਦੀ ਮਾਂ ਨੂੰ ਸੱਚੀ ਕਾਸੇ ਦਾ ਪਤਾ ਨਾ ਹੋਵੇ। ਇੰਨਾ ਆਕੜੋਗੇ, ਦਾਦੀ ਮਾਂ ਨੇ ਹੌਲ ਨਾਲ ਹੀ ਮਰ ਜਾਣਾ, ਮੈਂ ਹੌਸਲਾ ਕਰਕੇ ਆਖਤਾ। ਬਾਪੂ ਜੀ ਮੇਰੇ ਵੱਲ ਇੱਕ ਪਲ ਝਾਕਦੇ ਰਹੇ, ਫਿਰ ਉੱਠ ਕੇ ਉੱਪਰ ਚੁਬਾਰੇ ਦੀਆਂ ਪੌੜੀਆਂ ਚੜ੍ਹ ਗਏ, ਸ਼ਾਇਦ ਪੀਣ ਲੱਗੇ ਸਨ। ਉਸ ਰਾਤ ਦਾਦੀ ਮਾਂ ਬਹੁਤ ਦਹਿਲ ਗਈ ਸੀ, ਉਹਨੂੰ ਲੱਗਦਾ ਸੀ ਇਹ ਵੀ ਸੱਚਾ ਹੈ। ਰਾਤ ਨੂੰ ਉਹ ਮੈਨੂੰ ਨਾਲ ਲੈ ਕੇ ਪੁਰਾਣੇ ਘਰ ਦੇ ਪਿਛਲੇ ਚੁਬਾਰੇ ਅੰਦਰ ਸੁੱਤੀ, ਤਾਂ ਜੋ ਬਾਪੂ ਜੀ ਨੂੰ ਪਤਾ ਨਾ ਲੱਗੇ, ਕਿਉਂਕਿ ਇਹ ਚੁਬਾਰਾ ਬਹੁਤ ਮੰਜਿਆਂ ਬਿਸਤਰਿਆਂ ਨਾਲ ਹੀ ਭਰਿਆ ਰਹਿੰਦਾ ਸੀ। ਰਾਤ ਨੂੰ ਹੀ ਉਹਨੇ ਸੰਤੇ ਨਾਈ ਨੂੰ ਪਟਿਆਲੇ ਭੇਜਤਾ ਵੀ ਫੁੱਫੜ ਜੀ ਆ ਕੇ ਮਿਲ ਜਾਣ, ਜ਼ਰੂਰੀ ਕੰਮ ਹੈ। ਅਗਲੇ ਦਿਨ ਦੁਪਹਿਰ ਤੱਕ ਬਾਪੂ ਜੀ ਸੁੱਤੇ ਹੀ ਨਹੀਂ ਸੀ ਉੱਠੇ, ਤੇ ਤੀਜੇ ਦੁਪਹਿਰ ਭੂਆ ਜੀ ਫੁੱਫੜ ਜੀ ਪਹੁੰਚ ਗਏ। ਵਾਪਸ ਮੁੜਦੇ ਬਾਪੂ ਜੀ ਨੂੰ ਵੀ ਤੇ ਮੈਨੂੰ ਵੀ ਨਾਲ ਪਟਿਆਲੇ ਲੈ ਆਏ। ਜਦੋਂ ਅਸੀਂ ਤੁਰਨ ਲੱਗੇ ਤਾਂ ਦਾਦੀ ਮਾਂ ਨੇ ਬੇਜੀ ਨੂੰ ਬਸ ਇੰਨਾ ਹੀ ਆਖਿਆ, ਕਾਕੇ ਦਾ ਖਿਆਲ ਰੱਖਿਓ, ਤੇ ਰੋ ਪਈ। 15 ਕੁ ਦਿਨਾਂ ਮਗਰੋਂ ਪਿੰਡੋਂ ਬੰਦਾ ਆਇਆ। ਚਲੋ ਮਾਂ ਜੀ ਪੂਰੇ ਹੋ ਗਏ। ਪਲ ਦੇ ਪਲ ਹੀ ਮੈਨੂੰ ਧਰਤੀ ਅਸਮਾਨ ਡੋਲਦੇ ਪ੍ਰਤੀਤ ਹੋਏ। ਜਦੋਂ ਕਦੇ ਅਸੀਂ ਪਿੰਡ ਜਾਵਾਂਗੇ, ਦਾਦੀ ਮਾਂ ਉੱਥੇ ਨਹੀਂ ਹੋਏਗੀ।
ਇਹ ਮੈਂ ਨਹੀਂ ਸੀ ਸੋਚਿਆ ਸੀ। ਉਦੋਂ ਹੀ ਕਾਰ 'ਚ ਪਿੰਡ ਨੂੰ ਤੁਰ ਪਏ। ਬਾਪੂ ਜੀ ਅਜੇ ਕੱਲ੍ਹ ਇੱਥੋਂ ਗਏ ਸਨ, ਪਰ ਉਹ ਪਿੰਡ ਅਜੇ ਨਹੀਂ ਸੀ ਪਹੁੰਚੇ। ਉੱਥੇ ਬੈਠੇ ਉੱਪਰੇ ਬੰਦੇ ਨੇ ਦੱਸਿਆ ਕਿ ਮੈਂ ਸਵੇਰੇ ਜਦੋਂ ਪਹੁੰਚਿਆ, ਮਾਂ ਜੀ ਦੁੱਧ ਰਿੜਕ ਕੇ ਹਟੇ ਸੀ। ਮੈਨੂੰ ਪੁੱਛਦੇ ਨੇ ਵੀ ਭਾਈ ਤੂੰ ਕਿਹੜਾ, ਕਿੱਥੋਂ ਆਇਆ? ਮੈਂ ਕਿਹਾ ਮਾਂ ਜੀ ਮੈਂ ਫਲਾਣੇ ਪਿੰਡ ਤੋਂ ਫਲਾਣਾ ਸਿਉਂ ਹਾਂ। ਸਰਦਾਰ ਕਾਕਾ ਸਿੰਘ ਹੋਰੀ ਕੱਲ੍ਹ ਆ ਗਏ ਸੀ ਸਾਡੇ ਪਿੰਡ, ਰਾਤ ਉੱਥੇ ਹੀ ਰਹਿ ਪਏ, ਅੱਜ ਆਉਣਗੇ। ਭਾਈ ਚਾਹ ਪੀਏਂਗਾ ਕਿ ਦੁੱਧ? ਮਾਂ ਜੀ ਨੇ ਪੁੱਛਿਆ ਸੀ। ਮੈਂ ਕਿਹਾ ਮਾਂ ਜੀ ਚਾਹ ਪੀ ਲੂੰਗਾ। ਚੁੱਲ੍ਹੇ 'ਤੇ ਚਾਹ ਧਰ ਕੇ ਤੇ ਆਪ ਗੋਡਿਆਂ 'ਚ ਸਿਰ ਦੇ ਕੇ ਬੈਠ ਗਏ ਤੇ ਬਸ ਬੈਠੇ ਹੀ ਲੁੜਕ ਗਏ। ਕੋਈ ਆਖਦਾ ਸੀ ਦਿਲ ਫੇਲ ਹੋ ਗਿਆ, ਕੋਈ ਕਹਿੰਦਾ ਸੀ ਜਿਵੇਂ ਕਿਸੇ ਤੁਰੀ ਜਾਂਦੀ ਬਲਾ ਨੇ ਝੱਪ ਲਈ। ਮਾਂ ਜੀ ਪਰ ਰਲੀ ਤਾਈ ਦੱਸਦੀ ਸੀ, ਭੈਣੇ ਅੰਮਾ ਜੀ ਤਾਂ ਕਈ ਦਿਨਾਂ ਦੀ ਸਭ ਨਾਲ ਲੈਣੇ ਦੇਣੇ ਦੇ ਹਿਸਾਬ ਕਰਦੀ ਫਿਰਦੀ ਸੀ, ਜਿਵੇਂ ਕਿਤੇ ਵਾਂਢੇ ਜਾਣਾ ਹੋਵੇ। ਠੀਕ ਹੀ ਦਾਦੀ ਮਾਂ ਸਾਡੇ ਸਭਨਾਂ ਦੇ ਨਾਲ ਆਪਣੇ ਲੈਣੇ ਦੇਣੇ ਦੇ ਹਿਸਾਬ ਪੂਰੇ ਕਰਕੇ ਤੁਰ ਗਈ ਸੀ। ਅੱਜ ਵੀ ਜਦੋਂ ਦਾਦੀ ਮਾਂ ਯਾਦ ਆਉਂਦੀ ਹੈ ਤਾਂ ਜੀ ਕਰਦਾ ਹੈ ਕੋਈ ਦੱਸੇ ਕਿ ਸੱਚਮੁੱਚ ਕੋਈ ਅਗਲਾ ਜਨਮ ਹੁੰਦਾ। ਅੰਗ 16। ਦਿਨ ਹੌਲੀ ਹੌਲੀ ਸਰਕਦੇ ਗਏ ਤੇ ਮਹੀਨੇ ਵੀ। ਸੰਸਾਰ ਉਵੇਂ ਤੁਰ ਰਿਹਾ ਸੀ ਤੇ ਇੱਕ ਦਿਨ ਫੇਰ ਛੋਟੇ ਭੂਆ ਜੀ ਫੁੱਫੜ ਜੀ ਨੂੰ ਨਾਲ ਲੈ ਕੇ ਆ ਗਏ। ਜ਼ਾਹਿਰ ਉਹਨਾਂ ਇਹ ਕੀਤਾ ਕਿ ਉਂਝ ਹੀ ਮਿਲਣ ਆ ਗਏ ਹਨ। ਮੈਨੂੰ ਤਾਂ ਦੀਪ ਦੇ ਭੂਆ ਜੀ ਨੇ ਆਖਿਆ ਜ਼ਰੂਰ ਚੱਲਣਾ। ਮੈਂ ਆਖਿਆ ਚਲੋ। ਫੁੱਫੜ ਜੀ ਆਪਣੀ ਪੋਜੀਸ਼ਨ ਸਪਸ਼ਟ ਕਰ ਰਹੇ ਸਨ। ਦੁਪਹਿਰੇ ਰੋਟੀ ਖਾਂਦਿਆਂ ਭੂਆ ਜੀ ਨੇ ਬੇਜੀ ਨੂੰ ਫਿਰ ਸੁਣਾਉਤ ਸਿੱਟੀ, ਹੁਣ ਤਾਂ ਤੂੰ ਸਿਆਣੀ ਹੈ ਬੇਬੇ, ਪਰ ਰੂੜੀ ਦਾ ਕੂੜਾ ਤਾਂ ਆਖਰ ਰੂੜੀ ਸੁੱਟਣਾ। ਕੁੜੀਆਂ ਨੂੰ ਤਾਂ ਕੋਈ ਸਾਰੀ ਉਮਰ ਥੋੜ੍ਹਾ ਹੀ ਘਰ ਬਿਠਾ ਛੱਡਣਾ। ਨਾਲੇ ਹੁਣ ਚੰਗਾ ਭਲਾ ਥਾਂ ਹੱਥ 'ਚ ਹੈ। ਬਾਕੀ ਹੋਰ ਵੀ ਜਿੱਥੇ ਕਿਤੇ ਰਿਸ਼ਤਾ ਕਰਨ ਜਾਓਗੇ ਅਗਲਿਆਂ ਕਹਿਣਾ ਪਹਿਲੇ ਥਾਂ ਤੋਂ ਸਾਕ ਛੁੱਟਿਆ ਹੋਇਆ, ਖਬਰ ਨਹੀਂ ਵਿੱਚੋਂ ਕੀ ਗੱਲ ਹੋਣੀ ਹੈ। ਜਾਣਦੇ ਨਹੀਂ ਬੀਬੀ ਬਲਦੇਵ ਕਰੇ, ਨਾਤਾ ਛੁੱਟਿਆ ਕੋਈ ਬੁੱਧ ਖੂਨ ਤਾਂ ਨਹੀਂ ਹੋ ਗਿਆ। ਧੀਆਂ ਵਾਲੇ 100 ਥਾਂ ਹੀ ਦੇਖਦੇ ਨੇ, ਨਾਲੇ ਜਿੱਥੇ ਲਿਖਿਆ ਹੋਊ ਗੱਲ ਉੱਥੇ ਹੀ ਸਿਰੇ ਚੜੂ। ਭੌਂਕੀ ਜਾਣਦੇ ਦੁਨੀਆ ਨੂੰ, ਦੁਨੀਆ ਦਾ ਕੀ ਮੂੰਹ ਫੜ ਲੈਣਾ। ਬਾਕੀ ਕੋਈ ਨਹੀਂ, ਆਪਣੀ ਧੀ ਬਾਰੇ ਅਸੀਂ ਆਪ ਤਾਂ ਜਾਣਦੇ ਹਾਂ। ਬੇਜੀ ਖਿੱਚ ਕੇ ਪਏ ਸਨ। ਘਰ 'ਚ ਹੀ ਕਰ ਦਿੰਦੇ ਹਾਂ ਕਿਸੇ ਨਾਲ, ਤਾਏ ਜੈਮਲ ਨੇ ਸ਼ਾਇਦ ਰਿਸ਼ਤੇਦਾਰਾਂ ਵਿੱਚੋਂ ਕਿਸੇ ਬਾਰੇ ਸੋਚ ਕੇ ਆਖਿਆ। ਮੈਂ ਵੀ ਘਰ 'ਚ ਹੀ ਕਰ ਦੇਣ ਨੂੰ ਆਖਦੀ ਹਾਂ। ਮੇਰੀ ਸਕੀ ਨਨਾਣ ਦਾ ਪੁੱਤ ਹੈ ਤੇ ਉਹ ਵੀ ਰਾਜਾ ਘਰ ਹੈ, ਵੀ ਹੋਰ ਕੀ ਤੁਸੀਂ ਅਸਮਾਨੋਂ ਉਤਰਿਆ ਟੋਲੋਗੇ। ਭੂਆ ਜੀ ਨੂੰ ਗੁੱਸਾ ਚੜ੍ਹਨਾ ਸ਼ੁਰੂ ਹੋ ਗਿਆ ਸੀ। ਮੈਂ ਰੋਟੀ ਅੱਧ ਵਿਚਕਾਰ ਹੀ ਛੱਡ ਕੇ ਉੱਥੋਂ ਉੱਠ ਕੇ ਆ ਗਈ। ਗੱਲਾਂ ਦੀ ਗਰਮਾ ਗਰਮੀ 'ਚ ਕਿਸੇ ਨੂੰ ਕੋਈ ਖਿਆਲ ਹੀ ਨਹੀਂ ਆਇਆ ਕਿ ਮੈਂ ਵਿਚਕਾਰੋਂ ਉੱਠ ਗਈ ਹਾਂ। ਇਸ ਵਾਰੀ 4 ਦਿਨ ਰਹਿ ਕੇ ਮੈਥੋਂ ਚੋਰੀਓਂ ਭੂਆ ਜੀ ਨੇ ਆਪਣੀ ਗੱਲ ਮਨਵਾ ਲਈ ਲੱਗਦੀ ਸੀ। ਹੁਣ ਉਹਨਾਂ ਦਾ ਮੇਰੇ ਨਾਲ ਗੱਲ ਕਰਨ ਦਾ ਢੰਗ ਬੜਾ ਪਿਆਰ ਵਾਲਾ ਹੋ ਗਿਆ ਸੀ, ਪਰ ਮੈਂ ਖਿਝ ਗਈ ਸੀ। ਆਪਣੇ ਕਮਰੇ ਦਾ ਬਾਰ ਅੜਾ ਕੇ ਅੰਦਰ ਬੈਠੀ ਰਹਿੰਦੀ। ਭੂਆ ਜੀ ਚਲੇ ਗਏ। ਮੈਂ ਜਿਵੇਂ ਸ਼ੁਕਰ ਕੀਤਾ, ਪਰ ਦੂਸਰੇ ਤੀਸਰੇ ਦਿਨ ਉਹ ਫੇਰ ਪਰਤ ਆਏ। ਮੈਂ ਸੋਚਿਆ ਜਿੰਨਾ ਚਿਰ ਭੂਆ ਜੀ ਇੱਥੇ ਰਹਿਣਗੇ ਮੈਂ ਪਿੰਡ ਚਲੀ ਜਾਊਂਗੀ, ਪਰ ਪਿੰਡ ਨਾ ਉੱਥੇ ਬਾਬਾ ਜੀ ਸਨ ਤੇ ਨਾ ਦਾਦੀ ਮਾਂ ਸੀ। ਜੀ ਉਦਾਸ ਗਿਆ ਸੋਚ ਕੇ। ਹੱਥ ਨੇ ਜੇ ਭੂਆ ਜੀ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ। ਕੌਣ? ਮੈਂ ਅੰਦਰੋਂ ਹੀ ਪੁੱਛਿਆ। ਮੈਂ ਦੀਪ ਬਾਹਰ ਤਾਂ ਖੋਲ, ਉਹਨੇ ਆਖਿਆ। ਦੱਸੋ। ਮੈਂ ਬਾਹਰ ਖੋਲ ਬਾਹਰ 'ਚ ਹੀ ਖੜੀ ਖੜੋਤਿਆਂ ਪੁੱਛਿਆ। ਲੈ ਤਸਵੀਰ ਦੇਖ ਲੈ। ਉਹਨਾਂ ਇੱਕ ਤਸਵੀਰ ਮੇਰੇ ਵੱਲ ਵਧਾਈ। ਜਦੋਂ ਮੈਂ ਹੱਥ ਅੱਗੇ ਨਾ ਕੀਤਾ ਉਹ ਤਸਵੀਰ ਮੇਜ਼ 'ਤੇ ਰੱਖ ਕੇ ਚਲੇ ਗਏ। ਉੱਡਦੀ ਨਜ਼ਰੇ ਮੈਂ ਤਸਵੀਰ ਦੇਖੀ ਤੇ ਪੁੱਠੀ ਕਰਕੇ ਮੇਜ਼ 'ਤੇ ਰੱਖਤੀ। ਇੰਨੀ ਦੇਰ ਨੂੰ ਭੂਆ ਜੀ ਪਰਤ ਆਏ, ਨਾਲ ਉਹਨਾਂ ਦੇ ਬੇਜੀ ਵੀ ਸਨ। ਭੂਆ ਜੀ ਲਾਲ ਰੰਗ ਦੀ ਰੇਸ਼ਮੀ ਗੁੱਥਲੇ 'ਚ ਨਿੱਕ ਸੁੱਕ ਗਹਿਣਿਆਂ ਦਾ ਇੱਕ ਡੱਬਾ, ਇੱਕ ਖੀਨ ਖਾਬ ਦਾ ਸੂਟ, ਗੋਟੇ ਵਾਲੀ ਲਾਲ ਚੁੰਨੀ ਚੁੱਕੀ ਸੀ। ਸੂਟ ਪਾ ਕੇ ਦੇਖ ਲੈ। ਭੂਆ ਜੀ ਨੇ ਗਹਿਣਿਆਂ ਦਾ ਡੱਬਾ ਖੋਲ੍ਹਦਿਆਂ ਬੜੀ ਸ਼ਾਨ ਨਾਲ ਆਖਿਆ। ਮੈਂ ਨਹੀਂ ਪਾਉਣਾ। ਮੈਂ ਕਿਹਾ। ਲੈ ਫੇਰ ਨਾਲ ਚੁੰਨੀ ਉੱਤੇ ਲੈ ਕੇ ਚੂੜੀਆਂ ਪਵਾ ਲੈ। ਉਹਨਾਂ ਚੁੰਨੀ ਖੋਲ੍ਹਦਿਆਂ ਆਖਿਆ। ਰਹਿਣ ਦਿਓ। ਮੈਂ ਖਿਝ ਕੇ ਕਿਹਾ। ਹੈ ਅੰਮਾ ਵਰਗੀ ਬਦਸ਼ਗਨੀ ਕੀ ਕਰਦੀ ਹੈ? ਧੀ ਪੁੱਤ ਨੂੰ ਕੋਈ ਅਕਲ ਵੀ ਚਾਹੀਦੀ ਹੈ। ਅਗਲਿਆਂ ਨੇ ਐਡੇ ਚਾਅ ਨਾਲ ਚੀਜ਼ਾਂ ਭੇਜੀਆਂ ਨੇ ਤੇ ਇਹਦੇ ਨਖਰੇ ਹੇਠ ਹੀ ਨੇ। ਭੂਆ ਜੀ ਬਹੁਤ ਗੁੱਸੇ ਹੋ ਰਹੇ ਸਨ। ਮੈਂ ਰੋਣ ਲੱਗ ਪਈ। ਭੂਆ ਜੀ ਨੂੰ ਹੋਰ ਗੁੱਸਾ ਚੜ੍ਹ ਗਿਆ। ਬੋਲੇ, ਦੁਨੀਆ ਦੀਆਂ ਧੀਆਂ ਦੇ ਕਿਤੇ ਵਿਆਹ ਨਹੀਂ ਹੁੰਦੇ, ਤੂੰ ਕਿਤੇ ਬਹੁਤੀ ਅਵਤਾਰ ਉਤਰੀ ਹੈ। ਦੇਖਦਾ ਕਿਵੇਂ ਜੁਲਕਦੀ ਹੈ। ਤੂੰ ਸ਼ੁਕਰ ਕਰ ਵੀ ਖਬਰ ਨਹੀਂ ਕਿਹਦੇ ਮੂੰਹ ਨੂੰ ਐਡੇ ਘਰ ਵਾਲਿਆਂ ਦਾ ਹੱਥ ਕੱਢਿਆ। ਭੂਆ ਜੀ ਮੈਨੂੰ ਝਿੜਕ ਰਹੇ ਸਨ। ਜਾਣਦੇ ਬੀਬੀ ਬਲਦੇਵ ਕਰੇ, ਇਹ ਤਾਂ ਨਿਆਣੀ ਆ, ਤੂੰ ਕਾਹਨੂੰ ਐਵੇਂ ਗੁੱਸੇ ਹੁੰਨੀ ਹੈ? ਆਖ ਬੇਜੀ ਨੇ ਭੂਆ ਜੀ ਨੂੰ ਮੇਰੇ ਕਮਰੇ 'ਚੋਂ ਬਾਹਰ ਚੱਲਣ ਲਈ ਆਖਿਆ। ਨਿਆਣੀ ਨੂੰ ਕੀ, ਹੋਰ ਇਹਦੇ ਬਣ ਵਧਣੇ ਨੇ। ਤੁਸੀਂ ਵਾਧੂ ਸਿਰ ਚੜ੍ਹਾ ਰੱਖੀ ਹੈ। ਜੱਗ ਦੀਆਂ ਕਿਤੇ ਧੀਆਂ ਨਹੀਂ, ਅਸੀਂ ਕਿਸੇ ਦੀਆਂ ਧੀਆਂ ਨਹੀਂ ਸੀ। ਭੂਆ ਜੀ ਅਜੇ ਵੀ ਗੁੱਸੇ ਹੋ ਰਹੇ ਸਨ। ਉਸ ਦਿਨ ਪਹਿਲੀ ਵਾਰੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਸੀ ਆਈ। ਦਾਦੀ ਮਾਂ ਜਦੋਂ ਕਦੇ ਆਖਦੀ ਹੁੰਦੀ ਸੀ, ਰਾਤ ਤਾਂ ਮੈਨੂੰ ਚਮਕ ਭਰ ਨੀਂਦ ਨਹੀਂ ਆਈ, ਸਾਰੀ ਰਾਤ ਗਿਣਦੀ ਨੂੰ ਲੰਘ ਗਈ, ਤਾਂ ਮੈਨੂੰ ਅਜੀਬ ਲੱਗਦਾ ਹੁੰਦਾ ਸੀ।
ਇਹ ਕਿਵੇਂ ਹੋ ਸਕਦਾ ਸੀ? ਕਿਸੇ ਨੂੰ ਸਾਡੇ ਘਰ ਨੀਂਦ ਨਾ ਆਵੇ, ਪਰ ਅੱਜ ਅਜਿਹੀ ਰਾਤ ਮੇਰੀਆਂ ਅੱਖਾਂ ਵਿੱਚੋਂ ਦੀ ਲੰਘੀ ਸੀ। ਅਗਲੇ ਦਿਨ ਭੂਆ ਜੀ ਜਦੋਂ ਚਲੇ ਗਏ ਤੇ ਦਫ਼ਤਰੋਂ ਆ ਕੇ ਦੁਪਹਿਰੇ ਜਦੋਂ ਫੁੱਫੜ ਜੀ ਖਾਣਾ ਖਾ ਰਹੇ ਸਨ, ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਗਈ। ਕਿਉਂ ਬੇਟਾ, ਕੀ ਗੱਲ ਹੈ? ਰੋਟੀ ਮੁਕਾ ਕੇ ਹੱਥ ਧੋ ਕੇ ਤੌਲੀਏ ਨਾਲ ਪੂੰਝਦਿਆਂ ਨੂੰ ਪੁੱਛਿਆ। ਮੈਂ ਰੋ ਪਈ। ਗੱਲ ਤਾਂ ਦੱਸ, ਉਹਨਾਂ ਆਖਿਆ। ਮੈਂ ਵਿਆਹ ਨਹੀਂ ਕਰਨਾ, ਮੈਂ ਰੋਂਦੀ ਰੋਂਦੀ ਨੇ ਆਖਿਆ। ਕਿਉਂ? ਉਹਨਾਂ ਹੈਰਾਨ ਹੋ ਕੇ ਪੁੱਛਿਆ। ਹੋਰ ਕੋਈ ਜਵਾਬ ਮੈਨੂੰ ਨਾ ਔੜਿਆ, ਇੰਨਾ ਹੀ ਆਖਿਆ, ਮੈਂ ਤੇ ਪੜ੍ਹਨਾ ਅਜੇ। ਹੈ ਮੇਰਾ ਕਮਲਾ ਬੇਟਾ, ਤੈਨੂੰ ਕੌਣ ਆਖਦਾ ਵੀ ਨਾ ਪੜ੍ਹੇ? ਪਰ ਮੈਂ ਵਿਆਹ ਨਹੀਂ ਕਰਨਾ, ਮੈਂ ਫੇਰ ਆਖਿਆ। ਦੇਖ ਬੇਟਾ, ਤੈਨੂੰ ਪਤਾ ਜਿੱਥੇ ਤੇਰਾ ਪਸੀਨਾ ਡੁੱਲੇ ਅਸੀਂ ਆਪਣਾ ਖੂਨ ਡੋਲਣ ਨੂੰ ਤਿਆਰ ਹਾਂ। ਅਸੀਂ ਜੋ ਕਰਾਂਗੇ ਤੇਰੀ ਬਿਹਤਰੀ ਲਈ ਕਰਾਂਗੇ, ਤੂੰ ਕਿਉਂ ਪਰੇਸ਼ਾਨ ਹੁੰਦੀ ਹੈ? ਜੇ ਨਹੀਂ ਆਖੇਂਗੀ ਨਹੀਂ ਕਰਾਂਗੇ ਵਿਆਹ, ਉਹਨਾਂ ਆਖਿਆ। ਮੈਂ ਅੱਖਾਂ ਪੂੰਝ ਲਈਆਂ। ਮਣਾ ਮੂੰਹ ਭਾਰ ਜਿਵੇਂ ਮੇਰੇ ਸਿਰ ਤੋਂ ਲੈ ਗਿਆ ਸੀ। ਆਪਣੀ ਬੇਜੀ ਨੂੰ ਬੁਲਾ, ਉਹਨਾਂ ਆਖਿਆ। ਮੈਂ ਸੋਚਿਆ ਬੇਜੀ ਨੂੰ ਵੀ ਆਖ ਦੇਣਗੇ ਵੀ ਆਪਾਂ ਦੀਪ ਦਾ ਵਿਆਹ ਨਹੀਂ ਕਰਦੇ। ਮੈਂ ਜਾ ਕੇ ਘੀ ਤੱਤਾ ਕਰ ਰਹੇ ਬੇਜੀ ਨੂੰ ਸੱਦ ਲਈ। ਛੋਟਿਓ, ਅੱਜ ਦਫ਼ਤਰ 'ਚ ਉਸ ਲੜਕੇ ਦਾ ਫੋਨ ਆਇਆ ਸੀ, ਉਹਨਾਂ ਬੇਜੀ ਨੂੰ ਦੱਸਿਆ। ਕਿਹੜੇ ਲੜਕੇ ਦਾ? ਅੱਛਾ, ਉਸੇ ਦਾ? ਬੇਜੀ ਨੇ ਕਾਹਲੇ ਪੈ ਕੇ ਪੁੱਛਿਆ। ਹਾਂ। ਕੀ ਆਖਦਾ ਸੀ? ਆਖਦਾ ਸੀ ਮੇਰੇ ਮਾਂ ਬਾਪ ਨੇ ਜੋ ਕੀਤਾ ਉਹਦੀ ਮੈਂ ਮਾਫ਼ੀ ਮੰਗਦਾ, ਸ਼ਾਦੀ ਮੈਂ ਤੁਹਾਡੇ ਘਰ ਹੀ ਕਰਾਂਗਾ। ਫਿਰ ਤੁਸੀਂ ਕੀ ਆਖਿਆ? ਮੈਂ ਆਖਿਆ ਅਸੀਂ ਗੱਲ ਹੋਰ ਥਾਂ ਪੱਕੀ ਕਰ ਲਈਏ, ਹੁਣ ਮੁਸ਼ਕਿਲ ਹੈ। ਫਿਰ ਆਖਣ ਲੱਗਿਆ, ਮੈਂ ਤੁਹਾਡੀ ਮਿੰਨਤ ਕਰਦਾ, ਮੇਰੇ ਮਾਂ ਬਾਪ ਜਿੱਥੇ ਮਰਜ਼ੀ ਰਹਿਣ, ਤੁਸੀਂ ਜਿਸ ਦਿਨ ਆਖੋਗੇ ਮੈਂ ਇਕੱਲਾ ਆ ਕੇ ਵਿਆਹ ਕੇ ਲੈ ਜਾਵਾਂਗਾ। ਲੈ ਹੈ, ਇੱਕ ਗੁੱਡੀ ਗੁੱਡੀ ਦੀ ਖੇਡ ਆ, ਕਦੇ ਜੀਪਿਆ ਚਿੜੀਏ ਕਦੇ ਮਰਜਾ ਚਿੜੀਏ। ਤੁਸੀਂ ਉਹਨੂੰ ਸਾਫ਼ ਜਵਾਬ ਦੇ ਦੇਣਾ ਸੀ, ਬੇਜੀ ਗੁੱਸੇ ਨਾਲ ਆਖ ਰਹੀ ਸੀ। ਕਿਉਂ ਬੇਟਾ, ਤੇਰਾ ਕੀ ਖਿਆਲ ਹੈ? ਫੁੱਫੜ ਜੀ ਨੇ ਮੈਨੂੰ ਪੁੱਛਿਆ। ਮੈਂ ਮਨ 'ਚ ਉਸ ਬੰਦੇ ਨੂੰ ਚਿਤਵਣਾ ਚਾਹਿਆ, ਪਰ ਉਹਦੀ ਤਸਵੀਰ ਹੁਣ ਤੱਕ ਬਦਰੰਗ ਹੋ ਚੁੱਕੀ ਸੀ। ਮੈਂ ਤੇ ਕਿਤੇ ਵਿਆਹ ਹੀ ਨਹੀਂ ਕਰਵਾਉਣਾ, ਮੈਂ ਆਖਿਆ। ਤੁਸੀਂ ਛੱਡੋ ਜੀ ਇਹ ਗੱਲ, ਕੁੜੀਆਂ ਤੇ ਇਉਂ ਆਖਦੀਆਂ ਹੀ ਹੁੰਦੀਆਂ ਨੇ, ਧੀਆਂ ਤਾਂ ਰਾਜੇ ਰਾਣੀਆਂ ਨੇ, ਘਰ ਨਹੀਂ ਰੱਖੀਆਂ। ਧੀ ਤਾਂ ਆਪਣੀ ਇੱਜ਼ਤ ਲੈ ਕੇ ਜਿੰਨੀ ਛੇਤੀ ਆਪਣੇ ਘਰ ਜਾਵੇ ਓਨਾ ਹੀ ਚੰਗਾ ਹੁੰਦਾ, ਬੇਜੀ ਆਖ ਰਹੀ ਸੀ। ਤੁਸੀਂ ਜੋ ਮਰਜ਼ੀ ਆਖੋ, ਸਾਨੂੰ ਤਾਂ ਜਿਵੇਂ ਸਾਡੀ ਬੇਟੀ ਆਖੂ ਉਵੇਂ ਕਰਾਂਗੇ, ਆਖ ਫੁੱਫੜ ਜੀ ਨੇ ਗੱਲ ਮੁਕਾਤੀ। ਇਹ ਤਾਂ ਭਲਕੇ ਆਖੂ ਮੈਂ ਖੂਹ 'ਚ ਛਾਲ ਮਾਰਨੀ ਆ, ਤੁਸੀਂ ਇਹ ਥੋੜ੍ਹਾ ਆਖੋਗੇ ਵੀ ਮਾਰ ਦੇ। ਇਹ ਤਾਂ ਕਮਲੀ ਹੈ, ਨਿਆਣੀ ਹੈ, ਇਹਨੂੰ ਅਜੇ ਡੁੱਲੇ ਬੇਰਾਂ ਦਾ ਕੀ ਪਤਾ, ਇਹਨੂੰ ਅਜੇ ਭਲੇ ਬੁਰੇ ਦਾ ਕੀ ਪਤਾ। ਨਾਲੇ ਕੁੜੀਆਂ ਨੂੰ ਇਹੋ ਜਿਹੀਆਂ ਗੱਲਾਂ 'ਚ ਥੋੜ੍ਹਾ ਪੁੱਛੀਦਾ, ਬੇਜੀ ਦਲੀਲਾਂ ਦੇ ਰਹੇ ਸਨ। ਖੂਹ 'ਚ ਛਾਲ ਮਾਰਨ ਵਾਲੀ ਨਹੀਂ, ਸਾਡਾ ਬੇਟਾ ਆਖਦਾ ਹੈ ਮੈਂ ਅੱਗੋਂ ਪੜ੍ਹਨਾ, ਫੁੱਫੜ ਜੀ ਨੇ ਬੇਜੀ ਨੂੰ ਦੱਸਿਆ। ਪੜ੍ਹਨਾ ਹੈ? ਕਦੇ ਕੁ ਤਾਂ ਇਹ ਆਖਦੀ ਸੀ ਮੈਂ ਪੜ੍ਹਨਾ ਹੀ ਨਹੀਂ, ਤੇ ਅੱਗੋਂ ਪੜ੍ਹ ਕੇ ਇਹਨੇ ਕੀ ਕਰਨਾ? ਬੇਜੀ ਨੇ ਤਿਉੜੀਆਂ ਪਾ ਕੇ ਪੁੱਛਿਆ। ਫਿਰ ਮੈਂ ਨੌਕਰੀ ਕਰ ਲਾਂਗੀ, ਬਿਨਾਂ ਸੋਚੇ ਸਮਝੇ ਮੈਂ ਆਖਤਾ। ਆਹੋ, ਇਉਂ ਹੀ ਕਰੀ, ਪਿਓ ਦਾਦੇ ਦਾ ਨਾਂ ਉੱਚਾ, ਲੋਕ ਜਾਣਨ ਦਾ ਸਹੀ ਵੀ ਸਰਦਾਰ ਹਜੂਰਾ ਸਿੰਘ ਦੀ ਪੁੱਤੀ ਨੌਕਰੀ ਕਰਦੀ ਹੈ, ਮਾਪਿਆਂ ਨੂੰ ਕਮਾ ਕੇ ਖਵਾਉਂਦੀ ਹੈ, ਬੇਜੀ ਨੇ ਖਿਝ ਕੇ ਆਖਿਆ। ਇਹਨਾਂ ਦਿਨਾਂ 'ਚ ਸਕੂਲ 'ਚ ਵੀ ਮੇਰਾ ਜੀ ਉਖੜਿਆ ਰਹਿੰਦਾ। ਪੜ੍ਹਾਈ 'ਚ, ਖੇਡਾਂ 'ਚ, ਡਿਬੇਟਾਂ 'ਚ, ਡਰਾਮਿਆਂ 'ਚ ਸਭ ਤੋਂ ਅੱਗੇ ਰਹਿਣ ਵਾਲੀ ਤੇ ਪੱਲਾ ਭਰ ਕੇ ਇਨਾਮਾਂ ਦਾ ਲੈ ਕੇ ਜਾਣ ਵਾਲੀ ਮੈਂ ਉਧਰੀ ਜੀ ਤੁਰੀ ਫਿਰਦੀ ਰਹਿੰਦੀ। ਇੱਕ ਦਿਨ ਅਵਤਾਰ ਨੂੰ ਆਖਿਆ, ਅਵਤਾਰ ਸੁਣਿਆ ਤੇਰੇ ਭਰਾ ਨੂੰ ਹੱਥ ਦੇਖਣਾ ਆਉਂਦਾ, ਮੇਰਾ ਹੱਥ ਦੇਖ ਕੇ ਤਾਂ ਦੱਸੇ, ਮੈਂ ਹੋਰ ਕਿੰਨਾ ਕੁ ਪੜੂੰਗੀ। ਵਿੱਚੋਂ ਮੇਰਾ ਮਤਲਬ ਸੀ ਪਤਾ ਲੱਗੇ ਮੈਨੂੰ ਹਟਾ ਕੇ ਕਿਤੇ ਵਿਆਹ ਤਾਂ ਨਹੀਂ ਕਰ ਦੇਣਗੇ। ਉਹ ਮੇਰੇ ਦੋਵੇਂ ਹੱਥਾਂ ਨੂੰ ਸਿਆਹੀ ਲਗਾ ਕੇ ਕਾਗਜ਼ 'ਤੇ ਛਪਾ ਕੇ ਲੈ ਗਈ। ਅਗਲੇ ਦਿਨ ਜੋ ਕੁਝ ਹਸਤ ਰੇਖਾਵਾਂ ਦੇਖ ਕੇ ਭਰਾ ਨੇ ਦੱਸਿਆ, ਕਾਗਜ਼ 'ਤੇ ਲਿਖਿਆ ਸੀ ਉੱਚੀ ਵਿੱਦਿਆ ਪ੍ਰਾਪਤ ਕਰੇਗੀ, ਪ੍ਰਸਿੱਧੀ ਪ੍ਰਾਪਤ ਕਰੇਗੀ ਤੇ ਹੋਰ ਕਿੰਨਾ ਹੀ ਕੁਝ। ਤੇਰਾ ਭਰਾ ਤਾਂ ਪਾਗਲ ਹੈ, ਮੈਂ ਤਾਂ 10ਵੀਂ ਤੋਂ ਵੱਧ ਪੜ੍ਹਨਾ ਹੀ ਨਹੀਂ, ਮੈਂ ਅਵਤਾਰ ਨੂੰ ਦੱਸਿਆ। ਪਰ ਉਹਨੇ ਤਾਂ ਤੇਰੇ ਹੱਥਾਂ ਦੀਆਂ ਲਕੀਰਾਂ ਦੇਖ ਕੇ ਦੱਸਿਆ, ਉਹ ਬੋਲੀ। ਹੱਥਾਂ ਦੀਆਂ ਲਕੀਰਾਂ ਮਿਟ ਵੀ ਤਾਂ ਜਾਂਦੀਆਂ ਹੋਣਗੀਆਂ ਤੇ ਬਦਲ ਵੀ ਤਾਂ ਜਾਂਦੀਆਂ ਹੋਣਗੀਆਂ, ਮੈਂ ਪੁੱਛਿਆ। ਹਾਂ, ਮਿਟ ਵੀ ਜਾਂਦੀਆਂ ਨੇ ਤੇ ਬਦਲ ਵੀ ਜਾਂਦੀਆਂ ਨੇ, ਪਰ ਤੇਰੀਆਂ ਨਹੀਂ ਬਦਲਣ ਲੱਗੀਆਂ ਜਾਂ ਮਿਟਣ ਲੱਗੀਆਂ। ਗੁਰਪ੍ਰਤਾਪ ਆਖਦਾ ਸੀ, ਬੜੀਆਂ ਗੂੜ੍ਹੀਆਂ ਲਾਈਨਾਂ ਨੇ, ਤੇ ਸ਼ਾਇਦ ਇਹਨਾਂ ਗੂੜ੍ਹੀਆਂ ਲਾਈਨਾਂ ਸਦਕਾ ਹੀ ਸੀ ਕਿ ਜਦੋਂ ਕਈ ਸਾਲ ਮਗਰੋਂ ਮੇਰਾ MA ਦਾ ਰਿਜ਼ਲਟ ਨਿਕਲਿਆ, ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਤੋਂ ਕਰੈਕਟਰ ਸਰਟੀਫਿਕੇਟ ਲੈਣ ਗਈ। ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੀ ਲਿਆਕਤ ਤੇ ਦਾਨਾਈ ਨੇ ਮੈਨੂੰ ਹਮੇਸ਼ਾ ਹੀ ਪ੍ਰਭਾਵਿਤ ਕੀਤਾ ਹੈ, ਤੇ ਸੋਚਿਆ ਅੱਜ ਪ੍ਰੋਫੈਸਰ ਪ੍ਰੀਤਮ ਸਿੰਘ ਵੀ ਪ੍ਰਭਾਵਿਤ ਹੋਣਗੇ, ਕਿਉਂਕਿ ਮੈਂ ਯੂਨੀਵਰਸਿਟੀ ਵਿੱਚੋਂ ਅੱਵਲ ਰਹੀ ਸੀ। ਉਹਨਾਂ ਨੇ ਚੰਗਾ ਸਰਟੀਫਿਕੇਟ ਲਿਖ ਕੇ ਦਿੱਤਾ, ਪਰ ਸਭ ਤੋਂ ਹੇਠਾਂ ਅਖੀਰਲੇ ਫਿਕਰੇ 'ਚ ਲਿਖ ਦਿੱਤਾ, she can do much more in life than getting mere distinctions। ਮੈਂ ਜਦੋਂ ਪੜ੍ਹਿਆ ਹੈਰਾਨ ਹੋ ਕੇ ਉਹਨਾਂ ਦੇ ਮੂੰਹ ਵੱਲ ਵੇਖਦੀ ਰਹਿ ਗਈ। ਇਹਨਾਂ ਨੇ ਮੈਨੂੰ ਇਹ ਵਰ ਦਿੱਤਾ ਸੀ ਕਿ ਅੰਗ 17ਵਾਂ,
ਗਰਮੀ ਦਾ ਮੌਸਮ ਸੀ। ਮੈਂ ਸਕੂਲੋਂ ਆਈ ਤਾਂ ਅੱਗੇ ਇੱਕ ਛੋਟੀ ਭੂਆ ਜੀ ਆਏ ਬੈਠੇ ਸਨ। ਮੇਰਾ ਦੇਖ ਕੇ ਜਿਵੇਂ ਤਰਾਹ ਨਿਕਲ ਗਿਆ। ਸਤਿ ਸ਼੍ਰੀ ਅਕਾਲ ਵੀ ਬੁਲਾਉਣੀ ਯਾਦ ਨਾ ਰਹੀ। ਸਿੱਧੀ ਆਪਣੇ ਕਮਰੇ 'ਚ ਚਲੀ ਗਈ। ਭੂਆ ਜੀ ਉੱਠ ਕੇ ਮਗਰ ਆ ਗਏ। ਕੀ ਗੱਲ, ਅਸੀਂ ਤੇਰੇ ਦੁਸ਼ਮਣ? ਕੀ ਜਾਂ ਅੰਮਾ ਨੇ ਸਿਖਾਤੀ? ਸਤਿ ਸ਼੍ਰੀ ਅਕਾਲ ਦਾ ਵੀ ਭਾਅ ਨਹੀਂ ਰਿਹਾ। ਮੈਂ ਕੋਈ ਉੱਤਰ ਨਾ ਦਿੱਤਾ। ਮੈਂ ਤਾਂ ਮੇਚ ਲੈਣ ਆਈ ਹਾਂ, ਅਗਲਿਆਂ ਕੱਪੜੇ ਸਵਾਣੇ ਨੇ। ਪਰ ਬੀਬੀ, ਇਹਨੇ ਤਾਂ ਹਾਲੇ ਵਧਣਾ। ਉਮਰ ਹੀ ਕੀ ਹੈ? ਆਖ ਪੱਕੇ ਮੇਚੇ ਦੇ ਸਵਾ ਲੈਣ, ਜਾਣ ਸੀਤੇ ਹੀ ਰਹਿਣ ਦੇਣ। ਪਿੱਛੋਂ ਆ ਗਏ ਬੇਜੀ ਨੇ ਮੇਰੀ ਥਾਂ ਉੱਤਰ ਦਿੱਤਾ। ਭੂਆ ਜੀ ਮੇਰੇ ਕਮਰੇ 'ਚ ਕੁਰਸੀ ਉੱਤੇ ਬੈਠ ਗਏ। ਸ਼ਾਇਦ ਕੁਝ ਹੋਰ ਆਖਣਾ ਚਾਹੁੰਦੇ ਸੀ। ਮੈਂ ਤੌਲੀਆ ਲੈ ਕੇ ਗੁਸਲਖਾਨੇ ਵੱਲ ਨੂੰ ਤੁਰ ਗਈ। ਬਾਹਰ ਬੰਦ ਕਰਕੇ ਨਲਕਾ ਛੱਡ ਕੇ ਮੈਂ ਗੋਡਿਆਂ 'ਚ ਸਿਰ ਦੇਈ ਬੈਠੀ ਰੋਂਦੀ ਰਹੀ। ਮੈਂ ਕਿਉਂ ਰੋ ਰਹੀ ਸੀ? ਬਸ ਰੋਣਾ ਆ ਰਿਹਾ ਸੀ। ਕਿੰਨੇ ਚਿਰ ਮਗਰੋਂ ਮੂੰਹ ਮਾਂ ਧੋ ਕੇ ਮੈਂ ਬਾਹਰ ਆਈ। ਭੂਆ ਜੀ ਬੜੀਆਂ ਕੈੜੀਆਂ ਅੱਖਾਂ ਨਾਲ ਮੇਰੇ ਵੱਲ ਤੱਕ ਰਹੇ ਸਨ। ਭੂਆ ਜੀ ਅਗਲੇ ਦਿਨ ਚਲੇ ਗਏ, ਪਰ ਘਰ ਦਾ ਜਿਵੇਂ ਅਮਨ ਚੈਨ ਭੰਗ ਹੋ ਗਿਆ ਸੀ। ਹੁਣ ਘਰ 'ਚ ਇੱਕ ਹਫੜਾ ਦਫੜੀ ਮਚੀ ਰਹਿੰਦੀ। ਸੋਲ ਬਣਵਾਉਣ ਲਈ ਘਰ ਪਸ਼ਮੀਨਾ ਕਤਵਾਇਆ ਜਾ ਰਿਹਾ ਸੀ। ਸਿਲਮੇ ਸਿਤਾਰੇ ਵਾਲੀਆਂ ਜੁੱਤੀਆਂ ਕੱਢੀਆਂ ਜਾ ਰਹੀਆਂ ਸਨ। ਦਰਜੀ ਰੇਸ਼ਮੀ ਰਜ਼ਾਈਆਂ ਗਦੈਲੇ ਸੀਨ ਬੈਠ ਗਿਆ ਸੀ। ਸਿੱਧੇ ਪੱਤੇ ਦੀਆਂ ਬੋਰੀਆਂ ਆ ਰਹੀਆਂ ਸਨ। ਕੱਪੜੇ ਖਰੀਦੇ ਜਾ ਰਹੇ ਸਨ। ਗਹਿਣੇ ਪਸੰਦ ਕੀਤੇ ਜਾ ਰਹੇ ਸਨ। ਮਰਾਸਣਾਂ ਨੂੰ ਫੁਲਕਾਰੀਆਂ ਕੱਢਣੀਆਂ ਦੇਤੀਆਂ ਸੀ। ਕਿੰਨੀਆਂ ਹੀ ਕੁੜੀਆਂ ਚਿੜੀਆਂ ਸਿਲਾਈ ਕਢਾਈ ਦੇ ਕੰਮ ਕਰ ਰਹੀਆਂ ਸਨ। ਭਾਬੀ ਬਲਵੰਤ ਸਵਾਰ ਕੇ ਰੇਸ਼ਮੀ ਚੁੰਨੀਆਂ ਨੂੰ ਗੋਟੇ ਲਾ ਰਹੀ ਸੀ। ਇਸ ਸਾਰੇ ਰਾਮ ਰੌਲੇ 'ਚ ਮੈਂ ਚੁੱਪਚਾਪ ਸਕੂਲ ਜਾਂਦੀ, ਸਕੂਲੋਂ ਆ ਜਾਂਦੀ, ਜਿਵੇਂ ਇਸ ਸਭ ਕਾਸੇ ਦਾ ਮੇਰੇ ਨਾਲ ਕੋਈ ਵਾਸਤਾ ਨਹੀਂ ਸੀ। ਕੁਝ ਹੀ ਦਿਨਾਂ 'ਚ ਨਵੀਆਂ ਪੇਟੀਆਂ ਬਣ ਗਈਆਂ। ਸਮਾਨ ਨਾਲ ਘਰ ਭਰ ਗਿਆ। ਬਕਸਿਆਂ ਦੀਆਂ ਲਾਈਨਾਂ ਲੱਗ ਗਈਆਂ। ਇੱਕ ਬਕਸੇ 'ਚ ਬੂਟ, ਸੈਂਡਲ ਤੇ ਕਢਵਾਈਆਂ ਪੱਕੇ ਮੇਚੇ ਦੀਆਂ ਜੁੱਤੀਆਂ ਸਨ। ਇੱਕ ਵਿੱਚ ਕੱਢੀਆਂ ਹੋਈਆਂ ਰੇਸ਼ਮੀ ਚਾਦਰਾਂ, ਬੈੱਡ ਕਵਰ, ਮੇਜ਼ਪੋਸ਼, ਸਿਰਹਾਣੇ, ਗੱਦੀਆਂ, ਮੋਤੀਆਂ ਵਾਲੇ ਗਲਾਸਾਂ ਤੇ ਜੱਗ ਦੇ ਕਵਰ, ਚੀਕੋਜ਼ੀਆਂ ਆਦਿ ਸਨ। ਇੱਕ ਬਕਸਾ ਚਾਂਦੀ ਦੇ ਭਾਂਡਿਆਂ ਦਾ ਭਰਿਆ ਹੋਇਆ ਸੀ, ਦੂਜਾ ਸਟੀਲ ਦਿਆਂ ਦਾ। ਇੱਕ ਪੇਟੀ 'ਚ ਰਜਾਈਆਂ ਗਦੈਲੇ ਸਨ, ਦੂਸਰੀ 'ਚ ਦਰੀਆਂ, ਖੇਸ, ਚਤਾਈਆਂ, ਸਿਰਹਾਣੇ, ਪਰਦੇ। ਇੱਕ ਬਕਸੇ 'ਚ ਪੱਕੇ ਮੇਚੇ ਦੇ ਸੂਟ, ਸਾੜੀਆਂ ਤੇ ਇੱਕ ਬਕਸੇ 'ਚ ਗਹਿਣਿਆਂ ਦੇ ਡੱਬੇ ਸਨ। ਬੇਜੀ ਚਾਈਂ ਸਾਰੀਆਂ ਚੀਜ਼ਾਂ ਸਭ ਨੂੰ ਵਿਖਾਉਂਦੇ ਸਨ। ਗੁਰੂ ਮਹਾਰਾਜ ਪ੍ਰਕਾਸ਼ ਹੋ ਗਿਆ, ਕਾਰਡ ਛਪ ਗਏ। ਨਾ ਕੁਝ ਮੇਰੇ ਕੋਲੋਂ ਪੁੱਛਿਆ ਜਾਂਦਾ ਸੀ ਤੇ ਨਾ ਹੀ ਕੁਝ ਮੈਨੂੰ ਦੱਸਿਆ ਜਾਂਦਾ ਸੀ। ਮੇਲੇ ਜਿਹੇ 'ਚ ਮੈਂ ਗਵਾਚਿਆਂ ਵਾਂਗ ਫਿਰਦੀ ਰਹਿੰਦੀ। ਮੈਂ ਉਸੇ ਤਰ੍ਹਾਂ ਸਕੂਲ ਜਾਂਦੀ। ਸਕੂਲੋਂ ਆ ਕੇ ਆਪਣੇ ਕਮਰੇ 'ਚ ਬੈਠ ਕੇ ਕੋਈ ਨਾਵਲ ਪੜ੍ਹਨ ਲੱਗ ਜਾਂਦੀ। ਨਾਵਲ ਦੇ ਸੰਸਾਰ 'ਚ ਵਿਚਰਦੀ ਮੈਂ ਆਲੇ ਦੁਆਲੇ ਦੇ ਸੰਸਾਰ ਨੂੰ ਪੱਕਾ ਭੁੱਲ ਜਾਂਦੀ। ਘਰ 'ਚ ਜੋ ਕੁਝ ਵੀ ਹੋ ਰਿਹਾ ਸੀ ਉਸ ਨਾਲ ਜਿਵੇਂ ਮੇਰਾ ਕੋਈ ਵਾਸਤਾ ਨਹੀਂ ਸੀ। ਫਿਰ ਵਿਆਹ ਦਾ ਦਿਨ ਵੀ ਆ ਗਿਆ। ਸਹੇਲੀਆਂ ਨੂੰ ਦੇਣ ਲਈ ਦਿੱਤੇ ਕਾਰਡ ਉਸੇ ਤਰ੍ਹਾਂ ਮੇਰੇ ਮੇਜ਼ 'ਤੇ ਪਏ ਸਨ। ਐਤਵਾਰ ਨੂੰ ਵਿਆਹ ਸੀ ਤੇ ਸ਼ਨਿਚਰਵਾਰ ਵੀ ਮੈਂ ਸਕੂਲ ਗਈ ਸੀ। ਸਕੂਲ 'ਚ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸ਼ਨਿਚਰਵਾਰ ਘਰ 'ਚ ਬਹੁਤ ਸ਼ੋਰ ਸ਼ਰਾਬਾ ਸੀ ਤੇ ਮੇਰਾ ਸਿਰ ਦੁਖਣ ਲੱਗ ਪਿਆ। ਐਸਪਰੋ ਦੀਆਂ 2 ਗੋਲੀਆਂ ਲੈ ਕੇ ਮੈਂ ਸਮਾਨ ਵਾਲੇ ਅੰਦਰ ਜਾ ਕੇ ਚਾਰੇ ਪਾਸਿਆਂ ਤੋਂ ਕਮਰਾ ਬੰਦ ਕਰਕੇ ਪੱਖਾ ਲਾ ਕੇ ਪੈ ਗਈ। ਮੈਂ ਕੁਝ ਸੋਚਣ ਦੀ ਕੋਸ਼ਿਸ਼ ਵੀ ਕੀਤੀ, ਪਰ ਜਿਵੇਂ ਹੰਭ ਗਈ ਸੀ। ਕੁਝ ਵੀ ਸੋਚਿਆ ਨਹੀਂ ਸੀ ਜਾ ਰਿਹਾ। ਮੇਲਣਾ ਗੇਲਣਾ, ਕੁੜੀਆਂ ਚਿੜੀਆਂ ਨੇ ਮੈਨੂੰ ਲੱਭਣਾ ਚਾਹਿਆ, ਪਰ ਬੇਜੀ ਨੇ ਆਖਤਾ ਉਹਦਾ ਤਾਂ ਸਿਰ ਦੁਖਦਾ। ਪਰ ਬਲਵੰਤ ਭਾਬੀ ਬਾਹਰ ਖੜਕਾ ਕੇ ਅੰਦਰ ਲੰਘ ਗਈ। ਕਿਉਂ ਬੀਬੀ ਜੀ, ਕੀ ਗੱਲ? ਉਹਨੇ ਹੱਸ ਕੇ ਪੁੱਛਿਆ। ਗੱਲ ਤਾਂ ਭਾਬੀ ਕੋਈ ਨਹੀਂ। ਫਿਰ ਅੰਦਰ ਕਿਉਂ ਪੈ ਗਏ ਚੁੱਪ ਕਰਕੇ? ਸਿਰ ਦੁਖਦਾ। ਪਰ ਸਿਰ ਕਿਉਂ ਦੁਖਦਾ ਪਤਾ ਨਹੀਂ। ਪਰ ਬੀਬੀ ਜੀ, ਤੁਹਾਨੂੰ ਦੱਸਾਂ, ਤੁਹਾਡੇ ਭਰਾ ਜੀ ਤਾਂ ਬਲਾ ਹੀ ਗੁੱਸੇ ਹੁੰਦੇ ਸੀ ਕਿ ਬੇਬੇ ਜੀ ਹੋਰਾਂ ਨੇ ਨਾ ਕਿਸੇ ਨੂੰ ਪੁੱਛਿਆ ਨਾ ਦੱਸਿਆ, ਚੁੱਪ ਕਰਕੇ ਆਪੇ ਹੀ ਸਾਕ ਕਰਤਾ। ਕੁਝ ਦੇਖਦੇ ਭਾਲਦੇ ਤਾਂ ਸਹੀ। ਜਦੋਂ ਦਾ ਪਤਾ ਲੱਗਿਆ ਸੱਚੀ ਗੱਲ ਹੈ, ਸਾਨੂੰ ਤਾਂ ਰੋਟੀ ਕਿਹੜਾ ਸਵਾਦ ਲੱਗੀ ਹੈ। ਚਰਨੀ ਦੱਸਦਾ ਸੀ ਗਿਆ ਹੋਣਾ ਸ਼ਗਨ ਪਾਉਣ ਨਾਲ, ਆਖੇ ਬਹੁਤ ਗਲਤ ਕਰ ਰਹੇ ਨੇ ਸਾਰੇ ਜਣੇ। ਭਾਬੀ ਪਤਾ ਨਹੀਂ ਕੀ ਕੁਝ ਆਖੀ ਜਾ ਰਹੀ ਸੀ। ਕੀ ਹੋ ਗਿਆ? ਮੈਂ ਬੇਹਿੱਸੀ ਆਵਾਜ਼ 'ਚ ਪੁੱਛਿਆ। ਭਾਵੇਂ ਕੁਛ ਨਾ ਹੋਇਆ ਹੋਵੇ। ਦੇਖੋ ਨਾ ਬੀਬਾ ਜੀ, ਰਿਸ਼ਤਾ ਕਰਨ ਵੇਲੇ ਆਪਾਂ 100 ਪੁੱਛ ਪੜਤਾਲ ਕਰਦੇ ਹਾਂ। ਇਹ ਕੋਈ ਛੋਟੀ ਜਿਹੀ ਗੱਲ ਤਾਂ ਹੁੰਦੀ ਨਹੀਂ। ਭਾਬੀ ਪਤਾ ਨਹੀਂ ਕੀ ਉਗਦੀਆਂ ਪਤਾਲ ਮਾਰੀ ਜਾਂਦੀ ਸੀ। ਮੈਨੂੰ ਕੱਖ ਸਮਝ ਨਹੀਂ ਸੀ ਆ ਰਹੀ। ਬਾਹਰ ਖੁੱਲ੍ਹਾ ਦੇਖ ਮਾਮੀ ਵੀ ਅੰਦਰ ਆ ਗਈ। ਰਾਜੀ ਐ ਦਲੀਪ ਕੁਰੇ? ਢਿੱਲੀ ਜਿਹੀ ਦਿਸਦੀ ਐ। ਰੱਬ ਤੈਨੂੰ ਘਰ ਦੇ ਭਾਗ ਲਾਵੇ। ਘਰ ਤਾਂ ਆਖਦੇ ਨੇ ਬਥੇਰਾ ਤਕੜਾ ਹੈ। ਤਕੜਾ ਘਰ ਤਾਂ ਇਹਨਾਂ ਨੇ ਫਿਰ ਦੇਖਣਾ ਹੀ ਸੀ। ਨਾਲੇ ਏਡੇ ਘਰ ਦੀ ਧੀ ਨੂੰ ਕਿਤੇ ਮਾੜੇ ਮੋਟੇ ਤੋਂ ਥੋੜ੍ਹੇ ਹੀ ਦੇਣ ਲੱਗੇ ਸੀ। ਤੇਰੀ ਬੀਬੀ ਬੁਸ ਕਰਦੀ ਸੀ ਵੀ ਸਾਨੂੰ ਕਿਸੇ ਨੇ ਪੁੱਛਿਆ ਦੱਸਿਆ ਹੀ ਨਹੀਂ। ਨਾਲੇ ਨਾਨਕਿਆਂ ਦਾ ਤਾਂ ਪੂਰਾ ਹੱਕ ਹੁੰਦਾ ਜਾਣਨ ਭਾਲਣ ਦਾ। ਪਰ ਪੜ੍ਹੇ ਲਿਖੇ ਨੇ ਸਾਨੂੰ, ਪੇਂਡੂਆਂ ਨੂੰ ਪਤਾ ਵੀ ਕੀ ਹੈ। ਸਾਨੂੰ ਤਾਂ ਕਾਟ ਤੋਂ ਹੀ ਪਤਾ ਲੱਗਿਆ। ਚਲੋ ਉਹ ਜਾਣੇ, ਸਿਰੋਂ ਭਾਰ ਲਹੂ, ਜ਼ਮੀਨ ਜਾਇਦਾਦ ਬਥੇਰੀ ਦੱਸਦੇ ਨੇ। ਮੈਨੂੰ ਕਿਸੇ ਦੀ ਵੀ ਗੱਲ 'ਚ ਕੋਈ ਦਿਲਚਸਪੀ ਨਹੀਂ ਸੀ। ਲੱਗਦਾ ਸੀ ਪਤਾ ਨਹੀਂ ਇਹ ਕਿਹਦੀਆਂ ਗੱਲਾਂ ਕਰੀ ਜਾਂਦੀਆਂ ਨੇ।
ਚਰਨੀ ਸਾਡੇ ਨੌਕਰ ਨੂੰ ਪਤਾ ਨਹੀਂ ਕਿਹਨੇ ਕੀ ਆਖਿਆ ਸੀ ਤੇ ਉਹਨੇ ਆ ਕੇ ਪਤਾ ਨਹੀਂ ਕਿਹਨੂੰ ਕੀ ਸਾਰੇ ਧੁਰ ਅੰਦਰ ਕਿਤੇ ਨਾ ਕਿਤੇ ਬੇਚੈਨ ਜਿਹੇ ਦਿਸਦੇ ਸਨ, ਪਰ ਮੈਨੂੰ ਕਿਸੇ ਨੇ ਕੁਝ ਨਹੀਂ ਸੀ ਆਖਿਆ। ਦਾਦੀ ਮਾਂ ਇੱਕ ਦੋ ਵਾਰੀ ਬੌਂਦਲੀ ਜੀ ਅੰਦਰ ਆਈ, ਬਿਨਾਂ ਕੁਝ ਆਖੇ ਸੁਣੇ ਪਰਤ ਗਈ। ਲਓ ਸੁਣ ਲਓ, ਕੁੜੀ ਦਾ ਪਿਓ ਕਿਤੇ ਇੱਥੇ ਆਉਂਦਾ ਨਹੀਂ, ਪੀ ਪਿਆ ਹੋਣਾ ਹੈ ਕਿਤੇ, ਬੇਜੀ ਉੱਚੀ ਸਾਰੀ ਕਿਸੇ ਨੂੰ ਆਖ ਰਹੇ ਸੀ। ਤੁਸੀਂ ਸਾਰੇ ਹੈਗੇ ਉਹਦੀ ਥਾਂ, ਉਹਨੂੰ ਕਾਹਦਾ ਫਿਕਰ ਹੈ? ਦਾਦੀ ਮਾਂ ਨੇ ਜਵਾਬ ਦਿੱਤਾ ਸੀ। ਉਹ ਤਾਂ ਸੱਚੀਆਂ ਸ਼ਰਾਬ ਪੀ ਗੁੱਟ ਹੋਏ ਪ੍ਰੇਮ ਸਿੰਘ ਦੇ ਕੋਠੇ 'ਚ ਖੂਹ 'ਤੇ ਪਏ ਨੇ। ਮੈਂ ਬਥੇਰਾ ਉਠਾਲ ਹਟਿਆ, ਆਖਿਆ ਕਰ ਬੀਬਾ ਦੀ ਬਰਾਤ ਆਉਣ ਵਾਲੀ ਹੈ। ਸਗੋਂ ਮੈਨੂੰ ਝਿੜਕ ਕੇ ਪਿਆ ਕਿ ਸਾਲਿਆ ਮੈਂ ਨਹੀਂ ਕਿਸੇ ਨੂੰ ਜਾਣਦਾ, ਮੇਰੀ ਨਹੀਂ ਕੋਈ ਧੀ। ਬਚਨ ਉੱਚੀ ਉੱਚੀ ਹੱਸ ਕੇ ਦੱਸ ਰਿਹਾ ਸੀ। ਭਾਬੀ ਜੀ ਮੇਰਾ ਦਿਲ ਘਟ ਰਿਹਾ, ਮੈਂ ਬਲਵੰਤ ਭਾਬੀ ਨੂੰ ਆਖਿਆ ਸੀ। ਤੁਸੀਂ ਉੱਪਰ ਚੱਲ ਕੇ ਸਾਡੇ ਵਾਲੇ ਚੁਬਾਰੇ 'ਚ ਪੈ ਜਾਓ ਪੱਖਾ ਲਾ ਕੇ। ਚਲੋ ਮੈਂ ਨਾਲ ਚੱਲਦੀ ਹਾਂ, ਉੱਥੇ ਤਾਂ ਰੌਲਾ ਗੋਲਾ ਬੜਾ, ਭਾਬੀ ਨੇ ਕਿਹਾ। ਮੈਂ ਉੱਪਰ ਚੁਬਾਰੇ 'ਚ ਜਾ ਕੇ ਪੈ ਗਈ ਤੇ ਫਿਰ ਪਤਾ ਨਹੀਂ ਕਦੋਂ ਨੀਂਦ ਆ ਗਈ। ਅੱਧੀ ਕੁ ਰਾਤ ਤੇਜਾ ਸਿੰਘ ਫੁੱਫੜ ਜੀ ਦੇ ਭਰਾ ਦੇ ਲੜਕੇ, ਭਰਾ ਜੀ ਦੀ ਵਹੁਟੀ ਹਰਨਾਮ ਕੌਰ ਨੇ ਮੇਰੀ ਬਾਂਹ ਫੜ ਕੇ ਹਿਲਾਉਣੀ ਤੇ ਆਖਿਆ, ਬੀਬਾ ਜੀ ਉੱਠੋ, ਬਰਾਤ ਰੋਟੀ ਖਾ ਰਹੀ ਹੈ। ਲੜਕਾ ਤਾਂ ਦੇਖ ਲਓ ਬਲਾਈ ਸੋਹਣਾ। ਮੈਂ ਬੇਸੁਰਤੀ ਜਿਹੀ 'ਚ ਭਾਬੀ ਵੱਲ ਝਾਕੀ ਤੇ ਆਖਿਆ, ਨਹੀਂ ਭਾਬੀ ਜੀ ਮੇਰਾ ਸਿਰ ਦੁਖਦਾ। ਮੈਂ ਘੁੱਟ ਦਿਆਂ, ਬਾਮ ਲਾ ਦਿਆਂ, ਕੋਈ ਗੋਲੀ ਪਤਾ ਕਰਾਂ? ਭਾਬੀ ਮੇਰੇ ਕੋਲ ਹੀ ਬੈਠ ਕੇ ਪੁੱਛ ਰਹੀ ਸੀ। ਮੇਰੀਆਂ ਅੱਖਾਂ ਭਰ ਆਈਆਂ। ਮਾਂ ਵਰਗੀ ਭਾਬੀ ਨੇ ਮੈਨੂੰ ਬੁੱਕਲ 'ਚ ਲੈ ਲਿਆ ਤੇ ਬੋਲੀ, ਸਾਨੂੰ ਤਾਂ ਤੁਸੀਂ ਆਪਣੀ ਬੀਬਾ ਜੋਗਿੰਦਰ ਵਰਗੇ ਹੋ, ਇਹ ਨਾ ਸੋਚਿਓ ਵੀ ਮਾਮਾ ਜੀ ਸ਼ਰਾਬ ਪੀਂਦਾ। ਸਾਡੇ ਲਈ ਤਾਂ ਤੁਸੀਂ ਬਾਬਾ ਜੀ ਦੀ ਧੀ ਹੋ। ਅਸੀਂ ਤਾਂ ਧੰਨੀ, ਭਾਵੇਂ ਉਹ ਪਤਾ ਨਹੀਂ ਕੌਣ ਸੀ, ਬਸ ਬਾਬਾ ਜੀ ਹੋਰਾਂ ਕਰਕੇ ਅਸੀਂ ਉਹਨੂੰ ਬਾਬਾ ਜੀ ਦੀ ਧੀ ਮੰਨਿਆ। ਧੰਨੀ ਦੀ ਵੀ ਅਜੀਬ ਕਹਾਣੀ ਸੀ। ਕਹਿੰਦੇ ਨੇ ਜਦੋਂ ਫੁੱਫੜ ਜੀ ਕੋਤਵਾਲ ਸਨ, ਇੱਕ ਜਨਾਨੀ ਨੇ ਰਿਪੋਰਟ ਕੀਤੀ ਕਿ ਉਹਦਾ ਆਦਮੀ ਕਿਸੇ ਦੀ ਕੁੜੀ ਚੱਕ ਲਿਆ ਹੈ। ਆਦਮੀ ਫੜ ਲਿਆ ਤੇ ਉਹ ਲੜਕੀ ਵੀ ਕੋਤਵਾਲੀ ਲੈ ਆਂਦੀ। ਪਤਾ ਲੱਗਿਆ ਕਿਸੇ ਪਹਾੜ ਤੇ ਉਹਦਾ ਘਰ ਸੀ। ਉਹਦੀ ਦਾਦੀ ਮਾਂ ਮਰ ਗਈ ਸੀ ਤੇ ਉਹਦੀ ਮਤਰੇਈ ਨੇ ਉਹਨੂੰ ਕਿਸੇ ਕੋਲ ਵੇਚਤਾ ਸੀ। ਉਹ ਆਦਮੀ ਨੇ ਅੱਗੋਂ ਕਿਸੇ ਹੋਰ ਨੂੰ ਵੇਚਤੀ। ਸਿਰੇ ਤੱਕ ਪਤਾ ਕੀਤਾ, ਹੁਣ ਤੱਕ ਉਹਦਾ ਪਿਓ ਵੀ ਮਰ ਗਿਆ ਹੋਇਆ ਸੀ। ਮਤਰੇਈ ਉਹਨੂੰ ਲੈਣ ਨੂੰ ਤਿਆਰ ਨਹੀਂ ਸੀ। ਜਿਸ ਆਦਮੀ ਨੇ ਖਰੀਦੀ ਸੀ ਉਹਦੀ ਘਰ ਵਾਲੀ ਫਸਾਦ ਖੜਾ ਕਰ ਬੈਠੀ ਸੀ। ਕੋਤਵਾਲੀ 'ਚ ਬੈਠੀ ਨੂੰ ਉਹਨੂੰ ਦਿਨ ਢਲ ਗਿਆ, ਰਾਤ ਉਤਰ ਆਈ। 6-7 ਵਰ੍ਹਿਆਂ ਦੀ ਉਹ ਬਾਲੜੀ ਅਜਨਬੀ ਲੋਕਾਂ ਦੇ ਮੂੰਹਾਂ ਵੱਲ ਵੇਖ ਰਹੀ ਸੀ। ਕੁਮਲਾਇਆ ਮੂੰਹ ਦੇਖ ਫੁੱਫੜ ਜੀ ਨੇ ਉਹਨੂੰ ਪੁੱਛਿਆ ਸੀ, ਭੁੱਖ ਲੱਗੀ ਹੈ? ਉਹਨੇ ਹਾਂ ਸਿਰ ਹਿਲਾਇਆ। ਫੁੱਫੜ ਜੀ ਨੇ ਇੱਕ ਸਿਪਾਹੀ ਨੂੰ ਆਖਿਆ, ਜਾ ਉੱਪਰ ਇਹਦੀ ਬੇਜੀ ਕੋਲ ਛੱਡ ਆ। ਉਹ ਉੱਪਰ ਬੇਜੀ ਕੋਲ ਛੱਡ ਗਿਆ। ਰੋਟੀ ਖਾ ਕੇ ਉਹਨੇ ਬੇਜੀ ਨੂੰ ਪੁੱਛਿਆ, ਤੁਸੀਂ ਮੇਰੇ ਬੇਜੀ ਹੋ? ਹਾਂ, ਬੇਜੀ ਨੇ ਆਖਿਆ ਤੇ ਨਾਲ ਹੀ ਦੱਸਿਆ, ਦੂਜੇ ਤੇਰੇ ਵੱਡੇ ਬੇਜੀ ਨੇ ਤੇ ਹੇਠਾਂ ਤੇਰੇ ਬਾਪੂ ਜੀ ਨੇ। ਉਹਨੇ ਅਗਲੀ ਗੱਲ ਪੁੱਛੀ। ਬੇਜੀ ਨੇ ਮਜ਼ਾਕ ਨਾਲ ਆਖਤਾ ਕਿ ਉਹ ਤੇਰੇ ਬਾਪੂ ਜੀ ਨੇ, ਪਰ ਉਹ ਅਡੋਲ ਯਤੀਮ ਪਹਾੜਨ ਕੁੜੀ ਨੂੰ ਮਜ਼ਾਕ ਨਹੀਂ, ਇਹ ਸੱਚ ਲੱਗਿਆ ਸੀ। ਤੇ ਫਿਰ ਉਹ ਬੇਜੀ ਬਾਪੂ ਜੀ ਕਰਦੀ ਉਸ ਘਰ ਨੂੰ ਆਪਣਾ ਸਮਝ ਮੇਰਾ ਕਰਨ ਲੱਗ ਪਈ। ਇਸ ਰਿਸ਼ਤੇ ਤੋਂ ਇਨਕਾਰੀ ਹੋ ਕੇ ਸੱਚ ਆਖ ਦੇਣ ਦਾ ਜਿਵੇਂ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ। ਤੇ ਫਿਰ ਇਹੀ ਸੱਚ ਬਣ ਗਿਆ ਕਿ ਉਹ ਇਸ ਘਰ ਦੀ ਧੀ ਸੀ। ਇਸ ਘਰ ਦੀ ਧੀ ਵਾਂਗ ਹੀ ਬੜੇ ਤਕੜੇ ਘਰ ਪੁਲਿਸ ਸੁਪਰਡੈਂਟ ਧਾਲੀਵਾਲ ਦੇ ਸਾਲੇ ਨਾਲ ਉਹਦਾ ਵਿਆਹ ਹੋਇਆ। ਤੇ ਫਿਰ ਆਖਦੇ ਨੇ ਉਹਦੇ ਸਹੁਰਿਆਂ ਨੇ, ਉਹਦੇ ਘਰ ਵਾਲੇ ਨੇ ਉਹਨੂੰ ਤੰਗ ਕਰਨਾ ਸ਼ੁਰੂ ਕਰਤਾ। ਕਦੇ ਇਹ ਲਿਆ, ਕਦੇ ਉਹ ਲਿਆ ਕਿ ਉਹਨਾਂ ਹੋਰ ਕਿਹਨੂੰ ਦੇਣਾ। ਕੁਝ ਚਿਰ ਉਹ ਚੀਜ਼ਾਂ ਮੰਗ ਸੰਗ ਕੇ ਲਿਜਾਂਦੀ ਰਹੀ। ਫਿਰ ਪਤਾ ਨਹੀਂ ਉਹਨੂੰ ਕੀ ਹੋ ਗਿਆ। ਆਖਣ ਲੱਗੀ, ਮੈਂ ਆਪਣੇ ਮਾਪਿਆਂ ਦਾ ਘਰ ਢੋ ਕੇ ਉਹਨਾਂ ਦੇ ਘਰ ਕਿਉਂ ਸਿੱਟ ਦਿਆਂ, ਜਿੱਥੇ ਮੈਂ ਰਹਿਣਾ ਹੀ ਨਹੀਂ। ਪਰ ਉੱਥੇ ਨਹੀਂ ਰਹੇਂਗੀ ਤਾਂ ਹੋਰ ਕਿੱਥੇ ਰਹੇਂਗੀ? ਬੇਜੀ ਨੇ ਖਿੱਝ ਕੇ ਆਖਿਆ ਸੀ। ਮੈਂ ਨਾ ਉੱਥੇ ਰਹੂੰਗੀ ਨਾ ਇੱਥੇ ਰਹੂੰਗੀ, ਮੈਂ ਤਾਂ ਕਿਤੇ ਵੀ ਨਹੀਂ ਰਹਿਣਾ। ਬੇਜੀ ਦੱਸਦੇ ਸਨ, ਪਤਾ ਨਹੀਂ ਕਿਹੜੀ ਚੰਦਰੀ ਘੜੀ ਮੂੰਹ ਕੱਢਿਆ, ਬਰੀਕੀ ਤਾਪ ਨਾਲ ਅਜਿਹੀ ਮੰਜੇ ਤੇ ਪਈ, ਮੁੜ ਕੇ ਨਹੀਂ ਉੱਠੀ। ਤੇ ਹੁਣ ਧੰਨੀ ਇਸ ਘਰ 'ਚੋਂ ਆਪਣੀ ਕਹਾਣੀ ਮੁਕਾ ਗਈ ਸੀ, ਜਿਹਨੂੰ ਯਾਦ ਕਰਕੇ ਅੱਜ ਤੱਕ ਬੇਜੀ ਰੋ ਪੈਂਦੇ ਨੇ। ਉਸੇ ਧੰਨੀ ਬਾਰੇ ਹਰਨਾਮ ਕੌਰ ਭਾਬੀ ਆਖ ਰਹੀ ਸੀ। ਫਿਰ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਗਈ। ਸਵੇਰੇ ਬੇਜੀ ਨੇ ਮੈਨੂੰ ਜਗਾਇਆ, ਉੱਠ ਕੇ ਨਹਾ ਲੈ। ਨਹਾਉਣ ਲਈ ਜਦੋਂ ਗੁਸਲਖਾਨੇ 'ਚ ਜਾਣ ਲੱਗੀ ਤਾਂ ਬੇਜੀ ਨੇ ਪਿਆਜੀ ਰੰਗ ਦਾ ਸੂਟ ਨਾਲ ਗੋਟੇ ਵਾਲੀ ਚੁੰਨੀ ਫੜਾਉਂਦੇ ਆਖਿਆ, ਇਹ ਪਾ ਲੈ, ਇਹ ਤਾਂ ਮੇਰੇ ਬਹੁਤ ਵੱਡਾ ਹੋਊ। ਸਲਵਾਰ ਆਪਣੇ ਲਾ ਕੇ ਬੇਜੀ ਨੂੰ ਵਿਖਾਉਂਦਿਆਂ ਮੈਂ ਆਖਿਆ, ਹਾਂ ਵੱਡਾ ਸੀ ਸੂਟ। ਕੱਪੜੇ ਤਾਂ ਸਾਰੇ ਪੱਕੇ ਮੇਚੇ ਦੇ ਬਣੇ ਸਨ, ਕਿਉਂਕਿ ਮੈਂ ਅਜੇ ਵਧਣਾ ਸੀ। ਲਿਆ ਸਲਵਾਰ ਉੱਚੀ ਕਰਦਿਆਂ ਬੇਜੀ ਨੇ ਸੂਟ ਵਾਪਸ ਫੜਦਿਆਂ ਆਖਿਆ, ਆਪਣੇ ਬਕਸ 'ਚੋਂ ਕੋਈ ਪਾ ਲੈਂਦੀ ਹਾਂ। ਆਖ ਮੈਂ ਆਪਣੇ ਪਹਿਲੇ ਸੂਟਾਂ 'ਚੋਂ ਇੱਕ ਜਾਮਨੀ ਰੰਗ ਦਾ ਸੂਟ ਕੱਢ ਕੇ ਨਹਾਉਣ ਚਲੀ ਗਈ। ਨਹਾ ਕੇ ਆਈ, ਸ਼ੀਸ਼ੇ ਅੱਗੇ ਵਾਲ ਵਾਹੁਣ ਲੱਗੀ। ਭੂਆ ਜੀ ਨੇ ਕੁਝ ਗਹਿਣਿਆਂ ਦੇ ਡੱਬੇ ਕੋਲ ਰੱਖ ਕੇ ਦਿੱਤੇ, ਤੂੰ ਪਵਾ ਦੇ। ਬਲਵੰਤ ਭਾਬੀ ਨੂੰ ਇਹ ਆਖ ਕੇ ਉਹ ਆਪ ਬਾਹਰ ਚਲੇ ਗਏ। ਪਾਉਣੇ ਨੇ ਬੀਬਾ? ਭਾਬੀ ਨੇ ਮੈਨੂੰ ਪੁੱਛਿਆ। ਮੈਂ ਨਾਂ ਸਿਰ ਹਿਲਾਤਾ।
ਚੂੜੀਆਂ ਤਾਂ ਪਾ ਲਓ, ਭਾਬੀ ਨੇ ਚੂੜੀਆਂ ਡੱਬੇ 'ਚੋਂ ਕੱਢਦਿਆਂ ਆਖਿਆ। ਫਿਰ ਭਾਬੀ ਨੇ ਮੇਰਾ ਹੱਥ ਫੜ ਚੂੜੀਆਂ ਪਾਤੀਆਂ, ਪਰ ਇਹ ਚੂੜੀਆਂ ਵੀ ਪੱਕੇ ਮੇਚੇ ਦੀਆਂ ਬਣੀਆਂ ਸਨ। ਮੇਰੀ ਕੂਹਣੀ ਤੋਂ ਵੀ ਉੱਪਰ ਤੱਕ ਚਲੀਆਂ ਗਈਆਂ। 2 ਕੁ ਵਾਰੀ ਹੇਠਾਂ ਉੱਪਰ ਛਣਕਾ ਕੇ ਮੈਂ ਭਾਬੀ ਨੂੰ ਆਖਿਆ, ਮੇਰੀ ਮੇਚ ਦੀ ਕੋਈ ਚੀਜ਼ ਨਹੀਂ, ਤੇ ਚੂੜੀਆਂ ਲਾ ਕੇ ਭਾਬੀ ਨੂੰ ਫੜਾਤੀਆਂ। ਉਹਨੇ ਉਸੇ ਡੱਬੇ 'ਚ ਰੱਖਤੀਆਂ ਜਿੱਥੋਂ ਕੱਢੀਆਂ ਸੀ। ਬਲਵੰਤ ਭਾਬੀ ਕਿੰਨਾ ਚਿਰ ਮੇਰੀ ਲੱਕ ਤੋਂ ਥੱਲੇ ਤੱਕ ਪੈਂਦੇ ਭਾਰੇ ਵਾਲ ਵਾਹੁੰਦੀ ਰਹੀ ਤੇ ਨਾਲੇ ਅੱਖਾਂ 'ਚੋਂ ਹੰਝੂ ਘੇਰਦੀ ਰਹੀ। ਕੀ ਗੱਲ ਭਾਬੀ ਜੀ, ਮੈਂ ਪੁੱਛਿਆ। ਕੋਈ ਗੱਲ ਨਹੀਂ, ਉਹਨੇ ਅੱਖਾਂ ਪੂੰਝ ਕੇ ਆਖਿਆ ਸੀ। ਰਘਬੀਰ ਭਰਾ ਜੀ ਕਿੱਥੇ ਨੇ, ਮੈਂ ਪੁੱਛਿਆ। ਰਘਬੀਰ ਭਰਾ ਜੀ ਵੱਡੇ ਬੀਜੀ ਦਾ ਭਾਂਜਾ ਸੀ, ਗੈਰ ਗੰਭੀਰ, ਸਾਊ ਤੇ ਲੈਕ ਬੰਦਾ। ਨਾ ਸ਼ਰਾਬ ਪੀਂਦਾ ਸੀ, ਨਾ ਵਹੁਟੀ ਨਾਲ ਲੜਦਾ ਸੀ, ਨਾ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਸੀ। ਪੜ੍ਹ ਲਿਖ ਕੇ ਨੌਕਰੀ ਕਰ ਰਿਹਾ ਸੀ ਤੇ ਔਖੇ ਸੌਖੇ ਵੇਲੇ ਸਭ ਦੇ ਕੰਮ ਆਉਣ ਵਾਲਾ ਬੰਦਾ ਸੀ। ਮੈਨੂੰ ਔਖੇ ਤੋਂ ਔਖੇ ਸਵਾਲ ਰਘਬੀਰ ਭਰਾ ਜੀ ਸਮਝਾ ਦਿੰਦੇ ਸਨ। ਮਨ ਹੋਇਆ ਕੁਝ ਪੁੱਛਾਂ, ਪਰ ਇਹ ਸਭ ਮੈਨੂੰ ਆਪ ਨੂੰ ਹੀ ਸਮਝ ਨਹੀਂ ਸੀ ਲੱਗ ਰਿਹਾ। ਉਹ ਤਾਂ ਪਿੰਡ ਗਿਆ, ਤਾਰ ਆ ਗਈ ਸੀ। ਸ਼ਾਇਦ ਉਹਦੀ ਵਹੁਟੀ ਬਿਮਾਰ ਹੈ, ਤਾਂ ਹੀ ਤਾਂ ਵਿਆਹ 'ਤੇ ਨਹੀਂ ਆਏ। ਵਹੁਟੀ ਨੂੰ ਇੱਥੇ ਕੋਲ ਕਿਉਂ ਨਹੀਂ ਰੱਖਦੇ? ਉਹਦੀ ਭੈਣ ਆ ਨਾ ਬੀਬੀ, ਫਿਰ ਤੋਂ ਉਹ ਰੰਡੀ ਹੋ ਗਈ। ਨਿੱਕੇ ਨਿੱਕੇ ਜਵਾਕ ਨੇ, ਉਹਨਾਂ ਕੋਲ ਰਹਿੰਦੀ ਹੈ ਇਹਦੀ ਵਹੁਟੀ, ਤਾਂ ਹੀ ਤਾਂ ਹਰੇਕ ਵਾਰ ਐਤਵਾਰ ਉੱਥੇ ਜਾਂਦਾ ਹੈ। ਭਨੋਈਏ ਨੂੰ ਵੀ ਬਿਮਾਰ ਨੂੰ ਵਿਚਾਰਾ 100 ਥਾਈਂ ਲਈ ਫਿਰਿਆ, ਪਰ ਬਚਿਆ ਨਾ। ਹੁਣ ਭੈਣ ਲਈ ਦੇਖ ਲੈ, ਇੰਨਾ ਕਰਦਾ। ਤੇ ਭਾਬੀ ਜੀ ਤੁਹਾਡਾ ਭਰਾ ਹੁਣ ਤਾਂ ਵੱਡਾ ਹੋ ਗਿਆ ਹੋਊ ਕੁਛ, ਪਰ ਤੁਹਾਡੇ ਭਰਾ ਜੀ ਮਿਲਣ ਨਹੀਂ ਨਾ ਦਿੰਦੇ, ਆਖਦੀ ਭਾਬੀ ਨੇ ਫੇਰ ਅੱਖਾਂ ਭਰ ਲਈਆਂ। ਇੰਨੇ ਨੂੰ ਹਰਭਜਨ ਭਰਾ ਜੀ ਅੰਦਰ ਆਏ। ਭਾਬੀ ਨੂੰ ਆਖਣ ਲੱਗੇ, ਆ ਜਾਓ ਬਾਹਰ, ਬੀਬੀ ਨੂੰ ਵੀ ਲੈ ਆਓ। ਬਾਹਰ ਅਜੇ ਮੂੰਹ ਹਨੇਰਾ ਸੀ। ਥੋੜ੍ਹੇ ਜਿਹੇ ਲੋਕ ਜਿਨ੍ਹਾਂ ਰਾਤ ਘੱਟ ਸ਼ਰਾਬ ਪੀਤੀ ਸੀ ਸਵੇਰੇ ਉੱਠ ਸਕੇ ਸਨ। ਵਿਹੜੇ 'ਚ ਸ਼ਾਮਿਆਨੇ ਹੇਠਾਂ ਗੁਰੂ ਮਹਾਰਾਜ ਅੱਗੇ ਬੈਠੇ ਸਨ। ਭਾਬੀ ਮੇਰੀ ਬਾਂਹ ਫੜ ਕੇ ਉੱਥੋਂ ਤੱਕ ਲੈ ਗਈ, ਮੈਨੂੰ ਅੱਗੇ ਬਿਠਾ ਕੇ ਆਪ ਜ਼ਰਾ ਪਿੱਛੇ ਹੋ ਕੇ ਬੈਠ ਗਈ। ਸੱਜੇ ਪਾਸੇ ਮੇਰੇ ਬਰਾਬਰ ਕੌਣ ਬੈਠਾ ਸੀ, ਮੈਂ ਉੱਧਰ ਝਾਕੀ ਨਹੀਂ। ਛੇਤੀ ਛੇਤੀ ਭਾਈ ਜੀ ਨੇ ਬੈਠਿਆਂ ਹੀ 4 ਲਾਵਾਂ ਪੜ੍ਹਤੀਆਂ। ਉਸੇ ਤਰ੍ਹਾਂ ਬਾਂਹ ਤੋਂ ਫੜ ਕੇ ਭਾਬੀ ਮੈਨੂੰ ਉਠਾਲ ਕੇ ਅੰਦਰ ਲੈ ਆਈ। ਵਿਆਹ ਹੋਇਆ ਮੇਰੇ ਬਾਬਲਾ ਰਾਗੀਆਂ ਨੇ ਜਦੋਂ ਉਚਾਰਿਆ, ਮੈਨੂੰ ਅਜੀਬ ਜਿਹਾ ਲੱਗਿਆ। ਕੁੜੀਆਂ ਚਿੜੀਆਂ ਦਾ ਝੁਰਮਟ ਮੇਰੇ ਵੱਲ ਉਲਰਿਆ, ਪਰ ਮੈਂ ਨੀਵੀਂ ਪਾ ਕੇ ਉਹਨਾਂ ਦੇ ਕੋਲ ਦੀ ਲੰਘ ਕੇ ਆਪਣੇ ਕਮਰੇ 'ਚ ਆ ਗਈ। ਚਾਹ ਦੇ 2 ਕੱਪ ਭਾਬੀ ਲੈਣ ਚਲੀ ਗਈ। ਜਦੋਂ ਆਈ, ਮੈਂ ਪਤਾ ਨਹੀਂ ਕਿਸ ਗੱਲੋਂ ਗੋਡਿਆਂ 'ਚ ਸਿਰ ਦੇਈ ਹੁਬਕੀ ਹੁਬਕੀ ਰੋ ਰਹੀ ਸੀ। ਇਸ ਤੋਂ ਮਗਰੋਂ ਭਾਬੀ ਨੇ ਬਾਰ ਅੰਦਰੋਂ ਬੰਦ ਕਰ ਲਿਆ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਮੈਨੂੰ ਵਰਚਾਉਣ ਲੱਗੀ। ਕੁਝ ਚਿਰ ਮਗਰੋਂ ਮੈਂ ਭੁੱਲ ਹੀ ਗਈ ਕਿ ਮੈਂ ਰੋ ਰਹੀ ਸੀ ਜਾਂ ਕਿਉਂ ਰੋ ਰਹੀ ਸੀ। ਕੁਝ ਚਿਰ ਮਗਰੋਂ ਭਾਬੀ ਜਦੋਂ ਮੇਰੇ ਬਿਸਤਰੇ 'ਤੇ ਪਈ ਸੌਂ ਗਈ ਤੇ ਮੈਂ ਉੱਠ ਕੇ ਸਕੂਲ ਦਾ ਕੰਮ ਕਰਨ ਲੱਗ ਪਈ। ਦੁਪਹਿਰੇ ਭਾਬੀ ਕਮਰੇ 'ਚ ਹੀ ਮੇਰੀ ਤੇ ਆਪਣੀ ਰੋਟੀ ਲੈ ਆਈ। ਤੀਜੇ ਕੁ ਪਹਿਰ ਭੂਆ ਜੀ ਨੇ ਦਰਵਾਜ਼ਾ ਖੜਕਾਇਆ। ਦੱਸੋ, ਮੈਂ ਬਾਹਰ ਖੋਲ੍ਹ ਕੇ ਕਿਹਾ। ਲੈ ਹੈ, ਆਖਦੀ ਏ ਦੱਸੋ, ਉੱਧਰ ਤੁਰਨ ਦਾ ਵੇਲਾ ਹੋਇਆ ਪਿਆ। ਕੋਈ ਨਹੀਂ ਬੀਬੀ, ਸਭ ਕੁਝ ਤਿਆਰ ਹੈ, ਤੂੰ ਤੱਤੀ ਕਾਹਨੂੰ ਹੁੰਨੀ ਹੈ? ਇਹਨੇ ਕੀ ਕਰਨਾ ਸੀ? ਬੇਜੀ ਨੇ ਪਿੱਛੋਂ ਆ ਕੇ ਕਿਹਾ। ਘੰਟੇ ਕੁ ਮਗਰੋਂ ਬੇਜੀ, ਭਾਬੀ ਦੇ ਘਰ ਦੇ ਬਾਕੀ ਸਾਰੇ ਜੀ ਭੂਆ ਜੀ ਦੇ ਨਾਲ ਮੈਨੂੰ ਫੁੱਲਾਂ ਨਾਲ ਲੱਦੀ ਕਾਰ 'ਚ ਬੈਠ ਗਏ। ਅਗਲੀ ਸੀਟ 'ਤੇ ਫੁੱਫੜ ਜੀ ਤੇ ਡਰਾਈਵਰ ਸਨ, ਜਿਸ ਕਰਕੇ ਚੁੰਨੀ ਸਿਰ 'ਤੇ ਸੰਵਾਰ ਕੇ ਲੈਣ ਦੀ ਕੋਈ ਲੋੜ ਨਹੀਂ ਸੀ। ਇੱਕ ਪਾਸੇ ਮੇਰੀਆਂ ਚੀਜ਼ਾਂ ਸੰਭਾਲਦੀ ਸ਼ਿਆਮੋ ਨੈਣਾ ਬੈਠੀ। ਕਾਕੇ ਨੂੰ ਸੱਦੋ, ਵਿੱਚੋਂ ਕਿਸੇ ਨੇ ਕਿਹਾ। ਉਹ ਤਾਂ ਆਪਣੇ ਦੋਸਤਾਂ ਨਾਲ ਚਲਾ ਗਿਆ, ਕਿਸੇ ਨੇ ਆ ਕੇ ਦੱਸਿਆ। ਹੁਣ ਕੀ ਡਰ ਹੈ ਉਹਨੂੰ? ਹੁਣ ਕੀ ਡਰ ਹੈ? ਹੁਣ ਤਾਂ ਵਿਆਹ ਹੋ ਗਿਆ, ਵਿੱਚੋਂ ਕਿਸੇ ਨੇ ਮਜ਼ਾਕ ਕੀਤਾ। ਆਹੋ ਬਈ, ਆਪੇ ਮਾਮੀ ਲੈ ਕੇ ਆਊ, ਵਿਚੋਲਣ ਜੋ ਹੋਈ। ਚੱਲ ਲੈਣ ਦੇ, ਘਰ ਪੁੱਛਦੇ ਆ, ਬਾਊ ਜੀ ਆਖ ਰਹੇ ਸਨ। ਕਾਰ ਜਦੋਂ ਤੁਰ ਪਈ, ਕਹਿੰਦੇ ਨੇ ਬਾਪੂ ਜੀ ਪੁੱਛਦੇ ਫਿਰਦੇ ਸਨ, ਮੇਰੀ ਧੀ ਚਲੀ ਗਈ। ਮੈਂ ਤਾਂ ਜਾਂਦੀ ਨੂੰ ਪਿਆਰ ਵੀ ਨਹੀਂ ਦਿੱਤਾ। ਅੰਗ 18ਵਾਂ। ਚੌਖੀ ਰਾਤ ਗਈ। ਕਾਰ ਉਹਨਾਂ ਦੇ ਪਿੰਡ ਪਹੁੰਚੀ। ਇੱਕ ਹਵੇਲੀ ਦੇ ਵਿਹੜੇ 'ਚ ਜਾ ਰੁਕੀ। ਅੰਦਰ ਸੁਨੇਹਾ ਭੇਜ ਕੇ ਭੂਆ ਜੀ ਉਡੀਕਦੇ ਰਹੇ, ਕੋਈ ਲੈਣ ਆਏਗਾ। ਕੁਝ ਚਿਰ ਮਗਰੋਂ ਇੱਕ ਉਦਾਸ ਜਿਹੀ ਅਧਖੜ ਜਨਾਨੀ ਤੇ ਨਾਲ ਪਮਾਲ ਵਾਲੀ ਉਹਦੀ ਨਣਦ ਤੇ 1-2 ਲਾਗਣਾ ਤੱਥਣਾ ਆਈਆਂ। ਭਾਬੀ ਅੰਦਰਲੇ ਦਰਵਾਜ਼ੇ ਵਿੱਚ ਹੀ ਆ, ਜੋ ਬਾਹਰਲੇ ਪਾਸੇ ਤਾਂ ਉਹ ਸਾਰੇ ਬੈਠੇ ਪੀਂਦੇ ਨੇ। ਭੂਆ ਜੀ ਦੀ ਨਣਦ ਦੀ ਤਾਂ ਵਿਆਹੀ ਉਹ ਔਰਤ ਭੂਆ ਜੀ ਨੂੰ ਆਖ ਰਹੀ ਸੀ। ਪਿੱਛਲ ਦਰਵਾਜ਼ੇ ਵਿੱਚ ਹੀ ਲੰਘਾ ਕੇ ਉਹ ਸਾਨੂੰ ਪਿਛਲੀਆਂ ਪੌੜੀਆਂ ਵਿੱਚ ਹੀ ਉੱਪਰ ਲੈ ਗਈਆਂ। ਸਜਿਆ ਹੋਇਆ ਕਮਰਾ ਸੀ। ਚੀਜ਼ਾਂ ਵਸਤਾਂ ਤੋਂ ਘਰ ਚੰਗਾ ਅਮੀਰ ਲੱਗਦਾ ਸੀ। ਘਰ ਦੀ ਮਾਲਕਣ ਰਸਮੀ ਹਾਲ ਪੁੱਛ ਕੇ ਹੇਠਾਂ ਉਤਰ ਗਈ ਤੇ ਜਾ ਕੇ ਮਠਿਆਈ ਦੀ ਪਲੇਟ ਤੇ ਚਾਹ ਭੇਜੀ। ਦੇਖ ਲਾ ਸਿਆਮੋ, ਹੈ ਨਹੀਂ ਰਾਜਾ ਘਰ? ਭੂਆ ਜੀ ਚੀਜ਼ਾਂ ਵੱਲ ਹੱਥ ਕਰਕੇ ਸਿਆਮੋ ਨੈਣ ਦਾ ਧਿਆਨ ਦਿਵਾ ਰਹੇ ਸਨ ਤਾਂ ਜੋ ਵਾਪਸ ਜਾ ਕੇ ਦੱਸਣ ਵੇਲੇ ਖਿਆਲ ਰੱਖੇ। ਕੋਈ ਅੰਤ ਹੈ, ਬੜੇ ਦਾਦੇ ਦੀ ਪੋਤੀ ਆ ਭਾਈ, ਰਾਜਾ ਘਰ ਤਾਂ ਹੋਣਾ ਹੀ ਤੀ, ਸਿਆਮੋ ਨੇ ਆਖਿਆ।
ਪਮਾਲ ਵਾਲੇ ਭੂਆ ਜੀ ਨੇ ਨੌਕਰਾਣੀ ਨੂੰ ਸੱਦ ਕੇ ਕਮਰੇ ਦੇ ਨਾਲ ਲੱਗਦੇ ਗੁਸਲਖਾਨੇ 'ਚ ਸਾਬਣ ਤੌਲੀਆ ਰਖਾ ਕੇ ਮੈਨੂੰ ਪੁੱਛਿਆ ਸੀ, ਹੱਥ ਮੂੰਹ ਧੋਣਾ ਹੈ? ਖਿਆਲ ਆਇਆ ਮੇਰਾ ਪਤਲਾ ਵਾਇਲ ਦਾ ਨਾਈਟ ਸੂਟ ਪਤਾ ਨਹੀਂ ਕਿਸੇ ਨੇ ਲਿਆਂਦਾ ਜਾਂ ਨਹੀਂ। ਸਿਆਮੋ ਨੇ ਦੱਸਿਆ ਰਾਤ ਨੂੰ ਪਾਉਣ ਵਾਲਾ ਪਤਲਾ ਸੂਟ ਬੇਜੀ ਨੇ ਮੇਕਅਪ ਵਾਲੇ ਸੂਟ ਕੇਸ 'ਚ ਪਾਤਾ ਸੀ। ਆਖਦੇ ਸੀ ਪਤਲੇ ਸੂਟ ਬਿਨਾਂ ਇਹਨੂੰ ਨੀਂਦ ਨਹੀਂ ਆਉਣੀ। ਪਰ ਸਮਾਨ ਦਾ ਤਾਂ ਕਮਰਾ ਭਰਿਆ ਪਿਆ ਸੀ। ਹੇਠਾਂ ਜਾ ਕੇ ਸਾਰੇ ਸਮਾਨ ਵਿੱਚੋਂ ਮੇਕਅਪ ਵਾਲਾ ਸੂਟਕੇਸ ਲੱਭਣਾ ਕਿਹੜਾ ਸੁਖਾਲਾ ਸੀ। ਫਿਰ ਵੀ ਪਮਾਲ ਵਾਲੇ ਭੂਆ ਸਿਆਮੋ ਨੂੰ ਹੇਠਾਂ ਲੈ ਗਏ। ਚੌਖੀ ਦੇਰ ਮਗਰੋਂ ਬੈਗ ਲੱਭ ਕੇ ਉੱਪਰ ਲਿਆਈ। ਆਪਣੇ ਸਮਾਨ ਨਾਲ ਹੀ ਕਮਰਾ ਭਰ ਗਿਆ। ਉਹ ਭੂਆ ਜੀ ਨੂੰ ਆਖ ਰਹੀ ਸੀ, ਅਜੇ ਤਾਂ ਤੂੰ ਉਹ ਸਮਾਨ ਨਹੀਂ ਦੇਖਿਆ ਜਿਹੜਾ ਮੇਰੇ ਸਹੁਰੇ ਨੇ ਸਾਡੀ ਬੀਬੀ ਨੂੰ ਦਿੱਤਾ ਸੀ। ਭੂਆ ਜੀ ਨੇ ਸ਼ਾਨ ਨਾਲ ਆਖਿਆ ਤੇ ਫਿਰ ਉਦਾਸ ਜਿਹੀ ਹੋ ਕੇ ਆਖਣ ਲੱਗੇ, ਬੀਬੀ ਸਾਡੀ ਵਿਚਾਰੀ ਨੂੰ ਵਰਤਣ ਦਾ ਹੁਕਮ ਨਹੀਂ ਸੀ। ਅੱਜ ਜੇ ਕਿਤੇ ਜਿਉਂਦੀ ਹੁੰਦੀ ਧਰਤੀ ਤੇ ਪੈਰ ਕਿਹੜਾ ਲੱਗਦਾ। ਮੂੰਹ ਹੱਥ ਧੋ ਕੇ ਮੈਂ ਵਾਇਲ ਦਾ ਸੂਟ ਪਾ ਲਿਆ। ਸ਼ੀਸ਼ੇ ਅੱਗੇ ਖੜੋ ਕੇ ਵਾਲ ਵਾਹੁੰਦੀ ਨੂੰ ਦੇਖ ਕੇ ਪਮਾਲ ਵਾਲੇ ਭੂਆ ਜੀ ਨੇ ਆਖਿਆ, ਕਾਸ ਨਾਲ ਨਮਾਉਂਦੀ ਸੀ ਕੇਸੀ, ਤੇਰੀ ਬੀਜੀ ਬੜੇ ਲੰਮੇ ਵਾਲ ਨੇ। ਤੇ ਉਸੇ ਪਲ ਸ਼ੀਸ਼ੇ 'ਚ ਕਿਸੇ ਦੀ ਸ਼ਕਲ ਦਾ ਝੋਲਾ ਪਿਆ ਤੇ ਲੰਘ ਗਿਆ। ਬੀਬੀ ਜੀ ਬਾਪੂ ਜੀ ਸੀ ਕਾਕੇ ਦੇ, ਖਬਰ ਨਹੀਂ ਤੁਹਾਨੂੰ ਦੇਖਦੇ ਫਿਰਦੇ ਨੇ, ਭੂਆ ਜੀ ਨੇ ਪਮਾਲ ਵਾਲੇ ਭੂਆ ਜੀ ਨੂੰ ਆਖਿਆ। ਪਮਾਲ ਵਾਲੇ ਭੂਆ ਜੀ ਜਿਵੇਂ ਤਰਬ ਕੇ ਉੱਠੇ ਤੇ ਦਰਵਾਜ਼ਾ ਭੇੜ ਕੇ ਬਾਹਰ ਚਲੇ ਗਏ। ਝਾਟੀ ਮਗਰੋਂ ਰੋਟੀ ਆ ਗਈ। ਮੈਨੂੰ ਭੁੱਖ ਨਹੀਂ ਸੀ। ਭੂਆ ਜੀ ਤੇ ਸਿਆਮੋ ਨੇ ਖਾ ਲਈ। ਫਿਰ ਦੁੱਧ ਦੇ ਗਲਾਸ ਆ ਗਏ। ਨੌਕਰਾਣੀ ਦੁੱਧ ਦੇ ਗਲਾਸ ਲਈ ਖੜੀ ਸੀ ਜਦੋਂ ਦਗੜ ਦਗੜ ਕਰਦੇ ਬਾਹਰਲੀਆਂ ਪੌੜੀਆਂ ਤੋਂ ਕੁਝ ਬੰਦੇ ਕੋਠੇ ਤੇ ਚੜੇ ਤੇ ਨਾਲ ਵਾਲੇ ਚੁਬਾਰੇ 'ਚ ਸ਼ੋਰ ਜਿਹਾ ਹੋਇਆ। ਭਾਬੀ ਅੰਦਰੋਂ ਬਾਹਰ ਅੜਾ ਲਓ ਤੇ ਖੋਲਿਓ ਨਾ ਕਿਸੇ ਨੂੰ, ਆਖ ਪਮਾਲ ਵਾਲੇ ਭੂਆ ਜੀ ਬਾਹਰ ਚਲੇ ਗਏ। ਬਾਹਰ ਬੜਾ ਘਮਸਾਨ ਪੈ ਰਿਹਾ ਸੀ। ਸ਼ਰਾਬ ਪੀਣ ਵਾਲਿਆਂ ਦੇ ਘਰਾਂ 'ਚ ਇਹੋ ਜਿਹੀਆਂ ਗੱਲਾਂ ਆਮ ਹੀ ਹੁੰਦੀਆਂ ਰਹਿੰਦੀਆਂ ਨੇ, ਇਸ ਲਈ ਮੈਨੂੰ ਕੋਈ ਘਬਰਾਹਟ ਨਹੀਂ ਸੀ ਹੋ ਰਹੀ। ਪਰ ਕੁਝ ਚਿਰ ਮਗਰੋਂ ਪਮਾਲ ਵਾਲੇ ਭੂਆ ਜੀ ਦੀ ਆਵਾਜ਼ ਸੁਣੀ, ਨਿੱਜ ਹੋਇਆ ਕੁੜੀ ਸੁਣ ਲੂਗੀ, ਕੀ ਦੱਸੂ ਮਾਪਿਆਂ ਨੂੰ ਜਾ ਕੇ। ਮੇਰੇ ਧੌਲਿਆਂ ਦੀ ਤਾਂ ਲਾਜ ਰੱਖ, ਮੈਂ ਤੇਰੇ ਮੂਹਰੇ ਹੱਥ ਬੰਨ੍ਹਦੀ ਹਾਂ। ਛੋਟੀ ਭੂਆ ਜੀ ਮੰਜੇ ਤੋਂ ਉੱਠ ਕੇ ਬੰਦ ਦਰਵਾਜ਼ੇ ਨਾਲ ਕੰਨ ਲਾ ਕੇ ਬਾਹਰਲੀਆਂ ਗੱਲਾਂ ਸੁਣਨ ਲੱਗੇ। ਪਰ ਕੰਨ ਲਾ ਕੇ ਗੱਲਾਂ ਸੁਣਨ ਦੀ ਲੋੜ ਹੀ ਨਹੀਂ ਸੀ। ਗੱਲਾਂ ਤਾਂ ਮੈਨੂੰ ਵੀ ਸੁਣ ਰਹੀਆਂ ਸਨ। ਕੋਈ ਉੱਚੀ ਉੱਚੀ ਆਖ ਰਿਹਾ ਸੀ, ਮੈਂ ਨਹੀਂ ਕਿਸੇ ਸਾਲੇ ਤੋਂ ਡਰਦਾ। ਮੈਂ ਆਖਦਾ, ਲੜਕੀ ਮੈਨੂੰ ਸਤਿ ਸ੍ਰੀ ਅਕਾਲ ਕਰਨ ਕਿਉਂ ਨਹੀਂ ਆਈ। ਜਦ ਮੈਂ ਆਖਦਾ ਉਹਨੂੰ ਭੇਜੋ, ਨਹੀਂ ਤਾਂ ਮੈਂ ਗੋਲੀ ਨਾਲ ਉਡਾ ਦਿਉ ਸਭ ਨੂੰ। ਸਿੱਟੋ ਸਾਰਾ ਸਮਾਨ ਬੀਹੀ 'ਚ, ਸਾਨੂੰ ਨਹੀਂ ਕੁਛ ਚਾਹੀਦਾ, ਨਹੀਂ ਤਾਂ ਹੁਣੇ ਮੇਰੇ ਘਰ 'ਚੋਂ ਬਾਹਰ ਨਿਕਲੋ ਸਭ। ਤੇ ਫਿਰ ਬਾਹਰ 2-3 ਬੰਦੂਕ ਦੇ ਫਾਇਰ ਹੋਏ। ਇਹ ਤਾਂ ਸ਼ਰਾਬੀ ਲੜ ਰਹੇ ਨੇ ਆਪਸ 'ਚ, ਭੂਆ ਜੀ ਨੇ ਸਿਆਮੋ ਨੂੰ ਸੁਣਾ ਕੇ ਆਖਿਆ। ਉਸ ਘੜੀ ਮੈਨੂੰ ਯਾਦ ਆਇਆ, ਬਾਪੂ ਜੀ ਨੇ ਮੈਨੂੰ ਪਿਸਤੌਲ ਚਲਾਉਣਾ ਵੀ ਸਿਖਾਇਆ ਹੋਇਆ ਤੇ ਬੰਦੂਕ ਚਲਾਉਣੀ ਵੀ। ਤੇ ਕਮਰੇ 'ਚ ਖੂੰਟੀ ਤੇ ਕਿਸੇ ਦਾ ਪਿਸਤੌਲ ਤੇ ਕਾਰਤੂਸਾਂ ਵਾਲੀ ਪੇਟੀ ਲਟਕ ਰਹੇ ਸਨ। ਉਸੇ ਵੇਲੇ ਮੈਨੂੰ ਇਹ ਵੀ ਯਾਦ ਆਇਆ ਕਿ ਮੈਂ ਬਿਨਾਂ ਕਾਠੀ ਤੋਂ ਘੋੜੇ ਤੇ ਬੈਠ ਕੇ ਉਹਨੂੰ ਸਰਪਟ ਦੌੜਾ ਸਕਦੀ ਹਾਂ। ਸਾਡਾ ਕਾਕਾ ਸੀ, ਉਹ ਵੀ ਤਾਂ ਸ਼ਰਾਬ ਪੀ ਕੇ ਇਉਂ ਹੀ ਕਰਦਾ। ਭੂਆ ਜੀ ਨੇ ਗੱਲ ਰੋਲ ਦੇਣ ਲਈ ਸਿਆਮੋ ਨੂੰ ਆਖਿਆ, ਨਾ ਬੀਬੀ, ਬਲਦੇਵ ਕਰੇ ਰੱਬ ਨੂੰ ਜਾਣ ਦੇਣੀ ਹੈ। ਦਲੀਪ ਕੌਰ ਦੇ ਬਾਪੂ ਜੀ ਨੇ ਕਦੇ ਇਹੋ ਜਿਹਾ ਕੁਛ ਨਹੀਂ ਕੀਤਾ। ਸਤਿਆਨ ਸ਼ਰਾਬ ਜ਼ਰੂਰ ਪੀਂਦਾ ਹੈ, ਉਂਝ ਉਸ 'ਚ ਕੋਈ ਖੋਟ ਨਹੀਂ। ਧੀ ਭੈਣ ਦੀ ਇੱਜ਼ਤ ਤਾਂ ਸਾਂਝੀ ਮਜਾਲ ਹੈ। ਕੋਈ ਹੋਰ ਵੀ ਉੱਚੀ ਅੱਖ ਕਰਕੇ ਝਾਕ ਜੇ ਉਹਦੇ ਹੁੰਦਿਆਂ, ਉਹ ਤਾਂ ਦੇਵਤਾ ਬੰਦਾ। ਇਹ ਸ਼ਰਾਬ ਦਾ ਖਬਰ ਨਹੀਂ ਪਿਛਲੇ ਜਨਮ ਦਾ ਕਿੱਥੋਂ ਵੱਟਾ ਲੈ ਗਿਆ। ਉਹਦੀ ਕੀ ਰੀਸ ਕਰ ਲੂ ਕੋਈ। ਚਮਾਰਾਂ ਦੀ ਬੁੜੀ ਨੂੰ ਵੀ ਮਿਲੂ ਤਾਂ ਆਖੂ, ਅੰਮਾ ਮੱਥਾ ਟੇਕਦਾ, ਹੋਰ ਗਰੀਬ ਗੁਰਬੇ ਦਾ ਇੰਨਾ ਖਿਆਲ ਰੱਖਦਾ, ਮਾਰ ਕੇ ਸਿਆਮੋ ਆਖ ਰਹੀ ਸੀ। ਕੁਝ ਚਿਰ ਮਗਰੋਂ ਟਿਕ ਟਕਾ ਹੋਏ ਤੋਂ ਘਰ ਦੀ ਮਾਲਕਣ ਸਰਦਾਰਨੀ ਤੇ ਪਮਾਲ ਵਾਲੇ ਭੂਆ ਜੀ ਮਲਕ ਮਲਕ ਉੱਪਰ ਆਏ। ਹੌਲੀ ਦੇ ਕੇ ਬਾਹਰ ਖੁਲਵਾਇਆ। ਦੀਪ ਜਾਗਦੀ ਹੈ? ਪਮਾਲ ਵਾਲੇ ਭੂਆ ਜੀ ਨੇ ਮੈਨੂੰ ਪਰਲੇ ਪਾਸੇ ਮੂੰਹ ਕਰੀ ਪਈ ਨੂੰ ਦੇਖ ਕੇ ਪੁੱਛਿਆ। ਕਾਕਾ ਜੀ ਕਿੱਥੇ ਨੇ? ਸਿਆਮੋ ਨੇ ਬੇਧਿਆਨੀ ਪੁੱਛ ਲਿਆ। ਉਹ ਤਾਂ ਪੈ ਗਿਆ ਹੋਊ ਕਿਸੇ ਦੇ ਘਰ ਜਾ ਕੇ। ਉਹਦਾ ਤਾਂ ਬਾਹਲਾ ਹੀ ਦਿਲ ਪਤਲਾ ਹੈ। ਜਦੋਂ ਉਹਦੇ ਬਾਪੂ ਜੀ ਲੜਦੇ ਝਗੜਦੇ ਨੇ ਕਿਸੇ ਨਾਲ, ਉਹ ਤਾਂ ਅੱਖ ਬਚਾ ਕੇ ਟਿੱਬ ਜਾਂਦਾ ਹੈ। ਹੁਣ ਤਾਂ ਕੱਲ੍ਹ ਨੂੰ ਹੀ ਥਿਆਊ ਕਿਤੇ, ਸਰਦਾਰਨੀ ਨੇ ਦੱਸਿਆ। ਹੈ, ਹੁਣ ਤਾਂ ਉਹ ਸੁੱਖ ਨਾਲ ਜਵਾਨ ਹੈ। ਅੱਗੋਂ ਰੋਕਿਆ ਕਰੇ ਆਪਣੇ ਬਾਪੂ ਜੀ ਨੂੰ, ਤੁਹਾਨੂੰ ਵੀ ਸਗੋਂ ਤਪਾਉਂਦਾ, ਭੂਆ ਜੀ ਨੇ ਆਖਿਆ। ਰੋਕਣਾ ਕੀ ਹੈ, ਉਹਦਾ ਤਾਂ ਜਮਾ ਹੀ ਕੁੜੀਆਂ ਵਰਗਾ ਜੀ ਹੈ। ਮੈਂ ਰੋਊਂ ਕਦੇ ਤਾਂ ਮੇਰੇ ਨਾਲ ਹੀ ਰੋਣ ਬੈਠ ਜੂ। ਛੋਟਾ ਹਾਲੇ ਤੇਜ਼ ਹੈ। ਪਿੱਛੇ ਜੇ ਲੜਕੇ ਕਿਤੇ ਛੋਟੇ ਨੇ ਹਾਕੀ ਮਾਰੀ ਸਿਰ 'ਚ, ਕੰਗੇ ਦੇ 2 ਦੰਦੇ ਟੁੱਟ ਗਏ ਸਿਰ ਦੇ ਵਿੱਚ ਹੀ। ਉਹਨੂੰ ਨਹੀਂ ਕੁਛ ਆਖਿਆ ਗਿਆ। ਪਿਓ ਨੂੰ ਤਾਂ ਕੀ ਆਖੂ, ਸਤਿਆਵਾਨ ਬਹੁਤਾ ਹੀ ਸਾਊ ਹੈ, ਸਰਦਾਰਨੀ ਨੇ ਜਵਾਬ ਦਿੱਤਾ। ਐਉਂ ਕਰੋ, ਹੇਠਲੇ ਕਮਰੇ 'ਚ ਚੱਲ ਰਹੋ। ਇੱਥੇ ਰਾਤ ਨੂੰ ਫੇਰ ਨਾ ਘਮਸਾਨ ਪਾਉਂਦੇ ਫਿਰਨ ਸ਼ਰਾਬੀਆਂ
ਅੰਨਿਆਂ ਹੋਇਆਂ ਦਾ ਕੀ ਪਤਾ ਲੱਗਦਾ, ਪਮਾਲ ਵਾਲੇ ਭੂਆ ਜੀ ਨੇ ਆਖਿਆ। ਤੁਹਾਡਾ ਬੀਬੀ ਜੀ ਇੰਨਾ ਵੀ ਡਰ ਨਹੀਂ, ਭੂਆ ਜੀ ਨੇ ਪਮਾਲ ਵਾਲੇ ਭੂਆ ਜੀ ਨੂੰ ਕਿਹਾ। ਸ਼ਰਾਬੀ ਹੋਇਆਂ ਨੂੰ ਹੁਣ ਕੀ ਪਤਾ ਲੱਗਦਾ, ਕੱਲ ਨੂੰ ਕਿਸੇ ਨੂੰ ਚੇਤੇ ਵੀ ਨਹੀਂ ਹੋਣਾ ਵੀ ਰਾਤ ਕੀ ਝੱਜੂ ਪਾਉਂਦੇ ਸੀ। ਹੇਠਾਂ ਹੀ ਚੱਲ ਰਹੋ। ਹੇਠਾਂ ਕਮਰੇ 'ਚ ਬਿਸਤਰੇ ਲੱਗੇ ਸਨ। ਵਕਤ ਇੱਕ ਤੋਂ ਉੱਤੇ ਟੱਪ ਗਿਆ ਸੀ। ਕੁਝ ਚਿਰ ਬੈਠ ਕੇ ਸਰਦਾਰਨੀ ਆਪਣੇ ਕਮਰੇ 'ਚ ਚਲੀ ਗਈ। ਸਿਆਮੋ ਸ਼ਾਇਦ ਇੰਨੀ ਦੇਰ ਤੱਕ ਜਾਗੀ ਨਹੀਂ ਸੀ, ਕਦੇ ਉਹ ਝੱਟ ਹੀ ਸੌਂ ਗਈ। ਮੈਂ ਫੇਰ ਮੂੰਹ ਦੂਜੇ ਪਾਸੇ ਕੰਧ ਵੱਲ ਕਰਕੇ ਪੈ ਗਈ। ਪਮਾਲ ਵਾਲੇ ਭੂਆ ਜੀ ਇੱਕ ਵਾਰੀ ਉੱਠ ਕੇ ਬਾਹਰ ਫਿਰ ਤੁਰ ਕੇ ਦੇਖ ਕੇ ਆਏ। ਇੰਨੇ ਨੂੰ ਉਹਨਾਂ ਸਮਝਿਆ ਮੈਂ ਸੌਂ ਗਈ ਹਾਂ। ਉਹਨਾਂ ਦਰਵਾਜ਼ਾ ਅੰਦਰੋਂ ਬੰਦ ਕਰਕੇ ਭੂਆ ਜੀ ਦੇ ਕੋਲ ਉਹਨਾਂ ਦੇ ਮੰਜੇ 'ਤੇ ਆ ਕੇ ਬੈਠ ਗਏ। ਬੀਬੀ ਜੀ, ਜੇ ਦੀਪ ਦੇ ਪਿਓ ਨੂੰ ਤੇ ਫੁੱਫੜ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਿਆ, ਮੈਨੂੰ ਤਾਂ ਜਿਉਂਦੀ ਨਹੀਂ ਛੱਡਣਾ, ਭੂਆ ਜੀ ਨੇ ਦੱਬਵੀਂ ਆਵਾਜ਼ 'ਚ ਪਮਾਲ ਵਾਲੇ ਭੂਆ ਜੀ ਨੂੰ ਆਖਿਆ। ਭਾਬੀ, ਮੈਂ ਤੇਰੇ ਮੂਹਰੇ ਹੱਥ ਬੰਨ੍ਹਦੀ ਹਾਂ, ਇਸ ਗੱਲ ਦੀ ਗਾਹਾਂ ਭਾਫ ਨਾ ਨਿਕਲੇ। ਤੂੰ ਕਹੇ ਤਾਂ ਮੈਂ ਤੇਰੇ ਪੈਰੀਂ ਝੋਨਾ ਧਰ ਦਿੰਦੀ ਹਾਂ। ਨਾਲੇ ਉਹ ਤਾਂ ਸ਼ਰਾਬੀ ਹੋਇਆ ਊਂ ਹੀ ਬਕਦਾ ਸੀ, ਉਹਨੂੰ ਕਿਹੜੀ ਸੁਰਤ ਸੀ। ਲੈ ਜਾਣ ਦਿਓ ਬੀਬੀ ਜੀ, ਕੌਣ ਕਹਿੰਦਾ ਸ਼ਰਾਬੀਆਂ ਨੂੰ ਸੁਰਤ ਹੀ ਨਹੀਂ ਹੁੰਦੀ। ਜੇ ਸੁਰਤ ਨਹੀਂ ਹੁੰਦੀ ਫਿਰ ਉਹ ਮਾਂ ਭੈਣ ਨੂੰ ਕਿਉਂ ਨਹੀਂ ਕੁਛ ਆਖ ਦਿੰਦੇ। ਤੁਹਾਡਾ ਖਿਆਲ ਹੈ ਉਹ ਇਹੀ ਭੁੱਲ ਗਏ ਵੀ ਵਿਆਹ ਉਹਨਾਂ ਦਾ ਹੋਇਆ ਜਾਂ ਉਹਨਾਂ ਦੇ ਮੁੰਡੇ ਦਾ। ਪਰ ਹੁਣ ਤਾਂ ਇਸ ਗੱਲ 'ਤੇ ਮਿੱਟੀ ਪਾਈਓ ਠੀਕ ਹੈ। ਹੁਣ ਤਾਂ ਮਿੱਟੀ ਪੈ ਜੂ, ਪਰ ਕੱਲ੍ਹ ਨੂੰ ਕੁੜੀ ਨੇ ਇੱਥੇ ਨਹੀਂ ਰਹਿਣਾ, ਫਿਰ ਕਿਵੇਂ ਗੁਜ਼ਾਰਾ ਹੋਊ। ਭੂਆ ਜੀ ਪੁੱਛ ਰਹੇ ਸਨ। ਅਜੇ 1-2 ਸਾਲ ਨਹੀਂ ਲਿਆਵਾਂਗੇ, ਹੈ ਵੀ ਅਜੇ ਨਿਆਣੀ, ਇੰਨੇ ਨੂੰ ਕਰਾਂਗੇ ਕੋਈ ਹੀਲਾ, ਨਹੀਂ ਤਾਂ ਮੈਂ ਲੁਧਿਆਣੇ ਆਪਣੀ ਕੋਠੀ 'ਚ ਆਪਣੇ ਕੋਲ ਲੈ ਜੂ ਦੋਨਾਂ ਨੂੰ, ਛੱਡਦੀ ਹੋਈ ਨਹੀਂ ਇੱਥੇ। ਪਰ ਐਉਂ ਬੀਬੀ ਜੀ, ਤੁਸੀਂ ਕਦ ਕੁ ਥਾਈਂ ਰਾਖੀ ਬੈਠੇ ਰਹੋਗੇ। ਇਹ ਤਾਂ ਗੱਲ ਕਸੂਤੀ ਹੋ ਗਈ, ਉਹਨਾਂ ਨੂੰ ਪਤਾ ਲੱਗੂ ਤਾਂ ਮੇਰੇ ਝਾਟੇ ਨੂੰ ਚੰਬੜਨਗੇ। ਭੂਆ ਜੀ ਬੋਲੇ। ਤੂੰ ਭਾਬੀ ਫਿਕਰ ਨਾ ਕਰ, ਮੇਰਾ ਹੋਰ ਕੌਣ ਹੈ, ਨਾ ਧੀ ਨਾ ਪੁੱਤ। ਮੈਂ ਇਹਨਾਂ ਨੂੰ ਕੋਠੀਆਂ ਜਿੱਥੇ ਆਖਣਗੇ ਅੱਡ ਪਾ ਦੂੰ। ਘਰ ਦੀਆਂ ਬੱਸਾਂ ਨਹੀਂ, ਇਸ ਬਹਾਨੇ ਕਾਕੇ ਨੂੰ ਕੰਮ ਤਾਂ ਲਾ ਦਿਆਂਗੇ, ਇੱਥੇ ਰਹਿਣਗੇ ਹੀ ਫਿਰ ਕਾਹਨੂੰ। ਮੈਂ ਤਾਂ ਬਥੇਰਾ ਆਖ ਹਟੀ ਵੀ ਗਾਹਾਂ ਪੜ੍ਹ ਲੈ, ਗਾਹਾਂ ਪੜ੍ਹ ਲੈ, ਪਰ ਛੋਟੇ ਨੇ ਤਾਂ 12ਵੀਂ ਪਾਸ ਕਰ ਲਈ, ਇਹ ਤਾਂ 10ਵੀਂ ਕਰਕੇ ਹਟ ਗਿਆ। ਨਾਲੇ ਮਾਵਾਂ ਤੋਂ ਬਾਹਰੇ ਬੱਚਿਆਂ ਦਾ ਕੌਣ ਇੰਨਾ ਖਿਆਲ ਕਰਦਾ। ਹੁੰਦੀ ਨਾ ਅੱਜ ਮਾਂ ਜਿਉਂਦੀ। ਗੱਲਾਂ ਹੋ ਰਹੀਆਂ ਸਨ, ਪਰ ਮੈਨੂੰ ਕੋਈ ਦਿਲਚਸਪੀ ਨਹੀਂ ਸੀ। ਪਤਾ ਨਹੀਂ ਕਦੋਂ ਨੀਂਦ ਆ ਗਈ। ਸਵੇਰੇ ਭੂਆ ਜੀ ਨੇ ਜਗਾਇਆ। ਨੌਕਰ ਚਾਹ ਲਈ ਖੜਾ ਸੀ। ਨਹਾ ਕੇ ਕੱਲ੍ਹ ਵਾਲੇ ਕੱਪੜੇ ਮੈਂ ਫੇਰ ਪਾ ਲਏ। ਹੋਰ ਸਭ ਕੱਪੜੇ ਪੱਕੇ ਮੇਚੇ ਦੇ ਹੋਣ ਕਰਕੇ ਕੋਈ ਮੇਰੇ ਮੇਚਦਾ ਨਹੀਂ ਸੀ। ਭੂਆ ਜੀ ਚਾਹੁੰਦੇ ਸਨ ਇਹਨਾਂ ਨੂੰ ਪਤਾ ਲੱਗੇ ਰਾਤ ਵਾਲੀਆਂ ਗੱਲਾਂ ਦਾ ਉਹਨਾਂ ਬੁਰਾ ਮਨਾਇਆ, ਇਸ ਲਈ ਉਹਨਾਂ ਨੇ ਫੁੱਫੜ ਜੀ ਨੂੰ ਬੁਲਾ ਕੇ ਆਖਿਆ ਵੀ ਛੇਤੀ ਵਾਪਸ ਚੱਲਣਾ। ਸਮਾਨ ਵਿੱਚੋਂ ਕੁਝ ਵੀ ਲੈ ਕੇ ਜਾਣ ਦੀ ਲੋੜ ਨਹੀਂ, ਸਿਰਫ ਕੱਪੜਿਆਂ ਵਾਲਾ ਬਕਸਾ ਲੈ ਜਾਇਆ ਜਾ ਸਕਦਾ। ਪਰ ਉਹ ਵੀ ਕੀ ਕਰਨਾ ਸੀ, ਕੱਪੜੇ ਕਿਹੜਾ ਮੇਰੇ ਮੇਚਦੇ ਸਨ। ਤੁਰਨ ਤੋਂ ਪਹਿਲਾਂ ਭੂਆ ਜੀ ਨੇ ਸਾਰੀਆਂ ਚਾਬੀਆਂ ਦਾ ਗੁੱਛਾ ਸਿਆਮੋ ਤੋਂ ਲੈ ਕੇ ਪਮਾਲ ਵਾਲੇ ਭੂਆ ਜੀ ਨੂੰ ਇਹ ਆਖ ਕੇ ਫੜਾ ਦਿੱਤਾ ਕਿ ਨਾਲ ਲਿਜਾ ਕੇ ਕੀ ਕਰਨਾ, ਵਾਧੂ ਭਾਰ। ਪਰ ਪਿੱਛੋਂ ਉਹਨਾਂ ਮੈਨੂੰ ਦੱਸਿਆ ਚਾਬੀਆਂ ਅਗਲਿਆਂ ਕੋਲ ਹੋਣਗੀਆਂ ਤਾਂ ਅਗਲਿਆਂ ਦੀ ਜ਼ਿੰਮੇਵਾਰੀ ਹੋਊ। ਦੁਪਹਿਰ ਤੋਂ ਪਹਿਲਾਂ ਅਸੀਂ ਪਟਿਆਲੇ ਨੂੰ ਮੁੜ ਪਏ। ਕਾਰ 'ਚ ਉਸੇ ਤਰ੍ਹਾਂ ਪਿਛਲੀ ਸੀਟ ਉੱਤੇ ਮੈਂ, ਭੂਆ ਜੀ ਤੇ ਸਿਆਮੋ ਸੀ, ਅਗਲੀ ਸੀਟ ਉੱਤੇ ਫੁੱਫੜ ਜੀ ਤੇ ਡਰਾਈਵਰ ਸਨ। ਅੰਗ 19ਵਾਂ। ਸੋਮਵਾਰ ਨੂੰ ਇੱਕ ਦਿਨ ਗੈਰ ਹਾਜ਼ਰ ਰਹਿਣ ਮਗਰੋਂ ਮੰਗਲਵਾਰ ਨੂੰ ਮੈਂ ਜਦੋਂ ਸਕੂਲ ਗਈ ਤਾਂ ਰਣਜੀਤ ਨਾਰਾਜ਼ ਸੀ ਕਿ ਆਪਾਂ ਬਾਸਕਟਬਾਲ ਦੇ ਮੈਚ ਦੀ ਪ੍ਰੈਕਟਿਸ ਕਰਨੀ ਸੀ। ਕੱਲ੍ਹ ਆਈ ਕਿਉਂ ਨਾ, ਇਸ ਵਾਰੀ ਆਪਾਂ ਗੁਰਬਖਸ਼ ਭੈਣ ਜੀ ਦੀ ਟੀਮ ਨੂੰ ਹਰਾ ਦੇਣਾ। ਮੈਂ ਜਦੋਂ ਕੋਈ ਉੱਤਰ ਨਾ ਦਿੱਤਾ ਤਾਂ ਆਪ ਹੀ ਮੇਰੇ ਮੂੰਹ ਵੱਲ ਤੱਕ ਕੇ ਬੋਲੀ, ਬਿਮਾਰ ਸੀ। ਮੈਂ ਜਦੋਂ ਫਿਰ ਵੀ ਕੋਈ ਉੱਤਰ ਨਾ ਦਿੱਤਾ ਤਾਂ ਪੁੱਛਣ ਲੱਗੀ, ਨਾਰਾਜ਼ ਹੈ। ਇੰਨੇ ਨੂੰ ਸਾਹਮਣੇ ਉਹ ਕਸ਼ਮੀਰ ਆਉਂਦੀ ਦੀ ਸੀ। ਕੋਲ ਆ ਕੇ ਆਖਣ ਲੱਗੀ, ਤੁਹਾਡੇ ਘਰ ਕਿਸੇ ਦਾ ਵਿਆਹ ਸੀ। ਬੜੀਆਂ ਰੌਣਕਾਂ ਸੀ। ਅਸੀਂ ਭਦੌੜੀਆਂ ਵੱਲ ਗਏ ਸੀ। ਰਾਹ 'ਚ ਦੇਖਿਆ ਬੜੇ ਸ਼ਮਿਆਨੇ ਲੱਗੇ ਹੋਏ ਸੀ ਤੁਹਾਡੀ ਕੋਠੀ ਮੂਹਰੇ। ਗੱਲ ਸੁਣ ਕੇ ਮੇਰਾ ਦਿਲ ਧੱਕ ਧੱਕ ਕਰਨ ਲੱਗ ਪਿਆ, ਮੂੰਹ ਸੁੱਕਦਾ ਪ੍ਰਤੀਤ ਹੋਇਆ। ਜਾ ਕੇ ਨਲਕੇ ਤੋਂ ਪਾਣੀ ਪੀਣ ਲੱਗ ਪਈ। ਮੈਂ ਸੋਚਿਆ ਕਿਤੇ ਤੇਰਾ ਹੀ ਵਿਆਹ ਹੋ ਰਿਹਾ। ਹਰਬਖਸ਼ ਨੇ ਗੱਲ ਅਖਾਂ ਤੋਰੀ। ਰਣਜੀਤ ਇੱਕ ਵਾਰੀ ਮੇਰੇ ਵੱਲ ਝਾਕੀ, ਫਿਰ ਹਰਬਖਸ਼ ਨੂੰ ਖਿੱਚ ਕੇ ਪਈ, ਤੈਨੂੰ ਸਾਰਾ ਦਿਨ ਵਿਆਹਾਂ ਦੇ ਹੀ ਸੁਪਨੇ ਆਉਂਦੇ ਰਹਿੰਦੇ ਨੇ। ਇਹ ਤਾਂ ਬਿਮਾਰ ਸੀ, ਦਿਸਦਾ ਨਹੀਂ, ਮੂੰਹ ਪੀਲਾ ਹੋਇਆ ਪਿਆ। ਵਿਆਹ ਨਾਲੇ ਕੋਈ ਇਉਂ ਹੀ ਹੋ ਜਾਂਦੇ ਨੇ। ਉਸ ਵੇਲੇ ਮੇਰਾ ਮਨ ਕਰੇ ਜੇ ਕਿਧਰੇ ਧਰਤੀ ਵੇਲ ਦੇ ਦੇਵੇ, ਮੈਂ ਵਿੱਚੇ ਹੀ ਨਿੱਘਰ ਜਾਵਾਂ। ਨਾ ਮੈਂ ਹਰਬਖਸ਼ ਦੀ ਗੱਲ ਦਾ ਕੋਈ ਜਵਾਬ ਦੇ ਰਹੀ ਸੀ ਤੇ ਨਾ ਹੀ ਰਣਜੀਤ ਦੀ ਗੱਲ ਦਾ। ਮੈਂ ਸਿਰਫ ਆਪਣੇ ਆਪ ਨੂੰ ਪੁੱਛ ਰਹੀ ਸੀ, ਇਹ ਵਿਆਹ ਕੀ ਹੁੰਦਾ। ਘਰ ਦੇ ਮਾਹੌਲ 'ਚ ਜਿਹੜਾ ਇੱਕ ਭੁਚਾਲ ਜਿਹਾ ਆਇਆ ਸੀ, ਲੰਘ ਗਿਆ। ਘਰ ਦੀ ਜ਼ਿੰਦਗੀ ਫਿਰ ਉਸੇ ਰੌਂ ਉਸੇ ਰਫ਼ਤਾਰ ਤੁਰਨ ਲੱਗੀ, ਬਸ ਜਿਵੇਂ ਕਿਸੇ ਨੇ ਤਲਾਬ ਦੇ ਖੜੇ ਪਾਣੀ 'ਚ ਪੱਥਰ ਵਗਾਹ ਮਾਰਿਆ ਹੋਵੇ। ਪਾਣੀ ਹਿੱਲਿਆ, ਕੰਬਿਆ, ਲਹਿਰਾਂ ਉੱਠੀਆਂ, ਕੰਢਿਆਂ ਨਾਲ ਟਕਰਾ ਕੇ ਸਹਿਜੇ ਸਹਿਜੇ ਪਰਤ ਗਈਆਂ। ਪਾਣੀ ਦੀ ਸਤ੍ਹਾ ਵਿੱਚ ਫਿਰ ਸਹਿਜ ਡੋਲ ਹੋ ਗਈ।
ਪਰ ਧੁਰ ਥੱਲੇ ਤਹਿ 'ਚ ਪਿਆ ਪੱਥਰ ਇੱਕ ਹਕੀਕਤ ਸੀ ਤੇ ਮੇਰੇ ਮਨ ਨਾਲ ਹਰਤੇ ਕਰਤੇ ਟਕਰਾ ਜਾਂਦਾ। ਇਸ ਟਕਰਾਉਣ ਨਾਲ ਪਤਾ ਨਹੀਂ ਕੀ ਟੁੱਟ ਭੱਜ ਜਾਂਦਾ ਕਿ ਟੁੱਟੀਆਂ ਕੀਚਰਾਂ ਵੇਲੇ ਕੁ ਵੇਲੇ ਲਹੂ ਲੁਹਾਨ ਕਰ ਜਾਂਦੀਆਂ। ਪਰ ਇਹ ਸਭ ਕੁਝ ਨਾ ਕਿਸੇ ਨੂੰ ਦਿਸਦਾ ਸੀ ਨਾ ਸੁਣਦਾ ਸੀ। ਬੜੇ ਦਿਨਾਂ ਮਗਰੋਂ ਗੁਰਬਖਸ਼ ਭੈਣ ਜੀ ਨੇ ਅੱਧੀ ਛੁੱਟੀ ਵੇਲੇ ਮੈਨੂੰ ਕੋਠੇ 'ਤੇ ਸੱਦਿਆ। ਜਦੋਂ ਮੈਂ ਗਈ ਉਹਨਾਂ ਨਾਵਲ ਪਰਾਂ ਰੱਖ ਕੇ ਮੈਨੂੰ ਕੋਲ ਬੈਠ ਜਾਣ ਨੂੰ ਆਖਿਆ। ਮੇਰਾ ਫੇਰ ਦਿਲ ਧੜਕਣ ਲੱਗ ਪਿਆ ਕਿ ਕਿਧਰੇ ਉਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ। ਤੇਰੀ ਤਬੀਅਤ ਤਾਂ ਠੀਕ ਹੈ? ਉਹਨਾਂ ਪੁੱਛਿਆ। ਪਤਾ ਨਹੀਂ ਉਹਨਾਂ ਦੇ ਇਹ ਪੁੱਛਣ ਤੋਂ ਮੈਨੂੰ ਰੋਣਾ ਕਿਉਂ ਆ ਗਿਆ। ਤੂੰ ਤਾਂ ਬਹੁਤ ਅੱਛੀ ਲੜਕੀ ਹੈ, ਕੱਲ ਕੀ ਹੋ ਗਈ? ਉਹਨਾਂ ਮੇਰੇ ਮੋਢੇ 'ਤੇ ਹੱਥ ਰੱਖ ਕੇ ਪੁੱਛਿਆ। ਮੇਰੀਆਂ ਅੱਖਾਂ 'ਚੋਂ ਚੁੱਪਚਾਪ ਹੰਝੂ ਖਿੜਦੇ ਰਹੇ। ਤੇਰੀ ਸ਼ਾਦੀ ਹੋ ਗਈ ਨਾ? ਮੈਂ ਹਾਂ ਸਿਰ ਹਿਲਾਇਆ। ਤਾਂ ਕੀ ਹੋ ਗਿਆ ਫਿਰ? ਸ਼ਾਦੀ ਤਾਂ ਸਾਰੀਆਂ ਲੜਕੀਆਂ ਦੀ ਹੋਣੀ ਹੁੰਦੀ ਹੈ, ਇਸ 'ਚ ਘਬਰਾਉਣ ਵਾਲੀ ਕਿਹੜੀ ਗੱਲ ਹੈ? ਮੈਂ ਤਾਂ ਪੜ੍ਹਨਾ ਸੀ। ਰੋਣ ਦਾ ਹੋਰ ਕੋਈ ਕਾਰਨ ਲੱਭਦਾ ਨਾ ਦੇਖ ਕੇ ਮੈਂ ਆਖਿਆ, ਠੀਕ ਹੈ, 10ਵੀਂ ਤੋਂ ਪਹਿਲਾਂ ਤਾਂ ਨਹੀਂ ਕਿ ਤੇਰੇ ਘਰ ਦੇ ਹਟਾਉਣ ਲੱਗੇ। ਇਹਦਾ ਮਤਲਬ ਹੈ 2 ਸਾਲ ਤਾਂ ਤੂੰ ਪੜ੍ਹੇਂਗੀ। ਪਤਾ ਨਹੀਂ, ਮੈਂ ਆਖਿਆ। ਹੋਰ ਐਡੀ ਛੋਟੀ ਜੀ ਨੂੰ ਥੋੜ੍ਹੇ ਭੇਜ ਦੇਣਗੇ ਸਹੁਰੇ। ਪਰ ਤੁਸੀਂ ਇਹ ਗੱਲ ਕੁੜੀਆਂ ਨੂੰ ਨਾ ਦੱਸਣਾ, ਮੈਂ ਜਿਵੇਂ ਤਰਲੇ ਨਾਲ ਆਖਿਆ। ਕੁੜੀਆਂ ਨੂੰ ਸਭ ਪਤਾ ਹੈ, ਪਰ ਇਸ 'ਚ ਘਬਰਾਉਣ ਵਾਲੀ ਕਿਹੜੀ ਗੱਲ ਹੈ? ਤੂੰ ਐਡਾ ਡਰਦੀ ਕਿਉਂ ਹੈ? ਤੂੰ ਐਡੀ ਉਦਾਸ ਜੀ ਕਿਉਂ ਤੁਰੀ ਫਿਰਦੀ ਰਹਿੰਦੀ ਹੈ? ਹੌਲੀ ਹੌਲੀ ਸਭ ਦੇ ਵਿਆਹ ਹੋ ਜਾਣੇ ਨੇ ਤੇ ਸਰਦੀਆਂ 'ਚ ਨੀਰਾ ਦੇ ਭਰਾ ਨਾਲ ਮੇਰਾ ਵਿਆਹ ਹੋਣ ਵਾਲਾ, ਗੁਰਬਖਸ਼ ਭੈਣ ਜੀ ਨੇ ਸਮਝਾਇਆ। ਵਾਪਸ ਆ ਕੇ ਮੈਂ ਸੁਖਦੇਵ, ਕਸ਼ਮੀਰ, ਹਰਬਖਸ਼, ਅਵਨਾਸ਼, ਸ਼ੀਲ, ਸਵਿੰਦਰ, ਜੀਤ, ਰਣਜੀਤ ਸਭ ਦੇ ਮੂੰਹ ਵੱਲ ਤੱਕਦੀ ਰਹੀ ਤੇ ਮੈਨੂੰ ਲੱਗਿਆ ਇਹਨਾਂ ਨੂੰ ਸਭ ਨੂੰ ਪਤਾ ਹੈ ਤੇ ਮੇਰੀ ਖਾਤਰ ਉਹਨਾਂ ਨੇ ਕਦੇ ਇਸ ਗੱਲ ਨੂੰ ਚਿਤਾਰਿਆ ਨਹੀਂ। ਉਹਨਾਂ ਨੇ ਮੈਨੂੰ ਜੋ ਮੈਂ ਹਾਂ ਪ੍ਰਵਾਨ ਕਰ ਲਿਆ ਹੋਇਆ, ਉਹਨਾਂ ਸਿੱਧੇ ਜਾਂ ਟੇਢੇ ਢੰਗ ਨਾਲ ਕਦੇ ਇਸ ਗੱਲ ਵੱਲ ਸੰਕੇਤ ਨਾ ਕੀਤਾ, ਜਿਸ ਗੱਲ ਨੂੰ ਮੈਂ ਇੱਕ ਭੈੜੇ ਸੁਪਨੇ ਵਾਂਗ ਭੁਲਾ ਦਿੱਤਾ ਹੋਇਆ ਸੀ। ਭੂਆ ਜੀ ਨੇ ਵਾਪਸ ਆ ਕੇ ਪਤਾ ਨਹੀਂ ਕੀ ਕੁਝ ਦੱਸਿਆ ਸੀ ਤੇ ਕੀ ਕੁਝ ਨਹੀਂ ਸੀ ਦੱਸਿਆ ਕਿ ਕੋਈ ਇਸ ਬਾਰੇ ਗੱਲ ਨਹੀਂ ਸੀ ਕਰਦਾ। ਦਿਨ, ਮਹੀਨੇ, ਵਰ੍ਹੇ ਲੰਘਣ ਲੱਗੇ। ਮੈਂ 10ਵੀਂ ਵੀ ਪਾਸ ਕਰ ਲਈ। ਮਿਸ ਟਿਵਾਣਾ ਆਗੇ ਪੜ੍ਹੋਗੀ ਕਾਲਜ ਵਿੱਚ? ਮਿਸ ਸੇਨ ਭੈਣ ਜੀ ਨੇ ਜਦੋਂ ਆਖਿਆ ਤਾਂ ਮੈਨੂੰ ਜਿਵੇਂ ਤੇਲੀ ਜੀ ਆ ਗਈ। ਮੈਂ ਆਖਣਾ ਚਾਹੁੰਦੀ ਸੀ, ਮਿਸ ਸੇਨ ਭੈਣ ਜੀ, ਹੁਣ ਮੈਂ ਮਿਸ ਟਿਵਾਣਾ ਨਹੀਂ ਤੇ ਹੋਰ ਮੈਂ ਕੌਣ ਹਾਂ? ਮੈਂ ਕਿੰਨੀ ਵਾਰ ਆਪਣੇ ਆਪ ਕੋਲੋਂ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਮੈਨੂੰ ਲੱਗਿਆ ਮੈਂ ਕੋਈ ਨਹੀਂ। ਇਸੇ ਕਾਰਨ ਜਦੋਂ ਕੋਈ ਮੈਨੂੰ ਮਿਸ ਟਿਵਾਣਾ ਆਖਦਾ ਤਾਂ ਮੈਨੂੰ ਲੱਗਦਾ ਮੈਂ ਝੂਠ ਜਿਉਂ ਰਹੀ ਹਾਂ, ਆਪਣੇ ਆਪ ਤੋਂ ਪਾਰ ਲੰਘ ਕੇ ਜਿਉਣ ਦਾ। ਇਸ ਵੇਲੇ ਮੈਨੂੰ ਬਸ ਇੱਕੋ ਤਰੀਕਾ ਪਤਾ ਸੀ, ਉਹ ਸੀ ਕਿਤਾਬ ਪੜ੍ਹਦਿਆਂ ਕਿਤਾਬ ਦੇ ਪਾਤਰਾਂ 'ਚ ਗੁੰਮ ਹੋ ਜਾਣਾ, ਆਪਣਾ ਆਪ ਭੁੱਲ ਕੇ ਕਿਸੇ ਪਾਤਰ ਦੀ ਜ਼ਿੰਦਗੀ ਜਿਉਣ ਲੱਗ ਜਾਣਾ ਤੇ ਹੌਲੀ ਹੌਲੀ ਮੈਂ ਆਪਣੇ ਆਪ ਤੋਂ ਪਾਰ ਖੜੋ ਕੇ ਆਪਣੇ ਆਪ ਨੂੰ ਤੁਰੀ ਫਿਰ ਰਹੀ ਵੇਖ ਰਹੀ ਸੀ। ਇਹਨਾਂ ਦਿਨਾਂ 'ਚ ਯਥਾਰਥ ਤੇ ਕਲਪਨਾ ਵਿਚਲੀ ਲਕੀਰ ਬਹੁਤ ਧੁੰਦਲੀ ਹੋ ਗਈ ਸੀ। ਇਸੇ ਕਾਰਨ ਮੈਂ ਮਰ ਚੁੱਕੇ ਬਾਬਾ ਜੀ ਨੂੰ ਖੱਤ ਲਿਖਿਆ ਤੇ ਉਲਾਂਭਾ ਵੀ ਦਿੱਤਾ ਕਿ ਉਹਨਾਂ ਨੇ ਮੈਨੂੰ ਸੱਚ ਕਿਉਂ ਨਹੀਂ ਸੀ ਦੱਸਿਆ ਕਿ ਮੈਨੂੰ ਉਹਨੇ ਕਿਸੇ ਤੋਂ ਲਿਆ ਸੀ, ਗੱਡੀਆਂ ਵਾਲੀ ਤੋਂ 2 ਸੇਰ ਦਾਣਿਆਂ ਵੱਟੇ। ਤੇ ਮੈਂ ਇਹ ਵੀ ਲਿਖਿਆ ਸੀ, ਮੈਂ ਆਪਣੇ ਗੱਡੀਆਂ ਵਾਲੇ ਮਾਪਿਆਂ ਕੋਲ ਜਾਣਾ ਚਾਹੁੰਦੀ ਹਾਂ ਤੇ ਮੈਨੂੰ ਲਿਖ ਭੇਜੋ ਕਿੱਧਰ ਨੂੰ ਗਏ ਨੇ। ਜੇ ਉਹ ਮੈਨੂੰ ਮਿਲ ਜਾਣ ਤਾਂ ਮੈਂ ਉਹਨਾਂ ਨੂੰ ਆਪਣੀ ਕੀ ਨਿਸ਼ਾਨੀ ਦੱਸਾਂ ਕਿ ਉਹ ਮੈਨੂੰ ਪਹਿਚਾਣ ਲੈਣ। ਖੱਤ ਲਿਖ ਲਿਆ, ਲਿਫਾਫੇ 'ਚ ਬੰਦ ਕਰ ਲਿਆ, ਪਰ ਸਮਝ ਨਾ ਲੱਗੇ ਭੇਜਾਂ ਕਿਸ ਪਤੇ 'ਤੇ। ਫਿਰ ਬਾਬਾ ਜੀ ਦਾ ਸਿਰਫ ਨਾਂ ਲਿਖ ਕੇ ਉਹ ਖੱਤ ਡਾਕਖਾਨੇ ਪਾ ਦਿੱਤਾ ਕਿ ਜਿੱਥੇ ਕਿਤੇ ਵੀ ਹੋਏ ਖੱਤ ਪਹੁੰਚ ਜਾਏਗਾ। ਉਹਨਾਂ ਨੂੰ ਤਾਂ ਸਾਰੇ ਜਾਣਦੇ ਨੇ ਤੇ ਬੇਅਰਥ ਹੀ ਮੈਂ ਉਸ ਖੱਤ ਦਾ ਜਵਾਬ ਉਡੀਕਦੀ ਰਹੀ। 10ਵੀਂ ਦਾ ਰਿਜ਼ਲਟ ਨਿਕਲਿਆ ਤਾਂ ਗੁਰਜਾਪ ਨੇ ਦੱਸਿਆ ਉਹਨੂੰ ਤੇ ਹਰਜਾਪ ਨੂੰ ਪਾਪਾ ਜੀ ਲੇਡੀ ਏਵਰਿਨ ਕਾਲਜ ਦਿੱਲੀ ਪੜ੍ਹਨ ਭੇਜ ਰਹੇ ਨੇ। ਉੱਥੇ ਕੁੜੀਆਂ ਨੂੰ ਪੜ੍ਹਨ ਦੇ ਨਾਲ ਘਰ ਦੇ ਕੰਮ ਵੀ ਸਿਖਾਏ ਜਾਂਦੇ ਨੇ। ਸਵਿੰਦਰ JBT ਕਰਨ ਦੀ ਸੋਚ ਰਹੀ ਸੀ। ਹਰਬਖਸ਼ ਦੀ ਬੀਬੀ ਨੇ ਉਹਦੇ ਲਈ ਲੜਕਾ ਲੱਭ ਲਿਆ ਸੀ, ਬਾਕੀਆਂ ਨੇ ਕਾਲਜ ਦਾਖਲ ਹੋਣਾ ਸੀ ਤੇ ਮੈਂ। ਇਹ ਸਵਾਲ ਸ਼ਾਇਦ ਬੇਜੀ ਦੇ ਮਨ 'ਚ ਵੀ ਆਇਆ ਸੀ। ਉਹਨਾਂ ਨੇ ਸਭ ਤੋਂ ਚੋਰੀਓਂ ਅਗਲਿਆਂ ਨੂੰ ਇੱਕ ਚਿੱਠੀ ਪਵਾਤੀ, ਕਾਕਾ ਜੀ ਆ ਕੇ ਮਿਲ ਜਾਣ ਤੇ ਨਾਲੇ ਕੁਝ ਦਿਨਾਂ ਲਈ ਬੀਬਾ ਨੂੰ ਲੈ ਜਾਣ। ਚਿੱਠੀ ਮਿਲਣ 'ਤੇ ਕਾਕਾ ਜੀ ਦੀ ਥਾਂ ਕਾਕਾ ਜੀ ਦੇ ਪਮਾਲ ਵਾਲੇ ਭੂਆ ਜੀ ਆਏ। ਦੱਸਿਆ ਉਹ ਤਾਂ ਬੰਬਈ ਇਲਾਜ ਲਈ ਗਿਆ ਹੋਇਆ, ਜਦੋਂ ਵਾਪਸ ਆਇਆ ਮਿਲਣ ਆਜੂ। ਮੈਂ ਲੁਧਿਆਣੇ ਆਪਣਾ ਘਰ ਠੀਕ ਠਾਕ ਕਰਵਾ ਰਹੀ ਹਾਂ, ਫਿਰ ਉੱਥੇ ਰੱਖ ਲੂੰ ਦੋਹਾਂ ਨੂੰ। ਕੀ ਦੁਖਦਾ? ਬੇਜੀ ਨੇ ਚਿੰਤਾਤੁਰ ਹੋ ਕੇ ਪੁੱਛਿਆ। ਮੈਥੋਂ ਤਾਂ ਸੰਗਦਾ ਦੱਸਦਾ ਨਹੀਂ। ਮੈਂ ਆਖਿਆ, ਮੈਂ ਤਾਂ ਤੇਰੀ ਮਾਂ ਵਰਗੀ ਹਾਂ, ਬਸ ਪਾਕੇ ਜੇ ਹੋ ਜਾਂਦੇ ਨੇ। ਇਹਦੇ ਪਿਓ ਨੂੰ ਵੀ ਸੀ ਇਹ ਬਿਮਾਰੀ, ਉਹਦੀ ਤਾਂ ਹੋਰ ਗੱਲ ਸੀ। ਇਹ ਤਾਂ ਅਜੇ ਕੋਈ ਇਹੋ ਜਿਹੇ ਕੰਮਾਂ 'ਚ ਨਹੀਂ ਪਿਆ। ਹੁਣ ਡਾਕਟਰ ਆਖਦਾ ਸੀ ਫਿਕਰ ਵਾਲੀ ਕੋਈ ਗੱਲ ਨਹੀਂ। ਚਿੱਠੀ ਬਾਰੇ ਪਤਾ ਲੱਗਣ 'ਤੇ ਮੈਂ ਬੇਜੀ ਨੂੰ ਬਹੁਤ ਹਰਕ ਕੇ ਪਈ ਸੀ। ਬੇਜੀ ਪਰੇਸ਼ਾਨ ਜੇ ਹੋ ਗਏ। ਇਸ ਘਰ ਦੀਆਂ ਧੀਆਂ ਦੀ ਕਿਸਮਤ 'ਚ ਸੁੱਖ ਨਹੀਂ, ਖਬਰ ਨਹੀਂ ਕੀ ਸਾਧ ਸਰਾਪ ਹੈ। ਆਖ ਕੇ ਬੇਜੀ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ
ਵਿੱਚੋਂ ਸਭ ਸਮਝਦੀਆਂ। ਇਹ ਵੀ ਕਦੇ ਹੋਇਆ ਕਿ ਬਗਾਨੀ ਧੀ ਨੂੰ ਵਿਆਹ ਕੇ ਅਗਲੇ ਬਾਤ ਹੀ ਨਾ ਪੁੱਛਣ ਮੁੜ ਕੇ। ਬਾਕੀ ਕੁੜੀਆਂ ਦੇ ਨਾਲ ਮੈਂ ਵੀ ਫਾਰਮ ਭਰ ਦਿੱਤਾ ਤੇ ਸਕੂਲ ਵਿੱਚ ਹੀ ਬਣੇ ਕਾਲਜ 'ਚ ਦਾਖਲ ਹੋ ਗਈ। ਇਹਨਾਂ ਹੀ ਦਿਨਾਂ 'ਚ ਘਰ 'ਚ ਚਰਚਾ ਛਿੜੀ ਰਘਬੀਰ ਭਰਾ ਜੀ ਦਾ ਦੂਜਾ ਵਿਆਹ ਹੋਣਾ ਹੈ। ਪਤਾ ਲੱਗਿਆ ਜਦ ਹੀ ਉਹਨਾਂ ਦੀ ਅੰਬਾਲੇ ਦੀ ਬਦਲੀ ਹੋਈ ਹੈ। ਉਹ ਅੰਬਾਲੇ ਇੱਕ ਹੋਟਲ 'ਚ ਰਹਿੰਦੇ ਨੇ। ਹਰ ਰੋਜ਼ ਗੱਡੀ ਚੜ੍ਹ ਕੇ ਅੰਬਾਲੇ ਛਾਉਣੀ ਦਫ਼ਤਰ ਜਾਂਦੇ ਨੇ। ਉਹੀ ਗੱਡੀ ਫੜ ਕੇ ਇੱਕ ਲੜਕੀ ਅੰਬਾਲੇ ਸ਼ਹਿਰ ਤੋਂ ਅੰਬਾਲੇ ਛਾਉਣੀ ਕਾਲਜ ਪੜ੍ਹਨ ਜਾਂਦੀ ਹੈ ਤੇ ਭਰਾ ਜੀ ਉਸ ਨਾਲ ਵਿਆਹ ਕਰਨਾ ਚਾਹੁੰਦੇ ਨੇ। ਉਹਨਾਂ ਦੀ ਵਹੁਟੀ ਤੇ ਧੀ ਉਹ ਪਿੰਡ ਉਹਨਾਂ ਦੀ ਮਾਂ ਕੋਲ ਰਹਿਣਗੀਆਂ। ਭਰਾ ਜੀ ਦੇ ਸਾਊ ਸ਼ਰੀਫ ਮੂੰਹ ਵੱਲ ਦੇਖ ਕੇ ਲੱਗਿਆ ਲੋਕੀ ਐਵੇਂ ਆਖਦੇ ਨੇ। ਪਰ ਇੱਕ ਦਿਨ ਬੇਜੀ ਦੇ ਕਮਰੇ 'ਚ ਪਈ ਉਹਨਾਂ ਦੀ ਕਿਤਾਬ ਮੈਂ ਪੜ੍ਹਨ ਨੂੰ ਚੁੱਕੀ ਤਾਂ ਉਸ 'ਚ ਉਸ ਲੜਕੀ ਨਾਲ ਭਰਾ ਜੀ ਦੀ ਲਿਖੀ ਚਿੱਠੀ ਪਈ ਸੀ, ਜਿਹੜੀ ਉਹਨਾਂ ਸਟੇਸ਼ਨ 'ਤੇ ਬੈਠ ਕੇ ਲਿਖੀ ਸੀ ਤੇ ਡਾਕ 'ਚ ਪਾਉਣ ਦੀ ਤਾਂ ਕਿਤਾਬ 'ਚ ਰੱਖ ਕੇ ਭੁੱਲ ਗਏ ਸੀ। ਬਹੁਤ ਦਿਨ ਮੈਂ ਇਸ ਚਿੱਠੀ ਬਾਰੇ ਤੇ ਜਿਹਨੂੰ ਇਹ ਲਿਖੀ ਗਈ ਸੀ ਉਸ ਬਾਰੇ ਸੋਚਦੀ ਰਹੀ। ਫਿਰ ਇੱਕ ਦਿਨ ਵਿਹੜੇ 'ਚ ਇਕੱਲੇ ਬੈਠੇ ਭਰਾ ਜੀ ਦੇ ਕੋਲ ਮੈਂ ਉਹੀ ਕਿਤਾਬ ਲੈ ਕੇ ਜਾ ਬੈਠੀ। ਪਰ ਭਰਾ ਜੀ ਨੂੰ ਚਿੱਠੀ ਦਾ ਚਿੱਤ ਚੇਤਾ ਵੀ ਨਹੀਂ ਸੀ। ਚਿੱਠੀ ਕਿਤਾਬ 'ਚੋਂ ਕੱਢ ਕੇ ਉਹਨਾਂ ਨੂੰ ਵਿਖਾਉਂਦਿਆਂ ਮੈਂ ਪੁੱਛਿਆ, ਭਰਾ ਜੀ ਇਹ ਤੁਹਾਡੀ ਚਿੱਠੀ ਹੈ? ਉਹ ਜਿਵੇਂ ਘਬਰਾ ਜੇ ਗਏ, ਪਰ ਮੁਕਰਨ ਦੀ ਕੋਈ ਗੁੰਜਾਇਸ਼ ਨਹੀਂ। ਤੂੰ ਮੇਰੀਆਂ ਕਿਤਾਬਾਂ ਨਾ ਛੇੜਿਆ ਕਰ, ਉਹਨਾਂ ਜ਼ਰਾ ਕੋ ਗੁੱਸੇ ਨਾਲ ਆਖਿਆ। ਕਿਹੋ ਜਿਹੀ ਹੈ ਕੁੜੀ ਜਿਸ ਨਾਲ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ? ਬਹੁਤ ਅੱਛੀ ਹੈ, BA 'ਚ ਪੜ੍ਹਦੀ ਹੈ, ਬਹੁਤ ਸਾਊ ਹੈ, ਭਰਾ ਜੀ ਨੇ ਦੱਸਿਆ। ਸੋਹਣੀ ਵੀ ਹੈ? ਮੈਂ ਪੁੱਛਿਆ। ਬਹੁਤ, ਭਰਾ ਜੀ ਨੇ ਕਿਹਾ। ਤੁਸੀਂ ਉਹਨੂੰ ਦੱਸ ਦਿੱਤਾ ਕਿ ਤੁਹਾਡੀ ਸ਼ਾਦੀ ਹੋਈ ਹੈ ਤੇ ਤੁਹਾਡੀ ਧੀ ਵੀ ਹੈ? ਉਸ ਔਰਤ ਨਾਲ ਤਾਂ ਮੇਰੀ ਬਣਦੀ ਨਹੀਂ। ਕਿਉਂ? ਮੈਂ ਤਾਂ ਅਜੇ 10ਵੀਂ 'ਚ ਹੀ ਪੜ੍ਹਦਾ ਸੀ ਜਦੋਂ ਬਾਪੂ ਜੀ ਹੋਰਾਂ ਨੇ ਵਿਆਹ ਮੰਗਣਾ ਕਰ ਦਿੱਤਾ। ਮੇਰੇ ਕੋਲੋਂ ਕਿਹੜਾ ਕਿਸੇ ਨੇ ਪੁੱਛਿਆ ਸੀ? ਕਸੂਰ ਬਾਪੂ ਜੀ ਹੋਰਾਂ ਦਾ ਹੈ, ਨਾ ਕਿ ਤੁਹਾਡੀ ਵਹੁਟੀ ਦਾ। ਕਸੂਰ ਕਿਸੇ ਦਾ ਵੀ ਹੋਵੇ, ਪਰ ਸਜ਼ਾ ਮੈਂ ਕਿਉਂ ਭੁਗਤਾਂ? ਕੱਲ ਨੂੰ ਤੁਹਾਡੀਆਂ ਭੈਣਾਂ ਉੱਪਰ ਦੀ ਜਾਂ ਆਖੋ ਮੇਰੇ ਉੱਪਰ ਦੀ ਅਗਲਾ ਦੂਜਾ ਵਿਆਹ ਕਰਵਾਵੇ, ਤੁਹਾਨੂੰ ਕਿਹੋ ਜਿਹਾ ਲੱਗੂਗਾ? ਮੈਂ ਪੁੱਛਿਆ ਸੀ। ਭਰਾ ਜੀ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਸ਼ਾਇਦ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਉਹਨਾਂ ਨੂੰ ਅਜਿਹਾ ਸਵਾਲ ਵੀ ਕਰਾਂਗੀ। ਉਹ ਤਾਂ ਮੈਨੂੰ ਅਜੇ ਬਹੁਤ ਛੋਟੀ ਸਮਝ ਰਹੇ ਸਨ। ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਿਆ ਫਰਾਕ ਪਾਈ ਉਹਨਾਂ ਦੀ ਕੁਰਸੀ ਦੇ ਮਗਰ ਝੂਟਦੀ, ਉਹਨਾਂ ਨੂੰ ਪੜ੍ਹਦਿਆਂ ਨੂੰ ਡਿਸਟਰਬ ਕਰਨ ਵਾਲੀ ਬਾਲੜੀ ਪਾਣੀ ਮਨ ਤੁਰਤੀ ਕਿਤੇ ਦੀ ਕਿਤੇ ਪਹੁੰਚ ਗਈ ਤੇ ਅੱਜ ਔਰਤ ਦੇ ਹੱਕਾਂ ਬਾਰੇ ਇੱਕ ਸਵਾਲੀਆ ਫਿਕਰਾ ਬਣੀ ਉਹਨਾਂ ਦੇ ਸਾਹਮਣੇ ਆ ਖੜੀ ਸੀ। ਪਹਿਲੀ ਵਾਰੀ ਉਹ ਮੇਰੇ ਵੱਲ ਸੰਵਾਰ ਕੇ ਝਾਕੇ ਤੇ ਹੱਸ ਕੇ ਆਖਣ ਲੱਗੇ, ਤੂੰ ਆਖੇਂਗੀ ਤਾਂ ਨਹੀਂ ਕਰਾਂਗੇ ਵਿਆਹ ਉਸ ਲੜਕੀ ਨਾਲ, ਪਰ ਹੈ ਉਹ ਬਹੁਤ ਅੱਛੀ। ਭਰਾ ਜੀ ਨੇ ਉਸ ਲੜਕੀ ਨਾਲ ਵਿਆਹ ਨਹੀਂ ਕੀਤਾ, ਪਰ ਇੱਕ ਰਾਜ਼ ਸਾਂਝਾ ਹੋਣ ਕਰਕੇ ਮੇਰੀ ਤੇ ਭਰਾ ਜੀ ਦੀ ਸਾਂਝ ਵੱਧ ਗਈ। ਨਮਾਇਸ਼ ਵਿੱਚ ਇੱਕ ਨਿੱਕੀ ਜਿਹੀ ਕੁੜੀ ਨੇ ਭਰਾ ਜੀ ਦਾ ਹੱਥ ਆ ਫੜਿਆ ਤੇ ਗਿਲੇ ਕਰਨ ਲੱਗੀ, ਹੁਣ ਤੁਸੀਂ ਸਾਡੇ ਘਰ ਆਉਂਦੇ ਨਹੀਂ? ਦੀਦੀ ਯਾਦ ਕਰਦੀ ਸੀ, ਮੈਂ ਨਹੀਂ ਬੋਲਦੀ ਤੁਹਾਡੇ ਨਾਲ। ਕੌਣ ਹੈ ਭਰਾ ਜੀ? ਮੈਂ ਅਣਜਾਣ ਬਣਦਿਆਂ ਪੁੱਛਿਆ। ਉਸੇ ਦੀ ਛੋਟੀ ਭੈਣ ਸੀ, ਉਹਨਾਂ ਦੇ ਪਟਿਆਲੇ ਰਿਸ਼ਤੇਦਾਰ ਨੇ, ਸਾਰੇ ਨਮਾਇਸ਼ ਦੇਖਣ ਆਏ ਹੋਏ ਨੇ। ਉਹ ਵੀ? ਹਾਂ, ਮਿਲੇ ਸੀ? ਭਰਾ ਜੀ ਹੱਸ ਕੇ ਚੁੱਪ ਕਰ ਗਏ। ਕਈ ਸਾਲਾਂ ਮਗਰੋਂ ਅਸੀਂ ਸਾਰੇ ਕਿਤੇ ਜਾ ਰਹੇ ਸੀ। ਅੰਬਾਲੇ ਛਾਉਣੀ ਗੱਡੀ ਬਦਲਣੀ ਸੀ। ਸਾਨੂੰ ਸਾਰਿਆਂ ਨੂੰ ਵੇਟਿੰਗ ਰੂਮ 'ਚ ਬਿਠਾ ਕੇ ਹੁਣੇ ਆਉਣਾ ਆਖ ਭਰਾ ਜੀ ਬਾਹਰ ਚਲੇ ਗਏ। ਚੋਖੇ ਚਿਰ ਮਗਰੋਂ ਜਦੋਂ ਮੁੜੇ, ਉਹਨਾਂ ਦੀਆਂ ਅੱਖਾਂ 'ਚ ਸਿੱਲ ਸੀ। ਸ਼ਾਇਦ ਉਹਨਾਂ ਥਾਵਾਂ ਤੋਂ ਹੋ ਕੇ ਆਏ ਸੀ ਜਿੱਥੇ ਉਹਨੂੰ ਗੱਡੀ ਚੜ੍ਹਦੀ ਨੂੰ, ਗੱਡੀਆਂ ਉਤਰਦੀ ਨੂੰ ਮਿਲਦੇ ਹੁੰਦੇ ਸੀ। ਉਦੋਂ ਤਾਂ ਮੈਂ ਕੁਝ ਨਾ ਆਖਿਆ, ਪਰ ਪਿੱਛੋਂ ਕਈ ਵਾਰੀ ਉਹਨਾਂ ਨੂੰ ਇਸ ਗੱਲ ਬਾਰੇ ਮਜ਼ਾਕ ਕੀਤਾ, ਪਰ ਭਰਾ ਜੀ ਹਰ ਵਾਰੀ ਮਜ਼ਾਕ 'ਤੇ ਵੀ ਸੰਜੀਦਾ ਹੋ ਜਾਂਦੇ ਸਨ। ਕੁਝ ਸਾਲਾਂ ਮਗਰੋਂ ਉਹਨਾਂ ਦੱਸਿਆ ਉਹ ਲੜਕੀ ਬੰਬਈ ਜਾ ਕੇ ਐਕਟਰੈਸ ਬਣ ਗਈ ਹੈ, ਪਰ ਭਰਾ ਜੀ ਨੇ ਉਹਦਾ ਨਾਂ ਨਾ ਦੱਸਿਆ, ਜਿਸ ਕਰਕੇ ਜਦੋਂ ਵੀ ਕਿਸੇ ਨਵੀਂ ਫਿਲਮ 'ਚ ਕਿਸੇ ਨਵੀਂ ਐਕਟਰੈਸ ਨੂੰ ਵੇਖਦੇ ਮੈਨੂੰ ਲੱਗਦਾ ਖਬਰੇ ਉਹੀ ਕੁੜੀ ਹੈ। ਪਰ ਕੁਝ ਸਾਲਾਂ ਮਗਰੋਂ ਭਰਾ ਜੀ ਉੱਕਾ ਹੀ ਮੁੱਕਰ ਗਏ ਕਿ ਉੱਥੇ ਅੰਬਾਲੇ ਕੋਈ ਕੁੜੀ ਵੀ ਸੀ। ਹੁਣ ਤੱਕ ਸ਼ਾਇਦ ਉਹਨਾਂ ਦੇ ਮਨ 'ਚ ਉਸ ਕੁੜੀ ਦੀ ਹੋਂਦ ਹੀ ਮਿਟ ਗਈ ਸੀ। ਹੁਣ ਉਹ ਗੈਰ ਗੰਭੀਰ ਦਾਨੇ ਸਿਆਣੇ ਧੀਆਂ ਪੁੱਤਾਂ ਵਾਲੇ ਕਬੀਲਦਾਰ ਬੰਦੇ ਸਨ। ਕਦੇ ਕਦੇ ਭਰਾ ਜੀ ਆਖਦੇ, ਮੈਂ ਤੇਰਾ ਪਿਛਲੇ ਜਨਮ ਦਾ ਕੋਈ ਕਰਜ਼ਾ ਦੇਣਾ, ਨਹੀਂ ਇਸ ਜਨਮ 'ਚ ਤਾਂ ਤੂੰ ਮੇਰਾ ਕੀ ਕਰਦੀ ਹੈ? ਖਬਰੇ ਤੁਸੀਂ ਅਗਲੇ ਜਨਮ ਲਈ ਕਰਜ਼ਾ ਚੜ੍ਹਾ ਰਹੇ ਹੋ। ਮੈਂ ਜਦੋਂ ਆਖਦੀ ਉਹ ਕਹਿੰਦੇ, ਅਗਲੇ ਜਨਮ ਲਈ ਤੇਰੇ ਨਾਲ ਕੋਈ ਹਿਸਾਬ ਕਿਤਾਬ ਨਹੀਂ ਰੱਖਣਾ। ਕਦੇ ਕਦੇ ਉਸ ਤੋਂ ਬਿਨਾਂ ਜਿਉਣਾ ਬੜਾ ਔਖਾ ਲੱਗਦਾ। ਇੱਕ ਦਿਨ ਭਰਾ ਜੀ ਨੇ ਮੇਰੇ ਵੱਲ ਤੱਕ ਕੇ ਆਖਿਆ, ਜੇ ਉਹਦੀ ਖਾਤਰ ਸਾਰਿਆਂ ਨੂੰ ਛੱਡ ਸਕਦੇ ਹੋ ਤਾਂ ਛੱਡ ਕੇ ਉਹਦੇ ਨਾਲ ਕਿਸੇ ਹੋਰ ਮੁਲਕ ਚਲੇ ਜਾਓ। ਜੇ ਨਹੀਂ ਛੱਡ ਸਕਦੇ ਤਾਂ ਉਹਦੀ ਜ਼ਿੰਦਗੀ 'ਚ ਦਖਲ ਨਾ ਦਿਓ। ਮੈਂ ਦੋ ਟੁਕ ਫੈਸਲਾ ਕਰਤਾ। ਭਰਾ ਜੀ ਮੇਰੀ ਇਸ ਸੋਚ ਤੋਂ ਜਿਵੇਂ ਘਬਰਾ ਗਏ, ਬੋਲੇ, ਇਹ ਕਿਵੇਂ ਹੋ ਸਕਦਾ? ਤੁਸੀਂ ਕਾਇਰ ਹੋ ਤੇ ਹਰ ਕਾਇਰ ਬੰਦਾ ਸ਼ਰੀਫ ਹੁੰਦਾ ਹੈ, ਜਾਂ ਇਉਂ ਆਖੋ ਹਰ ਸ਼ਰੀਫ ਬੰਦਾ ਕਾਇਰ ਹੁੰਦਾ।
ਆਖ ਮੈਂ ਉੱਚੀ ਉੱਚੀ ਹੱਸ ਪਈ। ਭਰਾ ਜੀ ਹੈਰਾਨ ਹੋ ਕੇ ਮੇਰੀ ਵੱਲ ਵੇਖਦੇ ਰਹੇ ਕਿ ਮੈਂ ਤਾਂ ਉਹਨਾਂ ਦੀ ਦਾਦੀ ਬਣੀ ਗੱਲਾਂ ਕਰ ਰਹੀ ਸੀ। ਅੰਗ 20ਵਾਂ। ਐਫਏ ਸਕੂਲ ਵਾਲੇ ਕਾਲਜ 'ਚ ਪਾਸ ਕਰਕੇ BA ਆਨਰਸ ਕਰਨ ਲਈ ਮਹਿੰਦਰਾ ਕਾਲਜ 'ਚ ਦਾਖਲ ਹੋਣਾ ਪੈਣਾ ਸੀ ਤੇ ਮਹਿੰਦਰਾ ਕਾਲਜ ਮੁੰਡਿਆਂ ਦਾ ਕਾਲਜ ਸੀ। ਫੁੱਫੜ ਜੀ ਮੈਨੂੰ ਕਾਲਜ ਦਾਖਲ ਕਰਵਾਓ। ਜਿਸ ਦਿਨ ਮੈਂ ਆਖਿਆ ਉਹ ਹੈਰਾਨ ਹੋ ਕੇ ਮੇਰੀ ਵੱਲ ਝਾਕੇ ਸੀ। ਕੁੜੀਆਂ ਦਾ ਕਾਲਜ ਨਹੀਂ ਠੀਕ? ਉਹਨਾਂ ਪੁੱਛਿਆ। ਉੱਥੇ ਆਨਰਸ ਨਹੀਂ ਤੇ ਨਾਲੇ MA ਕਰਨ ਵੇਲੇ ਵੀ ਤਾਂ ਮਹਿੰਦਰਾ ਕਾਲਜ ਜਾਵਾਂਗੀ, ਮੈਂ ਦੱਸਿਆ। ਫੁੱਫੜ ਜੀ ਨੇ ਬੇਜੀ ਹੋਰਾਂ ਨਾਲ ਸਲਾਹ ਕੀਤੀ। ਬੇਜੀ ਤਾਂ ਆਖ ਰਹੇ ਸਨ ਬਥੇਰਾ ਪੜ੍ਹ ਲਿਆ, ਹੋਰ ਅੱਗੇ ਪੜ੍ਹ ਕੇ ਕੀ ਕਰਨਾ, ਨਾਲੇ ਅਗਲਿਆਂ ਦਾ ਮੁੰਡਾ ਤਾਂ ਪੜ੍ਹਨੋਂ ਹਟ ਗਿਆ, ਇਹਨੂੰ ਬਹੁਤਾ ਪੜ੍ਹਾ ਕੇ ਕੀ ਕਰੋਗੇ। ਫਿਰ ਵੀ ਫੁੱਫੜ ਜੀ ਮਹਿੰਦਰਾ ਕਾਲਜ ਗਏ, ਪ੍ਰਿੰਸੀਪਲ ਨੂੰ ਮਿਲ ਕੇ ਆਏ। ਕਿੰਨੀਆਂ ਤੇ ਕਿਹਦੀਆਂ ਕੁੜੀਆਂ ਪੜ੍ਹਦੀਆਂ ਨੇ, ਕਿਹੜੇ ਕਿਹੜੇ ਪ੍ਰੋਫੈਸਰ ਪੜ੍ਹਾਉਂਦੇ ਨੇ, ਕਿੰਨੇ ਵਜੇ ਕਾਲਜ ਲੱਗਦਾ, ਕਿੰਨੇ ਵਜੇ ਛੁੱਟੀ ਹੁੰਦੀ ਹੈ, ਸਭ ਗੱਲਾਂ ਪਤਾ ਕਰਕੇ ਆਏ। ਵਿਦਵਾਨ ਬਜ਼ੁਰਗ ਪ੍ਰਿੰਸੀਪਲ ਨੇ ਫੁੱਫੜ ਜੀ ਨੂੰ ਤਸੱਲੀ ਦਿੱਤੀ ਤੇ ਮਨਾ ਲਿਆ ਕਿ ਆਪਣੀ ਧੀ ਨੂੰ ਦਾਖਲ ਕਰਵਾ ਦਿਓ। ਪ੍ਰੋਫੈਸਰ ਬਲਵੰਤ ਸਿੰਘ ਜੋ ਕੁੜੀਆਂ ਵਾਲੇ ਕਾਲਜ 'ਚ ਵੀ ਸਾਨੂੰ ਪੜ੍ਹਾਉਂਦੇ ਸੀ, ਉਹਨਾਂ ਆਖਿਆ ਸੀ ਹਿਸਟਰੀ ਪੋਲੀਟੀਕਲ ਸਾਇੰਸ ਲੈ ਲਈ, ਅੰਗਰੇਜ਼ੀ ਤਾਂ ਹੋਏਗੀ। ਹਿਸਟਰੀ ਪੋਲੀਟੀਕਲ ਸਾਇੰਸ ਤੇ ਅੰਗਰੇਜ਼ੀ ਮਜ਼ਮੂਨ ਮੈਂ ਭਰ ਦਿੱਤੇ ਤੇ ਪ੍ਰਿੰਸੀਪਲ ਦੇ ਆਖਣ ਉੱਤੇ ਪੰਜਾਬੀ ਦਾ ਮਜ਼ਮੂਨ ਫੁੱਫੜ ਜੀ ਨੇ ਭਰਤਾ। ਹੁਣ 3 ਦੀ ਥਾਂ ਮੈਂ 4 ਮਜ਼ਮੂਨ ਪੜ੍ਹਦੀ ਸੀ। ਅੱਧਾ ਕੁ ਸਾਲ ਲੰਘ ਜਾਣ ਮਗਰੋਂ ਪ੍ਰੋਫੈਸਰ ਬਲਵੰਤ ਸਿੰਘ ਹੋਰਾਂ ਨੇ ਆਖਿਆ ਜੇ ਅੱਗੋਂ ਕਿਸੇ ਕੰਪੀਟੀਸ਼ਨ 'ਚ ਬੈਠਣਾ ਹੈ ਤਾਂ ਪੰਜਾਬੀ ਛੱਡ ਦੇ, ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਬਾਕੀ ਮਜ਼ਮੂਨ ਚੰਗੀ ਤਰ੍ਹਾਂ ਤਿਆਰ ਕਰ, ਖਾਸ ਕਰ ਹਿਸਟਰੀ ਜਿਹਦੀ ਤੂੰ ਆਨਰਸ ਵੀ ਲਈ ਹੋਈ ਹੈ। ਇਹ ਮਜ਼ਮੂਨ ਪ੍ਰਿੰਸੀਪਲ ਸਾਹਿਬ ਨੇ ਆਪ ਆ ਕੇ ਲੈ ਦਿੱਤੇ। ਮੈਂ ਦੱਸਿਆ, ਨਾਲੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੂੰ ਕੀ ਆਖਾਂਗੀ, ਉਦੋਂ BA ਨੂੰ ਪੰਜਾਬੀ ਪੜ੍ਹਾਉਂਦੇ ਸੀ। ਇਉਂ ਕਰ ਗਿਆਨੀ ਦਾ ਇਮਤਿਹਾਨ ਦੇ ਤੇ ਫਿਰ ਪੰਜਾਬੀ ਛੱਡ ਦੇ। ਮੈਂ ਗੱਲ ਮੰਨ ਕੇ ਗਿਆਨੀ ਦਾ ਸਿਲੇਬਸ ਕੌਮੀ ਕਾਲਜ ਦੇ ਪ੍ਰਿੰਸੀਪਲ ਤੋਂ ਪੁੱਛਣ ਗਈ, ਨਾਲੇ ਫੁੱਫੜ ਜੀ ਵੀ ਸਨ। ਕੌਮੀ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਹੁਣ ਤਾਂ ਦਾਖਲੇ ਵੀ ਜਾ ਚੁੱਕੇ ਨੇ, ਪੌਣੇ 2 ਮਹੀਨੇ ਸਾਰੇ ਰਹਿ ਗਏ। ਚਲੋ ਐਂ ਕਰੋ ਲੇਟ ਫੀਸ ਨਾਲ ਭੇਜ ਦਿਓ, ਇਸ ਵਾਰੀ ਇਮਤਿਹਾਨ ਦੀ ਪ੍ਰੈਕਟਿਸ ਹੋ ਜੂ, ਅਗਲੀ ਵਾਰੀ ਪਾਸ ਹੋ ਜੂ। ਸ਼ਾਮ ਨੂੰ ਕਲਾਸ ਲਾ ਲਿਆ ਕਰੋ ਇੱਥੇ ਮੇਰੇ ਕੋਲ ਆ ਕੇ। ਮੈਂ ਮੰਨ ਗਈ। ਮਹੀਨਾ ਕੁ ਭਰ ਜਮਾਤ 'ਚ ਵੀ ਜਾਂਦੀ ਰਹੀ, ਲੇਟ ਫੀਸ ਨਾਲ ਫੀਸ ਭਰ ਕੇ ਇਮਤਿਹਾਨ ਵੀ ਦੇ ਦਿੱਤਾ। ਜਦੋਂ ਰਿਜ਼ਲਟ ਨਿਕਲਿਆ, ਕੌਮੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਜੀ ਨੱਠੇ ਆਏ ਸਾਡੇ ਘਰ ਤੇ ਹੈਰਾਨ ਹੋ ਕੇ ਦੱਸਿਆ ਬੀਬੀ ਪੰਜਾਬ 'ਚੋਂ ਫਸਟ ਰਹੀ ਹੈ, ਤਗਮਾ ਮਿਲੇਗਾ। ਪੰਜਾਬੀ ਛੱਡਣ ਲਈ ਮੈਂ ਇਮਤਿਹਾਨ ਦਿੱਤਾ ਸੀ। ਪਤਾ ਲੱਗਣ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਆਖਿਆ ਪੰਜਾਬੀ ਨਹੀਂ ਛੱਡਣੀ, ਤੇ ਨਾਲੇ ਹੁਣ ਤੱਕ ਪ੍ਰੋਫੈਸਰ ਬਲਵੰਤ ਸਿੰਘ ਦੀ ਇੱਥੋਂ ਬਦਲੀ ਹੋ ਗਈ ਸੀ। ਇਹਨਾਂ ਦਿਨਾਂ 'ਚ ਪ੍ਰਿੰਸੀਪਲ ਤੇਜਾ ਸਿੰਘ ਨੇ 1-2 ਵਾਰੀ ਚਪੜਾਸੀ ਭੇਜ ਕੇ ਮੈਨੂੰ ਆਪਣੇ ਦਫ਼ਤਰ ਸੱਦਿਆ। ਕੋਈ ਤਕਲੀਫ ਤਾਂ ਨਹੀਂ? ਹੋਰ ਸਭ ਠੀਕ ਹੈ? ਪੜ੍ਹਾਈ ਦਾ ਕੀ ਹਾਲ ਹੈ? ਸਰਦਾਰ ਸਾਹਿਬ ਨੂੰ ਆਖੀ ਮੈਂ ਕਿਸੇ ਦਿਨ ਆਵਾਂਗਾ। ਕੋਈ ਕਿਤਾਬ ਪੜ੍ਹਦੀ ਹੁੰਦੀ ਹੈ? ਆਦਿ ਗੱਲਾਂ ਪੁੱਛਦੇ ਰਹੇ। ਫਿਰ ਇੱਕ ਦਿਨ ਉਚੇਚਾ ਉਹਨਾਂ ਸੱਦਿਆ, ਤੂੰ ਦੱਸਿਆ ਸੀ ਨਾ ਕਿ ਗੁਰਬਖਸ਼ ਸਿੰਘ, ਨਾਨਕ ਸਿੰਘ, ਬਲਵੰਤ ਗਾਰਗੀ, ਮੋਹਨ ਸਿੰਘ, ਦਵਿੰਦਰ ਸਤਿਆਰਥੀ ਦੀਆਂ ਕਿਤਾਬਾਂ ਤੂੰ ਪੜ੍ਹੀਆਂ ਨੇ? ਇਹ ਸਭ ਮੇਰੇ ਘਰ ਆਏ ਹੋਏ ਨੇ, ਭਾਸ਼ਾ ਵਿਭਾਗ ਨੇ ਸੱਦੇ ਨੇ। ਹੁਣ ਤਾਂ ਜੇ ਤੂੰ ਮਿਲਣਾ ਛੁੱਟੀ ਹੋਣ ਤੋਂ ਮਗਰੋਂ ਕੋਠੀ ਆ ਜਾਈਂ, ਉੱਥੇ ਮੇਰੀਆਂ ਲੜਕੀਆਂ ਤੇ ਤੇਰੇ ਬੀਜੀ ਹੋ ਸਭ ਹੋਣਗੇ। ਪ੍ਰਿੰਸੀਪਲ ਦੀ ਕੋਠੀ ਕਾਲਜ ਦੇ ਨਾਲ ਹੀ ਹੈ। ਉੱਥੇ ਜਾਣ ਤੋਂ ਪਹਿਲਾਂ ਇਹਨਾਂ ਲੇਖਕਾਂ ਦੀਆਂ ਲਿਖਤਾਂ ਪੜ੍ਹਦਿਆਂ ਜਿਹੜੀਆਂ ਤਸਵੀਰਾਂ ਮਨ 'ਚ ਬਣਾਈਆਂ ਸਨ ਉਹਨਾਂ ਨੂੰ ਯਾਦ ਕਰਦੀ ਰਹੀ। ਛੁੱਟੀ ਹੋਣ ਉੱਪਰ ਆਪਣੇ ਟਾਂਗੇ ਵਾਲੇ ਨੂੰ ਕਾਲਜ ਵਿੱਚ ਹੀ ਖੜੇ ਰਹਿਣ ਲਈ ਆਖ ਮੈਂ ਆਪਣੀ ਸਹੇਲੀ ਹਰਦਿਆਲ ਦੇ ਨਾਲ ਪ੍ਰਿੰਸੀਪਲ ਦੀ ਕੋਠੀ ਗਈ। ਇਹਨੇ ਗੁਰਬਖਸ਼ ਸਿੰਘ, ਨਾਨਕ ਸਿੰਘ, ਬਲਵੰਤ ਗਾਰਗੀ, ਮੋਹਨ ਸਿੰਘ, ਦਵਿੰਦਰ ਸਤਿਆਰਥੀ ਪ੍ਰਿੰਸੀਪਲ ਨੇ ਹੱਥ ਕਰਕੇ ਦੱਸੇ, ਪਰ ਮੈਨੂੰ ਲੱਗਿਆ ਇਹ ਉਹ ਨਹੀਂ, ਇਹ ਤਾਂ ਆਮ ਜਿਹੇ ਲੋਕ ਨੇ। ਪ੍ਰਿੰਸੀਪਲ ਨੇ ਮੇਰੇ ਬਾਰੇ ਦੱਸਿਆ ਇਹ ਜਰਨੈਲ ਤਾਰਾ ਸਿੰਘ ਦੀ ਧੀ ਹੈ, ਮਿਸ ਟਿਵਾਣਾ, ਦਲੀਪ ਟਿਵਾਣਾ। ਕੁਝ ਲਿਖਦੇ ਹੁੰਦੇ ਹੋ? ਦਵਿੰਦਰ ਸਤਿਆਰਥੀ ਨੇ ਪੁੱਛਿਆ। ਜੇ ਸਾਰੇ ਲੋਕ ਲਿਖਣ ਲੱਗ ਪੈਣ ਫਿਰ ਤੁਹਾਨੂੰ ਲੋਕਾਂ ਨੂੰ ਪੜ੍ਹਿਆ ਕੌਣ ਕਰੇਗਾ? ਮੇਰੀ ਥਾਂ ਬਲਵੰਤ ਗਾਰਗੀ ਨੇ ਜਵਾਬ ਦਿੱਤਾ। ਅਗਰ ਸਾਨੂੰ ਪਤਾ ਹੋਵੇ ਅਜਿਹੀਆਂ ਲੜਕੀਆਂ ਸਾਨੂੰ ਪੜ੍ਹਦੀਆਂ ਨੇ, ਅਸੀਂ ਤੇ ਦੁੱਗਣਾ ਚੌਗਣਾ ਲਿਖਣ ਲੱਗ ਜਾਈਏ। ਦਵਿੰਦਰ ਸਤਿਆਰਥੀ ਨੇ ਆਪਣੀ ਟੈਗੋਰ ਨਵਾਂ ਦਾੜੀ ਤੇ ਹੱਥ ਫੇਰ ਜਦੋਂ ਆਖਿਆ ਤਾਂ ਪ੍ਰਿੰਸੀਪਲ ਸਾਹਿਬ ਦੇ ਲੜਕੇ ਨੇ ਯਾਦ ਕਰਵਾਇਆ, ਤੁਸੀਂ ਜੋ ਕੁਝ ਬੋਲ ਰਹੇ ਹੋ ਉਹ ਟੇਪ ਹੋ ਰਿਹਾ। ਤੁਸੀਂ ਵੀ ਲਿਖਿਆ ਕਰੋ, ਲੜਕੀਆਂ ਨੂੰ ਵੀ ਲਿਖਣਾ ਚਾਹੀਦਾ। ਅਮਰੀਕਾ 'ਚ ਤਾਂ ਲੜਕੀਆਂ ਹਰ ਕੰਮ 'ਚ ਅੱਗੇ ਆ ਰਹੀਆਂ ਨੇ, ਗੁਰਬਖਸ਼ ਸਿੰਘ ਹੋਰਾਂ ਨੇ ਸਲਾਹ ਦਿੱਤੀ। ਰੋਟੀ ਖਾ ਚੁੱਕਣ ਮਗਰੋਂ ਆਦਤਨ ਮੈਂ ਆਪਣੇ ਪਰਸ ਵਿੱਚੋਂ ਛੋਟੀ ਇਲਾਇਚੀ ਕੱਢ ਕੇ ਮੂੰਹ 'ਚ ਪਾ ਲਈ। ਦਵਿੰਦਰ ਸਤਿਆਰਥੀ ਹੋਰੀ ਮੇਰੇ ਵੱਲ ਝਾਕ ਰਹੇ ਸਨ। ਮੈਨੂੰ ਮਾੜਾ ਲੱਗਿਆ ਸੀ ਕਿ ਮੈਂ ਦੂਸਰਿਆਂ ਨੂੰ ਬਿਨਾਂ ਪੁੱਛੇ ਆਪ ਇਲਾਇਚੀ ਖਾ ਲਈ ਸੀ। ਪਰਸ ਵਿੱਚ ਹੋਰ ਇਲਾਇਚੀਆਂ ਕੱਢ ਕੇ ਮੈਂ ਪਲੇਟ 'ਚ ਰੱਖੀਆਂ ਤੇ ਬਾਕੀਆਂ ਨੂੰ ਵੀ ਦਿੱਤੀਆਂ। ਇਸੇ ਘਟਨਾ ਨੂੰ ਲੈ ਕੇ ਪਿੱਛੋਂ ਦਵਿੰਦਰ ਸਤਿਆਰਥੀ ਨੇ ਇੱਕ ਕਹਾਣੀ ਲਿਖਤੀ, ਇਲਾਇਚੀ ਦੇ ਦਾਣੇ।
ਜਿਹਨੂੰ ਪੜ੍ਹ ਕੇ ਮੈਨੂੰ ਲੱਗਿਆ ਸੀ ਇਹ ਲੇਖਕ ਲੋਕ ਵੀ ਕਿੰਨੇ ਫਜ਼ੂਲ ਹੁੰਦੇ ਨੇ। ਗੁਰਬਖਸ਼ ਸਿੰਘ ਦੀ ਕਿਤਾਬ ਅਨੋਖੇ ਤੇ ਇਕੱਲੇ ਦਾ ਮੈਂ ਉਸ ਦਿਨ ਜ਼ਿਕਰ ਸੁਣਿਆ ਤੇ ਉਸੇ ਦਿਨ ਬਾਜ਼ਾਰੋਂ ਮੰਗਵਾ ਲਈ। ਰਾਤੋਂ ਰਾਤ ਪੜ੍ਹ ਵੀ ਲਈ, ਪਰ ਪਤਾ ਨਹੀਂ ਕਿਉਂ ਪੜ੍ਹਨ ਪਿੱਛੋਂ ਮੈਂ ਬੜੀ ਘਬਰਾਹਟ ਮਹਿਸੂਸ ਕੀਤੀ ਕਿ ਇਸ ਕਿਤਾਬ ਨੂੰ ਕਿੱਥੇ ਛੁਪਾ ਕੇ ਰੱਖਾਂ। ਜੇ ਕਿਸੇ ਮੇਰੇ ਕੋਲ ਹੀ ਕਿਤਾਬ ਦੇਖ ਲਈ ਤਾਂ ਕੀ ਸੋਚਣਗੇ ਕਿ ਮੈਂ ਕਿਹੋ ਜਿਹੀਆਂ ਕਿਤਾਬਾਂ ਪੜ੍ਹਦੀ ਹਾਂ। ਪਹਿਲੇ ਸਿਰਹਾਣੇ ਹੇਠ ਲਕੋਈ, ਫਿਰ ਕੱਢ ਕੇ ਕੱਪੜਿਆਂ ਵਾਲੇ ਟਰੰਕ 'ਚ ਰੱਖੀ। ਫਿਰ ਜਦੋਂ ਤਸੱਲੀ ਨਾ ਹੋਈ ਮੈਂ ਉਹਨੂੰ ਬਗੀਚੀ ਵਿਚਲੀ ਖੂਹ 'ਚ ਸੁੱਟ ਆਈ। ਪਰ ਅਜੇ ਵੀ ਡਰ ਲੱਗ ਰਿਹਾ ਸੀ ਜੇ ਕਿਤਾਬ ਵਿੱਚ ਨਾ ਡੁੱਬੀ, ਜੇ ਟਿੰਡਾਂ ਵਿੱਚ ਹੀ ਬਾਹਰ ਆ ਗਈ। ਪਰ ਹੁਣ ਮੈਨੂੰ ਆਪਣੀ ਇਸ ਗੱਲ 'ਤੇ ਹਾਸਾ ਆ ਜਾਂਦਾ। ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਫਿਰ ਇੱਕ ਦਿਨ ਚਪੜਾਸੀ ਭੇਜ ਕੇ ਆਪਣੇ ਦਫ਼ਤਰ ਸੱਦ ਭੇਜਿਆ। ਸਰ ਅੰਦਰ ਆ ਜਾਵਾਂ? ਮੈਂ ਚਿੱਕ ਚੁੱਕ ਕੇ ਪੁੱਛਿਆ। ਹਾਂ ਹਾਂ ਆ ਜਾਓ। ਪਰ ਸਰ ਨਹੀਂ, ਤੂੰ ਮੈਨੂੰ ਪਾਪਾ ਜੀ ਆਖਿਆ ਕਰ। ਮੇਰੀ ਇੱਕ ਧੀ ਸੀ ਮਨਜੀਤ, ਉਹ ਇੱਕ ਡਰਾਮੇ 'ਚ ਦੀਪ ਬਣੀ ਸੀ। ਉਹ ਮਰ ਗਈ ਹੈ ਤੇ ਮੈਨੂੰ ਲੱਗਦਾ ਤੂੰ ਉਹੋ ਹੀ ਹੈ। ਆਪਣੀ ਉਸ ਧੀ ਤੋਂ ਬਿਨਾਂ ਮੈਂ ਵੀ ਮਰ ਜਾਣਾ ਸੀ, ਪਰ ਹੁਣ ਨਹੀਂ ਮਰਾਂਗਾ। ਹੁਣ ਤੂੰ ਜੋ ਹੈ, ਤੈਨੂੰ ਮੈਂ ਜੀਨੀ ਆਖਿਆ ਕਰਾਂਗਾ, ਜੀਨੀ ਜ਼ਿੰਦਗੀ ਦੇਣ ਵਾਲੀ। ਪ੍ਰਿੰਸੀਪਲ ਸਾਹਿਬ ਆਖ ਵੀ ਰਹੇ ਸਨ ਤੇ ਰੋ ਵੀ ਰਹੇ ਸਨ। ਮੈਂ ਚੁੱਪਚਾਪ ਸੁਣਦੀ ਰਹੀ। ਤੂੰ ਕੁਝ ਪੜ੍ਹਨਾ ਹੋਵੇ, ਪੁੱਛਣਾ ਹੋਵੇ, ਜਦੋਂ ਜੀ ਕਰੇ ਆ ਜਾਇਆ ਕਰ। ਤੂੰ ਕੁਝ ਲਿਖਦੀ ਹੁੰਦੀ ਹੈ? ਮੈਨੂੰ ਪੁੱਛ ਰਹੇ ਸਨ। ਨਹੀਂ, ਮੈਂ ਆਖਿਆ। ਬੋਲੇ, ਮੈਂ ਨਹੀਂ ਮੰਨਦਾ। ਤੇਰੇ ਹੱਥ ਤਾਂ ਇੱਕ ਕਲਾਕਾਰ ਦੇ ਹੱਥ ਨੇ। ਤੇਰੀਆਂ ਤਾਂ ਉਂਗਲਾਂ 'ਚ ਸੰਗੀਤ ਹੈ, ਤੇਰੀਆਂ ਅੱਖਾਂ। ਮੈਂ ਘਬਰਾ ਜਿਹੀ ਗਈ। ਇਹ ਬਜ਼ੁਰਗ ਪ੍ਰਿੰਸੀਪਲ ਕੀ ਆਖ ਰਿਹਾ ਸੀ ਤੇ ਆਖਿਆ, ਮੈਂ ਸੱਚ ਆਖਦੀ ਹਾਂ, ਮੈਂ ਕਦੇ ਕੁਝ ਨਹੀਂ ਲਿਖਿਆ। ਘਰ ਆ ਕੇ ਮੈਂ ਆਪਣੇ ਹੱਥਾਂ, ਆਪਣੀਆਂ ਉਂਗਲਾਂ ਵੱਲ ਦੇਖਦੀ ਰਹੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਹੱਥ ਕਲਾਕਾਰ ਦੇ ਹੱਥ ਕਿਵੇਂ ਨੇ। ਫਿਰ ਮੈਂ ਸੋਚਦੀ, ਮੈਂ ਤੇ ਕਦੇ ਕੁਝ ਵੀ ਨਹੀਂ ਲਿਖਿਆ, ਫਿਰ ਮੇਰੇ ਹੱਥ ਕਲਾਕਾਰ ਦੇ ਹੱਥ ਕਿਵੇਂ ਹੋ ਸਕਦੇ ਨੇ। ਹੁਣ 2 ਵਰ੍ਹੇ ਲੰਘ ਗਏ, ਮੈਂ BA ਪਾਸ ਕਰ ਲਈ। ਹੁਣ ਪ੍ਰਸ਼ਨ ਚਿੰਨ੍ਹ ਫਿਰ ਮੇਰੇ ਅੱਗੇ ਲਟਕ ਗਿਆ। IAS ਦਾ ਇਮਤਿਹਾਨ ਜੇ ਦੇਣਾ ਹੈ ਤਾਂ ਦਿੱਲੀ ਜਾ ਕੇ MA ਹਿਸਟਰੀ ਦੇ ਨਾਲ LLB ਦਾ ਇਕੱਠਾ ਕੋਰਸ ਕਰ ਲੈ। ਪ੍ਰੋਫੈਸਰ ਬਲਵੰਤ ਸਿੰਘ ਇੱਕ ਦਿਨ ਘਰ ਆਏ ਦੱਸ ਗਏ ਸਨ। ਪੜਦੇ ਵਾਲੇ ਟਾਂਗੇ 'ਚ ਸਕੂਲ ਜਾਣ ਵਾਲੀ ਲੜਕੀ ਮੁੰਡਿਆਂ ਦੇ ਕਾਲਜ ਵਿੱਚੋਂ BA ਕਰਕੇ ਹੁਣ IAS ਦਾ ਕੰਪੀਟੀਸ਼ਨ ਦੇਣ ਬਾਰੇ ਆਖ ਰਹੀ ਸੀ। ਫੁੱਫੜ ਜੀ ਨੂੰ ਔਖ ਵੀ ਲੱਗਦੀ ਸੀ, ਪਰ ਖੁਸ਼ੀ ਵੀ ਹੁੰਦੀ ਸੀ। ਬੇਜੀ ਨੇ ਇਤਰਾਜ਼ ਕੀਤਾ, ਦਿੱਲੀ ਫੇਰ ਹੋਸਟਲ 'ਚ ਰਹੂਗੀ। ਹੁਣ ਨਹੀਂ ਜੀ, ਰਹਿਣ ਦਿਓ। ਕੋਲ ਅਹਿਮਦ ਆਖ ਰਿਹਾ ਸੀ, ਮੈਂ ਜੀ ਤੁਹਾਨੂੰ ਦੱਸਿਆ ਨਹੀਂ, ਇੱਕ ਦਿਨ ਮੈਂ ਜਰਾ ਸੰਦੇਹਾ ਵਗ ਗਿਆ ਸੀ ਟਾਂਗਾ ਲੈ ਕੇ। ਟਾਂਗਾ ਇੱਕ ਪਾਸੇ ਖੜਾ ਕਰਕੇ ਸੋਚਿਆ, ਦੇਖਾਂ ਆਪਣੀ ਬੀਬਾ ਕਿੱਥੇ ਪੜ੍ਹਦੀ ਹੈ। ਅੰਦਰ ਜੀ ਚੰਗਾ ਭਲਾ ਧਾੜੀ ਦਾੜੀ ਵਾਲਾ ਬੰਦਾ ਸੀ, ਹੀਰ ਦੀਆਂ ਗੱਲਾਂ ਕਰੇ। ਸੋਚਿਆ ਤੁਹਾਨੂੰ ਆਖੂੰਗਾ ਵੀ ਆਪਣੀ ਬੀਬਾ ਨੂੰ ਤਾਂ ਉੱਥੋਂ ਪੜ੍ਹਨੋਂ ਹਟਾ ਲਓ। ਫਿਰ ਸੋਚਿਆ ਇਹ ਲੜੂਗੀ ਮੇਰੇ ਨਾਲ, ਪਰ ਜੀ ਦਿੱਲੀ ਤਾਂ ਉੱਕਾ ਹੀ ਨਹੀਂ ਭੇਜਣੀ, ਉੱਥੇ ਕੌਣ ਇਹਦਾ ਖਿਆਲ ਰੱਖੂ। ਬੇਜੀ ਨੂੰ ਵੀ ਆਖਣ ਦਾ ਮੌਕਾ ਮਿਲ ਗਿਆ, ਜੀ ਉਦਣ ਦੇਖ ਤਾਂ ਕਿਵੇਂ ਤੁਸੀਂ ਧਰਤੀ ਪੱਟਦੇ ਸੀ ਜਿੱਦਣ ਮਾੜਾ ਜਿਹਾ ਹਨੇਰਾ ਹੋ ਗਿਆ ਸੀ। ਇਹਨੂੰ ਨਾਲੇ ਦੱਸ ਕੇ ਗਈ ਸੀ ਵੀ ਅੱਜ ਕੁਛ ਹੈਗਾ ਕਾਲਜ 'ਚ, ਦੇਰ ਨਾਲ ਆਊਗੀ। ਦਿੱਲੀ 'ਚ ਜਾ ਕੇ ਪੜ੍ਹਨ ਵਾਲੀ ਗੱਲ ਫੁੱਫੜ ਜੀ ਨੂੰ ਵੀ ਪਸੰਦ ਨਹੀਂ ਸੀ, ਪਰ ਉਹਨਾਂ ਨੇ ਨਾ ਮੰਨਣ 'ਤੇ ਜਦੋਂ ਮੈਂ ਰੋ ਪਈ ਉਹ ਮੰਨ ਗਏ ਤੇ ਆਖਣ ਲੱਗੇ, ਠੀਕ ਹੈ, ਭੇਜ ਦਿਆਂਗੇ ਦਿੱਲੀ। ਦਿੱਲੀ ਜਾ ਕੇ ਮੈਂ ਹਿਸਟਰੀ ਦੀ MA ਦੇ ਨਾਲ LLB ਦੀਆਂ ਕਲਾਸਾਂ ਜੁਆਇਨ ਕਰ ਲਈਆਂ ਅਤੇ ਮੈਰੰਡਾ ਹਾਊਸ ਦੇ ਹੋਸਟਲ 'ਚ ਰਹਿਣ ਲੱਗੀ। ਦਿੱਲੀ ਦੀਆਂ ਵਾਲ ਕੱਟਿਆਂ ਵਾਲੀਆਂ ਫਰ ਅੰਗਰੇਜ਼ੀ ਬੋਲਦੀਆਂ ਪੈਂਟਾਂ ਪਾ ਕੇ ਮੇਕਅਪ ਕਰਕੇ ਮੇਮਾਂ ਬੜੀਆਂ ਮੁੰਡਿਆਂ ਨਾਲ ਸੈਰ ਸਿਨੇਮੇ ਨੂੰ ਜਾਂਦੀਆਂ ਕੁੜੀਆਂ ਨੂੰ ਦੇਖ ਕੇ ਮੈਨੂੰ ਇਉਂ ਲੱਗਿਆ ਜਿਵੇਂ ਮੈਂ ਕਿਸੇ ਪਿੰਡ 'ਚੋਂ ਆਈ ਹਾਂ। ਆਥਣ ਵੇਲੇ ਸੱਜ ਧੱਜ ਕੇ ਬਾਹਰ ਲੌਨ 'ਚ ਟਹਿਲਦੀਆਂ, ਵਾਕਫ ਮੁੰਡਿਆਂ ਦੇ ਮਿਲਣ ਆਉਣ ਨੂੰ ਉਡੀਕਦੀਆਂ ਅਤੇ ਖਾਣ ਪੀਣ ਦੀਆਂ ਰੇਹੜੀਆਂ ਦੁਆਲੇ ਇਕੱਠੀਆਂ ਹੋਈਆਂ ਕੁੜੀਆਂ ਮੈਨੂੰ ਅਜੀਬ ਲੱਗਦੀਆਂ। ਉੱਚੀ ਉੱਚੀ ਹੱਸਦੀਆਂ, ਖੱਪਾਂ ਪਾਉਂਦੀਆਂ, ਮਜ਼ਾਕ ਕਰਦੀਆਂ, ਲਤੀਫੇ ਸੁਣਾਉਂਦੀਆਂ। ਕਈ ਸੱਚੀਆਂ ਰੰਗੀਨ ਆਪ ਬੀਤੀਆਂ ਵੀ ਜਦੋਂ ਦੱਸਦੀਆਂ ਮੈਨੂੰ ਲੱਗਦਾ ਇਹ ਐਵੇਂ ਝੂਠ ਬੋਲਦੀਆਂ ਨੇ। ਤੇਰਾ ਕੋਈ ਬॉयਫ੍ਰੈਂਡ ਕਦੇ ਮਿਲਣ ਨਹੀਂ ਆਇਆ? ਮੇਰੇ ਨਾਲ ਵਾਲੇ ਕਮਰੇ ਵਾਲੀ ਲੜਕੀ ਨੇ ਇੱਕ ਦਿਨ ਪੁੱਛਿਆ। ਹੈ ਹੀ ਨਹੀਂ ਮੇਰਾ ਕੋਈ ਬॉयਫ੍ਰੈਂਡ, ਮੈਂ ਦੱਸਿਆ। ਨਹੀਂ ਆ ਤਾਂ ਬਣਾ ਲੈ, ਤੂੰ ਤਾਂ ਸ਼ਾਮ ਨੂੰ LLB ਦੀਆਂ ਕਲਾਸਾਂ ਲਾਉਣ ਵੀ ਜਾਂਦੀ ਹੈ, ਉੱਥੇ ਬਥੇਰੇ ਲੜਕੇ ਨੇ, ਕਿਵੇਂ ਬਣਾਈਦਾ? ਮੈਂ ਜਦੋਂ ਆਖਿਆ ਉੱਚੀ ਉੱਚੀ ਹੱਸ ਪਈ। ਇਹ ਗੱਲ ਉਹਨੇ ਬਾਕੀ ਕੁੜੀਆਂ ਨੂੰ ਵੀ ਦੱਸੀ। ਅਜੇ ਮਹੀਨਾ ਕੁ ਹੋਇਆ ਸੀ ਮੈਨੂੰ ਉੱਥੇ ਆਈ ਨੂੰ, ਅੰਗਰੇਜ਼ੀ ਬੋਲਣ ਦਾ ਮਸਾ ਝਾਕਾ ਹੀ ਖੁੱਲ੍ਹਿਆ ਸੀ। ਮਾੜੀ ਮੋਟੀ ਦੋਸਤੀ 2-4 ਕੁੜੀਆਂ ਨਾਲ ਵੀ ਹੋ ਗਈ ਸੀ। ਜਦੋਂ ਫੁੱਫੜ ਜੀ ਦੀ ਚਿੱਠੀ ਆਈ ਤੇਰੇ ਪ੍ਰਿੰਸੀਪਲ ਸਾਹਿਬ ਮਿਲੇ ਸੀ, ਆਖਦੇ ਸੀ ਡਬਲ ਕੋਰਸ ਦਿਵਾ ਦਿੱਤਾ, ਕੁੜੀ ਮਾਰਨੀ ਆ ਤੁਸੀਂ। ਉਹ ਤਾਂ ਅੱਗੇ ਹੀ ਕਮਜ਼ੋਰ ਜਿਹੀ ਹੈ। ਮੈਂ ਅਜੇ ਇਸ ਚਿੱਠੀ ਦਾ ਜਵਾਬ ਵੀ ਨਹੀਂ ਸੀ ਦਿੱਤਾ ਕਿ ਇੱਕ ਚਿੱਠੀ ਹੋਰ ਆ ਗਈ। ਸੁਣਿਆ ਹੋਸਟਲ 'ਚ ਤਾਂ ਰੋਟੀ ਵੀ ਚੰਗੀ ਨਹੀਂ ਮਿਲਦੀ, ਫਰੂਟ ਫਰਾਟ ਚਪੜਾਸੀ ਤੋਂ ਬਾਹਰੋਂ ਮੰਗਵਾ ਲਿਆ ਕਰ। ਅਤੇ ਇਹ ਤੋਂ ਮਗਰੋਂ ਲਗਾਤਾਰ ਉਹਨਾਂ ਦੀਆਂ ਫਿਕਰ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ। ਸਭ ਤੋਂ ਅਖੀਰਲੀ ਚਿੱਠੀ 'ਚ ਉਹਨਾਂ ਲਿਖਿਆ, ਮੈਂ ਪਤਾ ਨਹੀਂ
2-4 ਸਾਲ ਹੋਰ ਜਿਉਣਾ ਹੈ, ਪਤਾ ਨਹੀਂ। ਤੂੰ ਪਹਿਲਾਂ ਹੀ ਸਾਨੂੰ ਛੱਡ ਕੇ ਚਲੀ ਗਈ ਹੈ। ਮੈਂ ਕਹਿੰਦਾ ਕੀ ਕਰਨਾ ਤੂੰ ਬਹੁਤਾ ਪੜ੍ਹ ਕੇ, ਤੈਂ ਕਿਹੜਾ ਨੌਕਰੀ ਕਰਨੀ ਹੈ। ਮੈਂ ਪਤਾ ਨਹੀਂ 2-4 ਸਾਲ ਹੋਰ ਜਿਉਣਾ ਹੈ, ਪਤਾ ਨਹੀਂ ਗੱਲ ਨੇ ਮੈਨੂੰ ਬਹੁਤ ਬੇਆਰਾਮ ਕਰ ਦਿੱਤਾ। ਅਗਲੇ ਦਿਨ ਆਪਣਾ ਸਮਾਨ ਲੈ ਕੇ ਮੈਂ ਵਾਪਸ ਪਟਿਆਲੇ ਆ ਗਈ। ਸਾਰੇ ਘਰ ਦੇ ਬਹੁਤ ਖੁਸ਼ ਹੋਏ। ਇੱਥੇ ਹੀ ਕਾਲਜ 'ਚ MA ਕਰ ਲੈ। ਫੁੱਫੜ ਜੀ ਨੇ ਮੈਨੂੰ ਕਈ ਦਿਨਾਂ ਮਗਰੋਂ ਉਦਾਸ ਜਿਹੀ ਤੁਰੀ ਫਿਰਦੀ ਦੇਖ ਕੇ ਆਖਿਆ, ਕਰ ਲੈਂਦੀ ਹਾਂ। ਮੈਂ ਉਹ ਆਖਿਆ ਜੇ ਤਾਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਠੀਕ ਹੈ, ਜੋ ਆਖੋਗੇ ਕਰ ਲਵਾਂਗੀ, ਮੇਰਾ ਕੀ ਹੈ। ਫੁੱਫੜ ਜੀ ਫਿਰ ਪ੍ਰਿੰਸੀਪਲ ਨੂੰ ਮਿਲਣ ਗਏ। ਮਤਲਬ ਇਹ ਪੁੱਛਣ ਗਏ ਸਭ ਤੋਂ ਸੌਖੀ MA ਕਿਹੜੇ ਮਜ਼ਮੂਨ ਦੀ ਹੈ। ਉਹਨਾਂ ਦੱਸਿਆ ਪੰਜਾਬੀ ਦੀ ਕਰਵਾ ਦਿਓ, ਨਾਲੇ ਜੋ ਕੁਝ ਨਹੀਂ ਆਇਆ ਕਰੇਗਾ ਮੈਂ ਆਪ ਕਰਵਾ ਦਿਆ ਕਰਾਂਗਾ। ਫੁੱਫੜ ਜੀ ਨੇ ਮੈਨੂੰ ਪੰਜਾਬੀ MA 'ਚ ਦਾਖਲ ਕਰਵਾ ਦਿੱਤਾ। ਦਾਖਲ ਤਾਂ ਮੈਂ ਹੋ ਗਈ, ਪਰ ਨਾ ਕਿਤਾਬਾਂ ਖਰੀਦੀਆਂ, ਨਾ ਲਾਇਬ੍ਰੇਰੀ ਜਾਂਦੀ, ਨਾ ਹੀ ਚੱਜ ਨਾਲ ਪੀਰੀਅਡ ਲਗਾਉਂਦੀ। ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਇੱਕ ਵਾਰੀ ਕਲਾਸ ਟੈਸਟ ਲਿਆ। ਸਭ ਤੋਂ ਘੱਟ 10 'ਚੋਂ 2 ਮੇਰੇ ਨੰਬਰ ਸੀ। ਮਜ਼ਾਕ ਕਰਨ ਲੱਗੇ ਕਿ ਉਲਟੇ ਪਾਸਿਓਂ ਜਿਹੜਾ ਨੰਬਰ 1 ਹੈ ਉਹਦਾ ਪੇਪਰ ਪੜ੍ਹ ਕੇ ਸੁਣਾਉਣਾ। ਗਲਤ ਲਿਖਿਆ ਗਲਤੀਆਂ ਵਾਲਾ ਸਫਾ ਕੁ ਪੜ੍ਹ ਕੇ, ਜਿਸ 'ਚ ਸੱਸੇ ਤੇ ਸ਼ੱਸ਼ੇ ਦੀ ਵੀ ਗਲਤ ਵਰਤੋਂ ਕੀਤੀ ਹੋਈ ਸੀ। ਉਹ ਮੈਨੂੰ ਪੁੱਛਣ ਲੱਗੇ ਕੀ ਇਹ ਵਿਦਿਆਰਥੀ ਸਾਲਾਨੇ ਇਮਤਿਹਾਨ 'ਚ ਸੈਕਿੰਡ ਡਿਵੀਜ਼ਨ ਲੈ ਜਾਏਗਾ। ਸੈਕਿੰਡ ਡਿਵੀਜ਼ਨ ਲੈਣੀ ਉਦੋਂ ਖਾਸੀ ਵੱਡੀ ਗੱਲ ਸਮਝੀ ਜਾਂਦੀ ਸੀ, ਕਿਉਂਕਿ ਸੈਕਿੰਡ ਡਿਵੀਜ਼ਨ ਲੈ ਕੇ ਅਗਲਾ ਪ੍ਰੋਫੈਸਰ ਜਾਣ ਲੱਗਦਾ ਸੀ। ਮੇਰਾ ਤਾਂ ਖਿਆਲ ਹੈ ਫਸਟ ਡਿਵੀਜ਼ਨ ਲੈ ਜਾਏਗੀ। ਮੈਂ ਵੀ ਮਜ਼ਾਕ 'ਚ ਜਵਾਬ ਦਿੱਤਾ, ਬੁੱਲੇ ਬੱਲੇ ਵੀ ਇਹਨੂੰ ਆਖਦੇ ਨੇ ਮੂੰਹ ਜ਼ਬਾਨੀ ਦਾ ਮਾਰਕਾ ਮਾਰਨਾ। ਜਦੋਂ ਉਹਨਾਂ ਆਖਿਆ, ਉਹਨਾਂ ਦੇ ਨਾਲ ਸਾਰੇ ਮੁੰਡੇ ਕੁੜੀਆਂ ਵੀ ਮੇਰੇ ਵੱਲ ਵੇਖ ਕੇ ਹੱਸ ਪਏ। ਅੰਗ 21ਵਾਂ। ਦਸੰਬਰ ਦਾ ਮਹੀਨਾ, ਭਿੱਜਿਆ ਜਿਹਾ ਬੱਦਲਵਾਈ ਦਾ ਦਿਨ, ਉਦਾਸ ਜਿਹੀ ਸ਼ਾਮ। ਮੈਂ ਆਪਣੇ ਕਮਰੇ 'ਚ ਬੈਠੀ ਸਵੈਟਰ ਬੁਣ ਰਹੀ ਸੀ। ਜੀ ਜਿਹਾ ਘਟਿਆ, ਉੱਠ ਕੇ ਬਾਹਰ ਜਾ ਕੇ ਠੰਡੇ ਪਾਣੀ ਦਾ ਗਲਾਸ ਪੀਤਾ, ਪਰ ਜੀ ਅਜੇ ਵੀ ਘਬਰਾ ਰਿਹਾ ਸੀ। ਆ ਕੇ ਬਿਸਤਰੇ 'ਚ ਪੈ ਗਈ। ਕੀ ਗੱਲ, ਬੇਜੀ ਨੇ ਪੁੱਛਿਆ। ਜੀ ਜਿਹਾ ਘਬਰਾਉਂਦਾ ਹੈ। ਮੈਂ ਜਦੋਂ ਆਖਿਆ, ਪਾਣੀ ਨਾਲ ਮੇਰੀ ਅੱਖਾਂ ਭਰ ਆਈਆਂ। ਮੈਂ 20 ਵਾਰੀ ਆਖਿਆ ਕਿਤਾਬਾਂ ਨਾਲ ਇੰਨਾ ਮੱਥਾ ਨਾ ਮਾਰਿਆ ਕਰ। ਜੀ ਤਾਂ ਘਬਰਾਊਗਾ ਹੀ, ਬਈ ਤੈਂ ਪੜ੍ਹ ਕੇ ਕੀ ਕਰਨਾ, ਕਿਹੜਾ ਕੋਈ ਨੌਕਰੀ ਕਰਨੀ ਹੈ। ਬੇਜੀ ਸਗੋਂ ਡਾਂਟ ਰਹੇ ਸੀ। ਉਹਨਾਂ ਮੇਰੀ ਬਾਂਹ ਟੋਈ, ਮੱਥੇ 'ਤੇ ਹੱਥ ਲਾਇਆ ਤੇ ਬਾਹਰ ਆ ਕੇ ਡਾਕਟਰ ਨੂੰ ਟੈਲੀਫੋਨ ਕਰ ਦਿੱਤਾ। ਜੇਲ੍ਹ ਤੋਂ ਡਾਕਟਰ ਆ ਗਿਆ। ਦੇਖ ਜਾ ਕੇ ਆਖਿਆ, ਕੋਈ ਗੱਲ ਨਹੀਂ ਘਬਰਾਉਣ ਵਾਲੀ। ਬਾਜ਼ਾਰੋਂ ਮੰਗਵਾ ਕੇ ਕੋਰਾਮਿਨ ਦਾ ਉਹਨਾਂ ਮੇਰੀ ਟੀਕਾ ਲਗਾਇਆ ਤੇ ਕੋਰਾਮਿਨ ਦੀ ਇੱਕ ਸ਼ੀਸ਼ੀ ਮੰਗਵਾ ਕੇ ਰੱਖ ਗਿਆ ਕਿ ਜੇ ਕਦੇ ਫਿਰ ਇਉਂ ਮਹਿਸੂਸ ਹੋਵੇ ਤਾਂ 10-12 ਬੂੰਦਾਂ ਕੋਰਾਮਿਨ ਦੀਆਂ ਪਾਣੀ 'ਚ ਪਾ ਕੇ ਪੀ ਲਵਾਂ। ਇੱਕ ਗੋਲੀ ਉਹ ਮੈਨੂੰ ਨੀਂਦ ਦੀ ਦੇ ਗਿਆ। ਰਾਤ ਨੂੰ ਰੋਟੀ ਖਾਣ ਨੂੰ ਮੇਰਾ ਦਿਲ ਨਹੀਂ ਕੀਤਾ। ਨਿੱਤ ਵਾਂਗ ਖਸਖਸ ਤੇ ਬਦਾਮਾਂ ਵਾਲਾ ਦੁੱਧ ਬੇਜੀ ਨੇ ਜ਼ਬਰਦਸਤੀ ਪਿਲਾ ਦਿੱਤਾ। ਨੀਂਦ ਵਾਲੀ ਗੋਲੀ ਖਾ ਕੇ ਮੈਂ ਜਲਦੀ ਸੌਂ ਗਈ। ਆਪ ਸੌਣ ਤੋਂ ਪਹਿਲਾਂ ਰਾਤ ਦੇ 11 ਵਜੇ ਫੁੱਫੜ ਜੀ ਨੇ ਮੈਨੂੰ ਜਗਾ ਕੇ ਪੁੱਛਿਆ ਕਿ ਮੇਰੀ ਤਬੀਅਤ ਤਾਂ ਠੀਕ ਹੈ। ਹਾਂ ਠੀਕ ਹੈ, ਆਖ ਮੈਂ ਫਿਰ ਸੌਂ ਗਈ। ਸਵੇਰੇ ਸਵੇਰੇ ਸੁਪਨਾ ਆਇਆ ਜਿਵੇਂ ਫੁੱਫੜ ਜੀ ਮਰ ਗਏ ਹਨ। ਸੁਪਨੇ 'ਚ ਹੀ ਮੈਂ ਬਹੁਤ ਰੋਈ ਤੇ ਰੋਂਦਿਆਂ ਰੋਂਦਿਆਂ ਮੇਰੀ ਜਾਗ ਖੁੱਲ੍ਹ ਗਈ। ਲਾਈਟ ਜਗਾਈ, ਟਾਈਮ ਦੇਖਿਆ, 4 ਵਜੇ ਸਨ। ਰੋਣ ਕਰਕੇ ਮੇਰੀਆਂ ਅੱਖਾਂ ਅਜੇ ਵੀ ਪਾਣੀ ਨਾਲ ਭਰੀਆਂ ਪਈਆਂ ਸਨ। ਖਿਆਲ ਆਇਆ, ਸੁਪਨੇ 'ਚ ਜਿਹਦੀ ਮੌਤ ਹੋਵੇ ਆਖਦੇ ਨੇ ਅਸਲ 'ਚ ਉਹਦੀ ਉਮਰ ਵੱਧਦੀ ਹੈ। ਇਹ ਸੋਚ ਕੇ ਮਨ ਸ਼ਾਂਤ ਹੋ ਗਿਆ। ਸ਼ੁਕਰ ਕੀਤਾ ਇਹ ਸੁਪਨਾ ਹੀ ਸੀ ਤੇ ਲਾਈਟ ਬੁਝਾ ਕੇ ਮੈਂ ਫਿਰ ਸੌਂ ਗਈ। ਦਿਨ ਚੜ੍ਹੇ ਮੈਂ ਦੇਰ ਨਾਲ ਜਾਗੀ। ਫੁੱਫੜ ਜੀ ਨੇ ਹਰੇਕ ਐਤਵਾਰ ਵਾਂਗ ਮਾਲਿਸ਼ ਕਰਾਈ, ਸਿਰ ਨਹਾਤੇ, ਬ੍ਰੈਕਫਾਸਟ ਲੈ ਕੇ ਵਿਹੜੇ 'ਚ ਬੈਠ ਕੇ ਅਖਬਾਰ ਪੜ੍ਹਨ ਲੱਗ ਪਏ। ਮੈਂ ਚਾਹ ਪੀ ਕੇ ਉਹਨਾਂ ਦੇ ਕੋਲ ਬੈਠ ਕੇ ਸਵੈਟਰ ਬੁਣਨ ਲੱਗ ਪਈ। ਰਾਤ ਵਾਲਾ ਸੁਪਨਾ ਮੈਨੂੰ ਯਾਦ ਸੀ ਤੇ ਮੈਂ ਇੱਕ ਬੇਚੈਨੀ ਜਿਹੀ ਮਹਿਸੂਸ ਕੀਤੀ। ਇਹ ਸਵੈਟਰ ਕਿਹਦਾ ਬੇਟਾ, ਫੁੱਫੜ ਜੀ ਨੇ ਪੁੱਛਿਆ। ਤੁਹਾਡਾ, ਮੈਂ ਕਿਹਾ। ਮੇਰੇ ਕੋਲ ਤਾਂ ਕਈ ਸਵੈਟਰ ਹੈਗੇ ਨੇ। ਪਰਸੋਂ ਨੂੰ ਗੁਰਬਚਨ ਭਰਾ ਜੀ ਦੇ ਲੜਕੇ ਦਾ ਵਿਆਹ ਹੈ ਨਾ, ਉਸ ਲਈ ਤੁਹਾਨੂੰ ਨਵਾਂ ਸਵੈਟਰ ਬਣਾ ਕੇ ਦੇਵਾਂਗੀ, ਮੈਂ ਦੱਸਿਆ। ਅਖਬਾਰ ਮੁਕਾ ਕੇ ਫੁੱਫੜ ਜੀ ਨੇ ਵਾਲ ਵਾਹੇ, ਪਗੜੀ ਬੰਨੀ, ਕੱਪੜੇ ਬਦਲੇ ਤੇ ਬੇਜੀ ਨੂੰ ਆਖਣ ਲੱਗੇ, ਕਈ ਦਿਨ ਤੋਂ ਮੇਰਾ ਪੇਟ ਜ਼ਰਾ ਭਾਰਾ ਭਾਰਾ ਲੱਗਦਾ ਹੈ। ਡਾਕਟਰ ਜਗਦੀਸ਼ ਨੂੰ ਦਿਖਾਈ ਆਉਣਾ, ਨਾਲੇ ਮਿਲ ਆਊਂ। ਅੱਜ ਐਤਵਾਰ ਹੈ, ਘਰੇ ਹੀ ਹੋਏਗਾ। ਚਲੋ ਮੈਂ ਵੀ ਚੱਲਦੀ ਹਾਂ, ਆਖ ਬੇਜੀ ਵੀ ਤਿਆਰ ਹੋਣ ਲੱਗ ਪਏ। ਜਾਣ ਤੋਂ ਪਹਿਲਾਂ ਉਹਨੇ ਪੁੱਛਿਆ, ਬੀਬੀ ਕਿੱਥੇ ਹੈ। ਬੇਜੀ ਨੇ ਦੱਸਿਆ, ਉੱਪਰ ਨੂੰ ਗਈ ਹੈ। ਕੁਛ ਆਖਣਾ। ਬੋਲੇ ਨਹੀਂ। ਕੋਠੀ ਤੋਂ ਬਾਹਰ ਆ ਕੇ ਪਹਿਲਾਂ ਉਹਨਾਂ ਡਰਾਈਵਰ ਨੂੰ ਕਾਰ ਕੱਢਣ ਨੂੰ ਆਖਿਆ, ਫਿਰ ਆਖਣ ਲੱਗੇ, ਕਾਰ ਰਹਿਣ ਦੇ, ਤੂੰ ਜੰਗ ਸਿਆਂ ਟਾਂਗਾ ਹੀ ਜੋੜ ਲਿਆ। ਪਰ ਇਹ ਤੋਂ ਪਹਿਲਾਂ ਕਿ ਜੰਗ ਟਾਂਗਾ ਜੋੜ ਕੇ ਲਿਆਂਦਾ, ਇਹ ਆਖ ਕੇ ਤੁਰ ਪਏ ਕਿ ਰਹਿਣ ਦੇ, ਪੈਦਲ ਹੀ ਜਾ ਆਉਣਾ, ਨਾਲੇ ਥੋੜ੍ਹੀ ਜਿਹੀ ਸੈਰ ਹੋ ਜੂ। ਆਖਦੇ ਨੇ ਡਾਕਟਰ ਦੇ ਘਰ ਗਏ। ਉਹਨੇ ਆਖਿਆ, ਚਲੋ ਹਸਪਤਾਲ ਚੱਲਦੇ ਹਾਂ, ਉੱਥੇ ਜਾ ਕੇ ਦੇਖਦੇ ਹਾਂ ਕੀ ਗੱਲ ਹੈ। ਹਸਪਤਾਲ ਜਾ ਕੇ ਡਾਕਟਰ ਨੇ ਉਹਨਾਂ ਨੂੰ ਬੈੱਡ 'ਤੇ ਪਾਇਆ। ਦੇਖਣ ਹੀ ਲੱਗਿਆ ਸੀ ਕਿ ਉਹਨਾਂ ਨੂੰ ਸਖਤ ਦਿਲ ਦਾ ਦੌਰਾ ਪਿਆ ਤੇ ਪੂਰੇ ਹੋ ਗਏ। ਕੁਝ ਚਿਰ ਮਕਾਣਾ ਕਾਣਾ ਆਉਂਦੀਆਂ ਰਹੀਆਂ, ਹਊ ਕਲਾਪ ਹੁੰਦਾ ਰਿਹਾ ਤੇ ਆਏ ਗਏ ਲੋਕਾਂ ਨਾਲ ਘਰ ਭਰਿਆ ਰਹਿੰਦਾ।
ਪਰ ਭੋਗ ਪੈ ਜਾਣ ਮਗਰੋਂ ਘਰ ਦੇ ਸਾਰੇ ਜੀਅ ਜਿਵੇਂ ਆਪਣੀ ਆਪਣੀ ਥਾਂ 'ਤੇ ਇਕੱਠੇ ਹੋ ਗਏ ਸੀ, ਜਿਵੇਂ ਕਿਸੇ ਦਾ ਵੀ ਦੁਨੀਆ ਉੱਤੇ ਕੋਈ ਨਹੀਂ ਸੀ ਰਹਿ ਗਿਆ। ਵੱਡੇ ਬੇਜੀ ਨੂੰ ਲੋਕਾਂ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ ਸਿਖਾਇਆ, ਤੂੰ ਸਭ ਕਾਸੇ 'ਚੋਂ ਆਪਣਾ ਅੱਧ ਵੰਡਾ ਕੇ ਪਾਸੇ ਹੋ ਜਾ, ਜਿਹਨੂੰ ਮਰਜ਼ੀ ਦੇ, ਜਿਹਨੂੰ ਮਰਜ਼ੀ ਨਾ ਦੇ। ਪਰ ਉਹਨਾਂ ਆਖਿਆ, ਮੇਰੇ ਬਿਨਾਂ ਛੋਟੀ ਦਾ ਕੌਣ ਹੈ? ਉਹ ਜੇ ਰੁਲੂਗੀ, ਮੇਰੇ ਆਦਮੀ ਦਾ ਨਾਂ ਰੁਲੂਗਾ। ਅਸੀਂ ਤਾਂ ਦੁੱਖ ਸੁੱਖ ਰਲ ਕੇ ਹੀ ਕੱਟਾਂਗੇ। ਛੋਟੇ ਬੇਜੀ ਨੂੰ ਵੀ ਬਥੇਰਿਆਂ ਨੇ ਆਖਿਆ, ਸਾਰੀ ਉਮਰ ਤੂੰ ਵੱਡੀ ਦੀਆਂ ਜੁੱਤੀਆਂ ਖਾਧੀਆਂ ਨੇ, ਹੁਣ ਤੈਂ ਉਹ ਤੋਂ ਕੀ ਲੈਣਾ? ਪਰ ਉਹਨੇ ਵੀ ਇਹੀ ਆਖਿਆ, ਸਰਦਾਰ ਸਾਹਿਬ ਹੁੰਦੇ ਗੱਲ ਹੋਰ ਸੀ, ਪਰ ਹੁਣ ਮੇਰਾ ਇਹਨਾਂ ਬਿਨਾਂ ਕੌਣ ਹੈ? ਬਾਪੂ ਜੀ ਫੁੱਫੜ ਜੀ ਦੇ ਮਰਨ 'ਤੇ ਬਹੁਤ ਰੋਏ ਤੇ ਇਹ ਵੀ ਆਖਿਆ, ਇੱਦੋਂ ਤਾਂ ਮੈਂ ਮਰ ਜਾਂਦਾ। ਸਰਦਾਰ ਦੇ ਮਰਨ ਨਾਲ ਉਹਦਾ ਨਾਂ ਹੀ ਮੁੱਕ ਗਿਆ। ਵੀਰੇ ਨੂੰ ਤੇ ਛੋਟੀ ਭੈਣ ਨੂੰ ਸਾਡੇ ਕੋਲ ਛੱਡ ਗਏ। ਇੱਕ ਭੈਣ ਲੁਧਿਆਣੇ ਹੋਸਟਲ 'ਚ ਪੜ੍ਹਦੀ ਸੀ ਤੇ ਇੱਕ ਖੰਨੇ। ਉਹ ਆਪ ਕਦੇ ਇੱਥੇ ਸਾਡੇ ਕੋਲ ਆ ਜਾਂਦੇ, ਕਦੇ ਪਿੰਡ ਚਲੇ ਜਾਂਦੇ। ਫੁੱਫੜ ਜੀ ਦੇ ਮਰਨ ਤੋਂ ਪਹਿਲਾਂ ਉਹਨਾਂ ਦੇ ਪਿੰਡ ਦੇ ਇੱਕ ਸਾਊ ਲਫਟੈਂਡ ਨਾਲ ਮੇਰੇ ਤੋਂ ਛੋਟੀ ਸੁਰਜੀਤ ਦਾ ਵਿਆਹ ਕਰਤਾ ਗਿਆ ਸੀ, ਤਾਂ ਜੋ ਫੁੱਫੜ ਜੀ ਤੋਂ ਪਿੱਛੋਂ ਵੀ ਉਹ ਨਗਰ ਖੇੜੇ ਨਾਲ ਸਾਡਾ ਸੰਬੰਧ ਬਣਿਆ ਰਹੇ। ਫੁੱਫੜ ਜੀ ਦੀ ਮੌਤ ਤੋਂ ਮਗਰੋਂ ਅਸੀਂ ਲੋਕਾਂ ਦੇ ਰੰਗ ਬਦਲਦੇ ਵੇਖੇ। ਆਖੇ, ਨਵਾਬ ਦੀ ਕੁੱਤੀ ਮਰ ਗਈ, ਸਾਰਾ ਪਿੰਡ ਮੁਕਾਣੇ ਆਇਆ। ਨਵਾਬ ਮਰ ਗਿਆ, ਕੋਈ ਨਾ ਆਇਆ। ਵੱਡੇ ਬੇਜੀ ਸਿਆਣਿਆਂ ਦੀ ਕਥੀ ਗੱਲ ਚਿਤਾਰਦੇ। ਜਿਸ ਘਰ 'ਚ ਆਏ ਗਿਆਨ ਦਾ ਅਫਸਰ, ਵਜ਼ੀਰਾਂ ਦਾ ਕੰਮ ਕਰਵਾਉਣ ਵਾਲੇ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ, ਉਸ ਘਰ 'ਚ ਕਾਂ ਲੱਗ ਗਏ ਪੈਣ। ਜਿਹੜੀ ਭਾਬੀ ਹਰਨਾਮ ਕੌਰ ਮੈਨੂੰ ਫੁੱਫੜ ਜੀ ਦੇ ਜਿਉਂਦਿਆਂ ਆਪਣੀ ਧੀ ਜੋਗਿੰਦਰ ਦੇ ਬਰਾਬਰ ਮੰਨਦੀ ਸੀ, ਉਸੇ ਘਰੋਂ ਸਕੂਲ ਵਾਲੀ ਮਾਈ ਭਾਵ ਬੀਬੀ ਪ੍ਰੋਤਨੀ ਦੇ ਹੱਥ ਸੁਨੇਹਾ ਆਇਆ, ਸਰਦਾਰ ਤਾਂ ਹੁਣ ਮਰ ਗਿਆ, ਕੁੜੀਆਂ ਨੂੰ ਜੇ ਕੋਠੀ 'ਚੋਂ ਕਬੂਤਰਾਂ ਵਾਂਗੂ ਨਾ ਉਡਾਤਾ। ਵਿੱਚੋਂ ਮੈਂ ਸਹਿਮ ਕੇ ਉੱਪਰੋਂ ਗਰਜ ਕੇ ਮਾਈ ਨੂੰ ਆਖਿਆ, ਉਹਨਾਂ ਨੂੰ ਆਖ ਦੇਈਂ ਜਾ ਕੇ ਵੀ ਬੀਬੀ ਦੀ ਭਾਖਦੀ ਸੀ, ਮੈਂ ਤਾਂ ਮਰੀ ਜਿਉਂਦੀ ਇੱਕ ਬਰਾਬਰ ਹਾਂ। ਪਰ ਕਿਸੇ ਵੀ ਕੁੜੀ ਜਾਂ ਬੁੜੀ ਵੱਲ ਉਂਗਲ ਕਰਨ ਤੋਂ ਪਹਿਲਾਂ ਉਹ ਆਪਣੇ ਤਿੰਨਾਂ ਪੁੱਤਾਂ ਦੀ ਖੈਰ ਮਨਾ ਲੈਣ। ਉਹਨਾਂ ਨੂੰ ਪਤਾ ਮੈਨੂੰ ਪਿਸਤੌਲ ਚਲਾਉਣਾ ਆਉਂਦਾ ਤੇ ਬੰਦੂਕ ਵੀ। ਉਹਨਾਂ ਤੇ ਤਿੰਨੇ ਪੁੱਤਰਾਂ ਨੂੰ ਮਾਰ ਕੇ ਆਪ ਮਰ ਜਾਊ, ਇਸ ਗੱਲ ਨੂੰ ਯਾਦ ਰੱਖਣ। ਮਾਈ ਵਿਚਾਰੀ ਜਿਵੇਂ ਹੁਕਮ ਦੀ ਬੱਧੀ ਸੁਨੇਹਾ ਲਿਆਈ ਸੀ, ਉਸੇ ਤਰ੍ਹਾਂ ਹੁਕਮ ਦੀ ਬੱਧੀ ਸੁਨੇਹਾ ਲੈ ਵੀ ਗਈ। ਅਗਲੇ ਦਿਨ ਹੀ ਤੇਜਾ ਸਿੰਘ ਭਰਾ ਜੀ ਜੋ DSP ਸਨ ਤੇ ਜਿਨ੍ਹਾਂ ਆਪਣੀ ਧੀ ਕਿਸੇ ਰਾਜੇ ਦੇ ਰਿਸ਼ਤੇਦਾਰ ਨੂੰ ਵਿਆਹੀ ਸੀ, ਆਪਣੀ ਵਹੁਟੀ ਭਾਬੀ ਹਰਨਾਮ ਕੌਰ ਨਾਲ ਸਾਡੀ ਕੋਠੀ ਆਈ। ਲੱਗੇ ਪੋਚੇ ਮਾਰਨਾ ਕਿ ਬੀਬਾ ਤੁਸੀਂ ਗਲਤ ਸਮਝ ਲਿਆ, ਅਸੀਂ ਕਦੇ ਉਹ ਕਹਿ ਸਕਦੇ ਹਾਂ? ਮਾਈ ਕਿਸੇ ਹੋਰ ਦੇ ਭੁਲੇਖੇ ਆ ਗਈ, ਉਹਨੂੰ ਗੱਲ ਸਮਝ ਨਹੀਂ ਲੱਗੀ। ਹੁਣ ਮਾਈ ਨੂੰ ਬੁਲਾਵਾਂ? ਮੈਂ ਆਖਿਆ, ਤੁਸੀਂ ਕੀ ਬੁਲਾਓਗੇ? ਮੈਂ ਆਪ ਸੱਦ ਕੇ ਝਾੜੂੰਗੀ ਉਹਨੂੰ। ਬਈ ਹੈ ਕਮਲੀ, ਤੂੰ ਬੀਬਾ ਨੂੰ ਕੀ ਆਖਤਾ ਜਾ ਕੇ? ਸਾਨੂੰ ਤਾਂ ਤੁਸੀਂ ਜੋਗਿੰਦਰ ਵਰਗੇ ਹੋ, ਹਰਨਾਮ ਕੌਰ ਭਾਬੀ ਆਖ ਰਹੀ ਸੀ। ਹਰਨਾਮ ਕੌਰੇ, ਰੱਬ ਤੋਂ 7 ਵੇਲੇ ਡਰੀਏ, ਰੱਬ ਮਾੜਾ ਵੇਲਾ ਨਾ ਲਿਆਵੇ ਕਿਸੇ ਤੇ। ਮੇਰੀ ਜਿਉਂਦੀ ਝਾਕ ਜੇ ਖਾਂ ਕੋਈ ਇਸ ਘਰ ਕੰਨੀ, ਜੇ ਕਾਲਜਾਂ ਨਾਲ ਖਾਜਾਂ ਕੱਢ ਕੇ। ਵੱਡੇ ਬੇਜੀ ਨੇ ਰੋਹ ਨਾਲ ਦਬਕਾ ਮਾਰਿਆ ਤੇ ਹਰਨਾਮ ਕੌਰ ਭਾਬੀ ਪੁੱਤਾਂ ਦੇ ਨੇਮ ਕਰਕੇ ਗਈ, ਬਈ ਜੇ ਅਸੀਂ ਦਿਲ 'ਚ ਕੋਈ ਮੈਲ ਰੱਖੀਏ। ਉਦੋਂ ਆਦਮੀ ਮਰੇ ਤੋਂ ਉਹਦੀਆਂ ਔਰਤਾਂ ਨੂੰ ਕੋਈ ਪੈਨਸ਼ਨ ਨਹੀਂ ਸੀ ਮਿਲਦੀ। ਪਿੰਡੋਂ ਠੇਕਾ 6 ਮਹੀਨੇ ਆਉਣਾ ਸੀ, ਬੈਂਕ ਵਿੱਚ ਜੋ ਧਰਿਆ ਢਕਿਆ ਸੀ ਉਹ ਕਿੰਨਾ ਕੁ ਚਿਰ ਕੱਢ ਕੇ ਖਾਈ ਜਾਣਾ ਸੀ। ਇਸ ਲਈ ਹਰ ਪਾਸੇ ਸੰਕੋਚ ਕਰਨ ਦੀ ਲੋੜ ਸੀ। ਕਾਰ ਵਰਾਂਡੇ 'ਚ ਖੜੀ ਕਰਤੀ, ਡਰਾਈਵਰ ਹਟਾ ਦਿੱਤਾ, ਮੱਝਾਂ ਗਾਵਾਂ ਵੇਚ ਦਿੱਤੀਆਂ, ਨੌਕਰ ਚਾਕਰ ਹਟਾ ਦਿੱਤੇ, ਫਲਾਂ ਦੀਆਂ ਮਠਿਆਈਆਂ ਦੀਆਂ, ਡਰਾਈ ਫਰੂਟਾਂ ਦੀਆਂ ਟੋਕਰੀਆਂ ਆਉਣੋਂ ਬੰਦ ਹੋ ਗਈਆਂ। ਤਾਏ ਜੈਮਲ ਨੂੰ ਕੋਠੀ ਦੇ ਮਗਰਲੇ ਕਮਰੇ ਦੇ ਦਿੱਤੇ, ਬਈ ਹੁਣ ਆਪਣਾ ਤੇ ਆਪਣੇ ਟੱਬਰ ਦਾ ਗੁਜ਼ਾਰਾ ਆਪ ਕਰੇ। ਬਲਵੰਤ ਭਾਬੀ ਹੋਰਾਂ ਦੀ ਵੀ ਜਦੋਂ ਮੁੜ ਕੇ ਪਟਿਆਲੇ ਦੀ ਬਦਲੀ ਹੋਈ ਤਾਂ ਅੱਡ ਘਰ ਲੈ ਕੇ ਰਹੇ। ਰਘਬੀਰ ਭਰਾ ਜੀ ਦੀ ਬਦਲੀ ਜਲੰਧਰ ਦੀ ਹੋ ਗਈ। ਫਿਰ ਵੀ ਵੱਡੇ ਬੇਜੀ ਚਿੰਤਾਤੁਰ ਹੋ ਕੇ ਆਖਦੇ, ਸਰਦਾਰ ਦੇ ਹੁੰਦਿਆਂ ਕਦੇ ਪਤਾ ਹੀ ਨਹੀਂ ਸੀ ਵੀ ਇਹ ਦਿਨ ਵੀ ਆ ਜਾਣਗੇ। ਫਿਰ ਇੱਕ ਦਿਨ ਸ਼ਾਇਦ ਕੋਈ ਚੀਜ਼ ਚਾਹੀਦੀ ਸੀ, ਲੋਕਰ ਖੋਲ੍ਹਣ ਬੈਂਕ ਗਈ ਤਾਂ ਅੱਗੋਂ ਬੈਂਕ ਵਾਲਿਆਂ ਮੈਨੂੰ ਲੋਕਰ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਲੋਕਰ ਮੇਰੇ ਤੇ ਫੁੱਫੜ ਜੀ ਦੇ ਨਾਮ ਪਰ ਸੀ, ਪਰ ਕਿਸੇ ਨੇ ਅਰਜ਼ੀ ਦੇ ਦਿੱਤੀ ਸੀ ਕਿ ਮੈਂ ਉਹਨਾਂ ਦੇ ਜਿਉਂਦਿਆਂ ਭਾਵੇਂ ਲੋਕਰ ਖੋਲ੍ਹ ਸਕਦੀ ਸੀ, ਪਰ ਉਹਨਾਂ ਦੇ ਮਰਨ ਪਿੱਛੋਂ ਨਹੀਂ, ਕਿਉਂਕਿ ਮੈਂ ਉਹਨਾਂ ਦੀ ਵਾਰਸ ਨਹੀਂ ਸੀ ਤੇ ਉਹਨਾਂ ਦੀ ਵਸੀਅਤ ਅਜੇ ਖੋਲ੍ਹੀ ਜਾਣੀ ਸੀ। ਮੈਂ ਬੇਜੀ ਹੋਰਾਂ ਨੂੰ ਆ ਕੇ ਦੱਸਿਆ। ਉਹ ਬੜੇ ਫਿਕਰਮੰਦ ਹੋ ਗਏ, ਕਿਉਂਕਿ ਉਹਨਾਂ ਨੂੰ ਫੁੱਫੜ ਜੀ ਦੀ ਕਿਸੇ ਵਸੀਅਤ ਦਾ ਪਤਾ ਨਹੀਂ ਸੀ। ਉਹਨਾਂ ਨੂੰ ਲੱਗਿਆ ਕੀ ਪਤਾ ਉਹਨਾਂ ਤੋਂ ਕਿਹਨੇ ਕਿਹੜੇ ਵੇਲੇ ਕਿਹੋ ਜਿਹੇ ਕਿਸੇ ਕਾਗਜ਼ 'ਤੇ ਦਸਤਖਤ ਕਰਾ ਲਏ ਹੋਣ। ਪਰ ਵਸੀਅਤ DC ਦੇ ਦਫ਼ਤਰ ਪਈ ਸੀ, ਕਢਵਾਈ ਗਈ, ਪੜ੍ਹਾਈ ਗਈ। ਉਹਨਾਂ ਲਿਖਿਆ ਸੀ, ਮੇਰੀ ਜਾਇਦਾਦ ਤੇ ਮੇਰੇ ਹੋਰ ਸਭ ਕਾਸੇ ਦੀਆਂ ਮਾਲਕ ਮੇਰੀਆਂ ਦੋਵੇਂ ਬੀਵੀਆਂ ਹਨ। ਤੌਖਲਾ ਮਿਟ ਗਿਆ, ਪਰ ਮੈਂ ਲੋਕਰ ਨਹੀਂ ਸੀ ਖੋਲ੍ਹ ਸਕਦੀ। ਲੋਕਰ ਮੇਰੇ ਨਾਂ ਸੀ, ਕੋਈ ਹੋਰ ਵੀ ਉਹਨੂੰ ਨਹੀਂ ਸੀ ਖੋਲ੍ਹ ਸਕਦਾ।
ਅਖੀਰ ਮਾਮਲਾ ਕੋਰਟ 'ਚ ਗਿਆ। ਫੈਸਲਾ ਇਹ ਹੋਇਆ, ਲੋਕਰ ਖੋਲ੍ਹ ਕੇ ਸਾਰੀਆਂ ਚੀਜ਼ਾਂ ਭਾਵ ਸਾਰੇ ਗਹਿਣਿਆਂ ਦਾ ਵਜ਼ਨ ਕਰਕੇ ਮੁੱਲ ਜਾਣ ਕੇ ਉਨੇ ਮੁੱਲ ਦੀਆਂ 2 ਜ਼ਮਾਨਤਾਂ ਲੈ ਕੇ ਉਹ ਗਹਿਣੇ ਸਰਦਾਰ ਦੀਆਂ ਦੋਵਾਂ ਘਰ ਵਾਲੀਆਂ 'ਚ ਅੱਧੇ ਅੱਧੇ ਵੰਡ ਦਿੱਤੇ ਜਾਣ। ਪਤਾ ਲੱਗਣ 'ਤੇ ਫਿਰ ਕੁਝ ਲੋਕਾਂ ਨੇ ਵੱਡੇ ਬੇਜੀ ਨੂੰ ਆਖਿਆ, ਤੁਹਾਡੇ ਹਨ ਚਾਹੇ ਨਹੀਂ, ਚੁੱਪ ਕਰਕੇ ਅੱਧੇ ਗਹਿਣੇ ਪੱਲੇ ਪਵਾ ਲਓ। ਪਰ ਉਹਨੂੰ ਆਖਿਆ, ਮੈਂ ਅੰਤ ਨੂੰ ਰੱਸੇ ਵੱਟਣੇ ਨੇ ਝੂਠ ਬੋਲ ਕੇ। ਪੁੱਤ ਨਾ ਧੀ, ਮੈਂ ਕਿਹਨੂੰ ਦੇਣਾ ਸਾਰਾ ਕੁਝ। ਉਹਨਾਂ ਛੋਟੇ ਬੇਜੀ ਦੇ ਨਾਲ ਹੀ ਲਿਖ ਕੇ ਦੇ ਦਿੱਤਾ ਕਿ ਲੋਕਰ ਖੋਲ੍ਹਣ ਦੀ ਮੈਨੂੰ ਇਜਾਜ਼ਤ ਦੇ ਦਿੱਤੀ ਜਾਏ। ਫੁੱਫੜ ਜੀ ਦੇ ਮਰਨ ਨਾਲ ਮੌਤ ਨੂੰ ਜਿਵੇਂ ਮੈਂ ਨੇੜਿਓਂ ਹੋ ਕੇ ਦੇਖਿਆ। ਉਦਾਸ ਘੜੀਆਂ ਵਿੱਚ ਮੈਂ ਮੌਤ ਨੂੰ ਕਈ ਵਾਰ ਚਿਤਵਿਆ। ਮੌਤ ਦੇ ਪਾਰ ਜਿਵੇਂ ਦਾਦੀ ਮਾਂ ਸੀ, ਬਾਬਾ ਜੀ ਸਨ, ਤੇ ਹੁਣ ਫੁੱਫੜ ਜੀ ਵੀ ਚਲੇ ਗਏ ਸਨ। ਜ਼ਿੰਦਗੀ 'ਚ ਕੁਝ ਉਦਰੇਵੇਂ ਸਨ, ਕੁਝ ਸ਼ੰਕੇ, ਕੁਝ ਸਹਿਮ। ਹੌਲੀ ਹੌਲੀ ਮੌਤ ਇੱਕ ਪਨਾਹ ਲੱਗਣ ਲੱਗ ਪਈ ਤੇ ਵੇਲੇ ਕੁ ਵੇਲੇ ਇਹ ਪਨਾਹ ਯਾਦ ਆਉਣ ਲੱਗੀ। ਸ਼ਾਇਦ ਮੈਂ ਇਸ ਪਾਸੇ ਬਹੁਤ ਦੂਰ ਤੋਂ ਆਈ ਸੀ ਕਿ ਇੱਕ ਰਾਤ ਮੈਨੂੰ ਸੁਪਨਾ ਆਇਆ ਜਿਵੇਂ ਮੈਂ ਮਰ ਗਈ ਹਾਂ, ਮਰ ਕੇ ਚਿੱਟਾ ਧੂੰਆਂ ਬਣ ਗਈਆਂ। ਆਪਣੇ ਘਰ ਆ, ਡਰਾਇੰਗ ਰੂਮ 'ਚ ਸਾਰੇ ਬੈਠੇ ਗੱਲਾਂ ਕਰ ਰਹੇ ਹਨ। ਮੈਂ ਕੋਈ ਗੱਲ ਕਰਦੀ ਹਾਂ, ਕੋਈ ਧਿਆਨ ਹੀ ਨਹੀਂ ਜਾਂਦਾ, ਇਸ ਲਈ ਕਿ ਮੈਂ ਕਿਹੜਾ ਕਿਸੇ ਨੂੰ ਦਿਸਦੀ ਹਾਂ ਅਤੇ ਮੇਰੀ ਆਵਾਜ਼ ਕਿਹੜਾ ਕਿਸੇ ਨੂੰ ਸੁਣਾਈ ਦਿੰਦੀ ਹੈ। ਮੈਂ ਬੇਜੀ ਨੂੰ ਆਖਦੀ ਹਾਂ, ਬੇਜੀ ਮੈਨੂੰ ਪਿਆਸ ਲੱਗੀ ਹੈ। ਉਹ ਨਾ ਮੇਰੀ ਗੱਲ ਸੁਣਦੇ ਹਨ ਅਤੇ ਨਾ ਮੇਰੀ ਵੱਲ ਤੱਕਦੇ ਹਨ। ਮੈਂ ਉਹਨਾਂ ਦੀ ਬਾਂਹ ਫੜ ਕੇ ਹਿਲਾਉਂਦੀ ਹਾਂ ਅਤੇ ਬਹੁਤ ਔਖੀ ਹੋ ਕੇ ਆਖਦੀ ਹਾਂ, ਬੇਜੀ ਮੈਨੂੰ ਪਿਆਸ ਲੱਗੀ ਹੈ। ਪਰ ਮੈਂ ਤਾਂ ਨਿਰਾ ਧੂੰਆਂ ਸੀ। ਅੱਧਾ ਧੂੰਆਂ ਬੇਜੀ ਦੇ ਇੱਕ ਪਾਸੇ ਦੇ ਨਿਕਲ ਗਿਆ ਅਤੇ ਅੱਧਾ ਦੂਜੇ ਪਾਸੇ ਦੇ। ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਲੱਗਿਆ। ਇਸ ਤਰ੍ਹਾਂ ਮਨ ਦੇ ਪਿੱਛੇ ਲਾ ਕੇ ਦੇਹ ਨੂੰ ਗਵਾ ਦੇਣ ਦਾ ਹਸ਼ਰ ਮੈਨੂੰ ਇਸ ਸੁਪਨੇ ਨੇ ਆਪਣੇ ਵਿੱਚ ਹੀ ਲੰਘਾ ਕੇ ਸਮਝਾਇਆ। ਲੱਗਿਆ ਜਿਸ ਮੌਤ ਨੂੰ ਮੈਂ ਪਨਾਹ ਸਮਝ ਲਿਆ ਸੀ, ਉਹ ਤਾਂ ਬਹੁਤ ਵੱਡਾ ਸੰਤਾਪ ਹੈ। ਤੁਸੀਂ ਜੀ ਰਹੇ ਹੁੰਦੇ ਹੋ, ਤੁਹਾਡਾ ਜਿਸਮ ਮਰ ਚੁੱਕਾ ਹੁੰਦਾ, ਸ਼ਾਇਦ ਇਸੇ ਨੂੰ ਪ੍ਰੇਤ ਜੂਨ ਆਖਦੇ ਹੋ। ਇਉਂ ਇਸ ਸੁਪਨੇ ਨੇ ਜੀਵਨ ਤੋਂ ਪਰਲੀ ਕਿਸੇ ਸੁੱਖ ਸ਼ਾਂਤੀ ਦੀ ਆਸ ਨੂੰ ਵੀ ਖੋਹ ਲਿਆ ਸੀ। ਹੁਣ ਜਦੋਂ ਵੀ ਦਿਲ ਨੂੰ ਡੁੱਬੂ ਪੈਂਦਾ, ਮੈਂ ਕੋਰਾਮਿਨ ਦੀ ਸ਼ੀਸ਼ੀ 'ਚੋਂ ਕੁਝ ਤੁਪਕੇ ਪਾਣੀ 'ਚ ਪਾ ਕੇ ਪੀਂਦੀ ਤੇ ਮਰਨ ਬਾਰੇ ਨਹੀਂ ਸੋਚਦੀ। ਪਰ ਕਦੇ ਕਦੇ ਬਹੁਤ ਜੀ ਘਬਰਾਉਂਦਾ, ਠੰਡੀਆਂ ਤਰੇਲੀਆਂ ਆ ਜਾਂਦੀਆਂ ਤਾਂ ਘਬਰਾ ਕੇ ਰਘਬੀਰ ਭਰਾ ਜੀ ਡਾਕਟਰ ਵਾਈ ਨੂੰ ਸੱਦ ਲਿਆਉਂਦੇ। ਡਾਕਟਰ ਵਾਈ ਬੜਾ ਲਾਇਕ ਡਾਕਟਰ ਸੀ ਤੇ ਭਰਾ ਜੀ ਦਾ ਦੋਸਤ ਸੀ। ਹਰ ਵਾਰੀ ਮੇਰੇ ਨਾਲ ਲੜਦਾ ਕਿ ਮੈਨੂੰ ਕੁਝ ਨਹੀਂ ਹੋਇਆ ਤੇ ਨਾਲ ਹੀ ਦਵਾਈਆਂ ਲਿਖ ਦਿੰਦਾ। ਫੁੱਫੜ ਜੀ ਦੀ ਮੌਤ ਤੋਂ ਮਗਰੋਂ 1-2 ਵਾਰੀ ਪ੍ਰਿੰਸੀਪਲ ਤੇਜਾ ਸਿੰਘ ਘਰ ਆਏ, ਦੁੱਖ ਸੁੱਖ ਪੁੱਛ ਕੇ ਚਲੇ ਗਏ। ਪਰ ਇੱਕ ਵਾਰੀ ਜਦੋਂ ਆਏ ਆਖਣ ਲੱਗੇ, ਸਰਦਾਰ ਸਾਹਿਬ ਦੀ ਬੜੀ ਇੱਛਾ ਸੀ ਮੇਰੀ ਲੜਕੀ ਪੰਜਾਬੀ ਦੀ MA ਕਰੇ। ਜੇਲ੍ਹਾਂ ਦੇ ਜਰਨੈਲ ਨਾਲ ਹੀ MLA, ਖਾਲਸਾ ਕਾਲਜ ਅੰਮ੍ਰਿਤਸਰ ਦੀ ਐਗਜ਼ੈਕਟਿਵ ਕਮੇਟੀ ਦੇ ਪਰਮਾਨੈਂਟ ਮੈਂਬਰ, ਰਾਜੇ ਦੇ ਭਾਈਚਾਰੇ 'ਚੋਂ ਪੰਜਾਬ ਦੇ ਸਿਰਕੱਢ ਬੰਦੇ। ਉਹਨਾਂ ਤਾਂ ਸਭ ਨੂੰ ਦੱਸਣਾ ਸੀ ਵੀ ਅੰਗਰੇਜ਼ੀ ਨਹੀਂ, ਮੇਰੀ ਧੀ ਨੇ ਪੰਜਾਬੀ ਦੀ MA ਕੀਤੀ ਹੈ। ਪਰ ਤੂੰ ਤਾਂ ਪਤਾ ਲੱਗਿਆ ਬਹੁਤ ਦਿਨ ਤੋਂ ਕਾਲਜ ਹੀ ਨਹੀਂ ਜਾ ਰਹੀ। ਇੱਕ ਗੱਲ ਹੋਰ, BA 'ਚੋਂ ਤੇਰੇ ਸਭ ਤੋਂ ਵੱਧ ਨੰਬਰ ਆਏ ਨੇ, ਜਿਸ ਕਰਕੇ ਤੇਰਾ ਮੈਰਿਟ ਸਕਾਲਰਸ਼ਿਪ ਆਇਆ। ਸਰਦਾਰ ਸਾਹਿਬ ਜਿਉਂਦੇ ਹੁੰਦੇ ਉਹਨਾਂ ਨੇ ਕਿੰਨੇ ਖੁਸ਼ ਹੋਣਾ ਸੀ। ਕੱਲ੍ਹ ਨੂੰ ਕਾਲਜ ਆਏਂਗੀ ਨਾ? ਅਗਲੇ ਦਿਨ ਮੈਂ ਕਾਲਜ ਚਲੀ ਗਈ। ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਪੁੱਛਿਆ, ਇੰਨੇ ਦਿਨ ਆਈ ਨਹੀਂ? ਕੁਝ ਨਹੀਂ ਆਖਿਆ ਗਿਆ, ਬਸ ਰੋਈ ਪਈ। ਅੰਗ 22ਵਾਂ। ਜਮਾਤ ਸਾਡੀ ਕਾਲਜ ਦੇ ਵਕਤ ਤੋਂ ਪਹਿਲਾਂ ਲੱਗਦੀ ਸੀ, ਕਿਉਂਕਿ ਜਮਾਤ ਵਿੱਚ ਕੁਝ ਉਹ ਲੋਕ ਵੀ ਪੜ੍ਹਦੇ ਸਨ ਜਿਹੜੇ ਨੌਕਰੀਆਂ ਕਰਦੇ ਸਨ। ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ 9:30 ਵਜੇ ਨੂੰ ਸਾਨੂੰ ਛੁੱਟੀ ਵੀ ਹੋ ਜਾਂਦੀ ਸੀ ਅਤੇ ਮੈਂ ਘਰ ਨੂੰ ਪਰਤ ਆਉਂਦੀ ਸੀ। ਮੈਂ ਵੀ ਤੇਰੇ ਨਾਲ ਤੇਰੇ ਘਰ ਚੱਲਿਆ ਕਰਾਂ, ਇਕੱਠੇ ਪੜ੍ਹਿਆ ਕਰਾਂਗੇ। ਇੱਕ ਦਿਨ ਮੇਰੀ ਜਮਾਤਨ ਸੁਰਜੀਤ ਨੇ ਮੈਥੋਂ ਪੁੱਛਿਆ। ਠੀਕ ਹੈ, ਮੈਂ ਆਖਿਆ। ਕਾਲਜ ਤੋਂ ਮਗਰੋਂ ਹੁਣ ਸੁਰਜੀਤ ਸਾਰਾ ਦਿਨ ਮੇਰੇ ਨਾਲ ਹੁੰਦੀ ਸੀ, ਜਿਸ ਕਰਕੇ ਮੈਂ ਤੱਕ ਪਹੁੰਚਣੋਂ ਜਿਵੇਂ ਬਚੀ ਰਹਿੰਦੀ। ਸੁਰਜੀਤ ਇੰਨੀ ਸੁਹਿਰਦ ਮਨ ਲੜਕੀ ਸੀ ਕਿ ਉਹਨੇ ਸਾਰਾ ਦਿਨ ਕੋਲ ਰਹਿ ਕੇ ਵੀ ਕਦੇ ਨਿੱਜੀ ਸਵਾਲ ਨਹੀਂ ਸੀ ਪੁੱਛਿਆ ਅਤੇ ਹੌਲੀ ਹੌਲੀ ਮੈਂ ਉਸ ਨਿੱਜ ਤੋਂ ਪਾਰ ਲੰਘਦੀ ਜਾ ਰਹੀ ਸੀ ਜਿਹਦੇ ਕਈ ਨਿੱਜੀ ਸਵਾਲ ਸਨ। ਸੁਰਜੀਤ ਨਾਲ ਹਾਸਾ ਮਜ਼ਾਕ ਕਰਦੀ ਹੋਈ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਵੀ ਮਜ਼ਾਕ ਕਰਨ ਜੋਗੀ ਹੋ ਗਈ ਅਤੇ ਫਿਰ ਜਿਵੇਂ ਮੈਂ ਆਪਣੇ ਆਪ ਤੋਂ ਪਾਰ ਲੰਘ ਆਈ। ਹਰੇਕ ਨੂੰ ਟਿੱਚ ਜਾਣਨਾ, ਹਰੇਕ ਨੂੰ ਮਸ਼ਕਰੀ ਕਰਨੀ, ਗੱਪਾਂ ਮਾਰਨੀਆਂ, ਖੱਪਾਂ ਮਾਰਨੀਆਂ, ਆਪ ਹੀ ਗੱਲ ਕਰਨੀ ਅਤੇ ਆਪ ਹੀ ਹੱਸ ਪੈਣਾ। ਇੱਥੋਂ ਤੱਕ ਕਿ ਬੇਜੀ ਨੂੰ ਵੀ ਸਭ ਕੁਝ ਭੁਲਾ ਕੇ ਹੱਸਣ ਲਾ ਦਿੱਤਾ। ਕਾਲਜ ਤੋਂ ਘਰ ਨੂੰ ਆਉਣ ਲਈ ਟਾਂਗੇ ਵੱਲ ਜਾਂਦੀ ਨੂੰ ਇੱਕ ਦਿਨ ਕਾਲਜ ਦੇ 2-3 ਲੜਕਿਆਂ ਨੇ ਗੱਲ ਕਰਨ ਲਈ ਰੋਕਿਆ। ਦੱਸੋ? ਮੈਂ ਉਸੇ ਤਰ੍ਹਾਂ ਉਹਨਾਂ ਨੂੰ ਟਿੱਚ ਸਮਝਦਿਆਂ ਮੁਸਕਰਾ ਕੇ ਪੁੱਛਿਆ। ਸਾਨੂੰ ਕਾਲਜ ਦੇ ਮੈਗਜ਼ੀਨ ਲਈ ਕੋਈ ਕਵਿਤਾ ਕਹਾਣੀ ਚਾਹੀਦੀ ਹੈ। ਉਹਨਾਂ ਵਿੱਚੋਂ ਇੱਕ ਚੁਸਤ ਜਿਹੇ ਲੜਕੇ ਨੇ ਆਖਿਆ, ਮੈਂ ਤਾਂ ਕਵਿਤਾ ਕਹਾਣੀ ਕਦੇ ਲਿਖੀ ਨਹੀਂ। ਮੈਂ ਦੱਸਿਆ,
ਲਿਖੀ ਨਹੀਂ ਤਾਂ ਲਿਖ ਦਿਓ। ਦੇਖੋ ਨਾ, ਕਾਲਜ ਦਾ ਮੈਗਜ਼ੀਨ ਹੈ ਤੇ ਕਿਸੇ ਲੜਕੀ ਦੀ, ਠੀਕ ਹੈ, ਲਿਖ ਦਿਆਂਗੀ। ਮੈਂ ਉੱਥੋਂ ਤੁਰਨ ਦੀ ਕਾਹਲੀ ਨਾਲ ਵਿੱਚੋਂ ਹੀ ਗੱਲ ਟੋਕ ਕੇ ਆਖਿਆ, ਕਦੋਂ ਪਤਾ ਕਰੀਏ? ਉਹਨਾਂ ਵਿੱਚੋਂ ਇੱਕ ਨੇ ਪੁੱਛਿਆ। ਮੈਂ ਕੋਈ ਜਵਾਬ ਨਾ ਦਿੱਤਾ ਤੇ ਟਾਂਗੇ ਵੱਲ ਤੁਰਦੀ ਗਈ। ਦੂਜੇ ਤੀਜੇ ਦਿਨ ਉਹ ਲੜਕੇ ਫਿਰ ਕਵਿਤਾ ਕਹਾਣੀ ਪੁੱਛਣ ਆ ਗਏ। ਸ਼ਾਇਦ ਕੁੜੀਆਂ ਨਾਲ ਗੱਲ ਕਰਨ ਦਾ ਉਹਨਾਂ ਨੂੰ ਵਧੀਆ ਬਹਾਨਾ ਲੱਭ ਪਿਆ ਸੀ। ਘਰ ਜਾ ਕੇ ਮੈਂ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦੀ ਰਹੀ। ਚਾਨਣ ਦਾ ਸੀ ਰੁੱਖ ਬੀਜਿਆ, ਫੇਰ ਮਨ ਨੀ ਮੇਰਾ ਬੱਦਲਾਂ 'ਚ ਘਰ ਪਾ ਦੇ, ਮਾਈ ਨੀ ਮੇਰਾ ਬੱਦਲਾਂ 'ਚ ਘਰ ਪਾ ਦੇ, ਫੇਰ ਜਿੰਦ ਮੇਰੀ ਧੂਫ ਵਾਂਗ ਧੁੱਖ ਗਈ, ਫੇਰ ਸੂਰਜਾਂ ਦੀ ਜਿੰਦ ਮੇਰੀ, ਪੌਣਾਂ ਦੀ ਜਿੰਦ ਮੇਰੀ, ਪੰਛੀਆਂ ਦੀ ਜਿੰਦ ਮੇਰੀ, ਫੇਰ। ਇੱਕ ਲਾਈਨ ਤੋਂ ਮਗਰੋਂ ਜਦੋਂ ਦੂਜੀ ਲਈ ਮੈਂ ਆਪ ਹੀ ਆਪਣੇ ਕੋਲੋਂ ਪੁੱਛਦੀ, ਫੇਰ, ਤੇ ਕਵਿਤਾ ਨੂੰ ਤੁਰਨ ਲਈ ਅੱਗੋਂ ਜਿਵੇਂ ਕੋਈ ਰਾਹ ਨਾ ਲੱਭਦਾ। ਪਰ ਉਹਨਾਂ ਲੜਕਿਆਂ ਨੇ ਤਾਂ ਕਵਿਤਾ ਕਹਾਣੀ ਪੁੱਛਣ ਫੇਰ ਆ ਜਾਣਾ ਸੀ। ਸਾਡੀ ਕੋਠੀ ਦੇ ਮਗਰ ਇੱਕ ਵੱਡਾ ਭਾਰੀ ਪਿੱਪਲ ਹੈ, ਉਸ ਉੱਪਰ ਗਿਰ ਜਾ ਬੈਠੀ ਸੀ। ਇਹ ਤਾਂ ਚੰਦਰੀ ਮਾੜੀ ਹੁੰਦੀ ਹੈ, ਉਡਾ ਦੇ, ਬੇਜੀ ਨੇ ਆਖਿਆ ਸੀ। ਉਡਾਣ ਦੀ ਥਾਂ ਬਾਪੂ ਜੀ ਨੇ ਉਹ ਗੋਲੀ ਮਾਰ ਕੇ ਮਾਰਤੀ ਸੀ। ਕਿਉਂ ਮਾੜੀ ਹੁੰਦੀ ਹੈ ਗਿਰਜ ਬੇਜੀ? ਮੈਨੂੰ ਸ਼ਾਇਦ ਗਿਰਜ ਦਾ ਇਉਂ ਮਰਨਾ ਚੰਗਾ ਨਹੀਂ ਸੀ ਲੱਗਿਆ, ਇਸੇ ਲਈ ਪੁੱਛਿਆ। ਇਹ ਚੰਦਰੀ ਮੁਰਦਾਰ ਭਾਲਦੀ ਹੈ, ਮੌਤ ਦੀ ਨਿਸ਼ਾਨੀ ਹੈ। ਜਿਹੜੀ ਘਰ 'ਤੇ ਇਹ ਆ ਕੇ ਬਹਿ ਜੇ, ਸੁੱਖ ਨਹੀਂ ਰਹਿੰਦੀ। ਸਿਆਣਿਆਂ ਦੀਆਂ ਕਥੀਆਂ ਹੋਈਆਂ ਗੱਲਾਂ ਨੇ, ਬੇਜੀ ਨੇ ਦੱਸਿਆ ਤਾਂ ਮੇਰੇ ਜਿਵੇਂ ਹੌਲ ਪੈ ਗਿਆ। ਲੱਗਿਆ ਜਿਵੇਂ ਸਾਡੇ ਘਰ ਉੱਤੇ ਫਿਰ ਮੌਤ ਮੰਡਲਾ ਰਹੀ ਹੈ। ਪਰ ਗਿਰਜ ਤਾਂ ਬਾਪੂ ਜੀ ਨੇ ਮਾਰ ਦਿੱਤੀ ਸੀ। ਉਸ ਦਿਨ ਕਾਲਜ ਦੇ ਮੈਗਜ਼ੀਨ ਲਈ ਮੈਂ ਇੱਕ ਨਿੱਕੀ ਜਿਹੀ ਕਹਾਣੀ ਲਿਖੀ। ਕਹਾਣੀ ਕੀ ਸੀ? ਪਿੱਪਲ ਇੱਕ ਗੱਲ ਸੁਣਾਉਂਦਾ ਹੈ। ਉਹ ਕਹਾਣੀ ਕਾਲਜ ਦੇ ਮੈਗਜ਼ੀਨ 'ਚ ਛਪ ਗਈ। ਕਈ ਜਣਿਆਂ ਨੇ ਉਸ ਕਹਾਣੀ ਦਾ ਮੇਰੇ ਕੋਲ ਜ਼ਿਕਰ ਕੀਤਾ। ਮੈਂ ਅੱਗੋਂ ਹੱਸ ਛੱਡਦੀ। ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਫਿਰ ਮੈਨੂੰ ਸੱਦਿਆ। ਆਖਣ ਲੱਗੇ, ਤੂੰ ਉਸ ਦਿਨ ਝੂਠ ਬੋਲਿਆ ਸੀ ਨਾ ਕਿ ਤੂੰ ਕੁਝ ਨਹੀਂ ਲਿਖਦੀ। ਦੇਖ ਕਿੱਡੀ ਸੋਹਣੀ ਕਹਾਣੀ ਲਿਖੀ ਹੈ। ਹੋਰ ਜਿਹੜੀਆਂ ਲਿਖੀਆਂ ਨੇ ਉਹ ਵੀ ਲਿਆ ਕੇ ਮੈਨੂੰ ਵਿਖਾਈ। ਹੋਰ ਤਾਂ ਲਿਖੀਆਂ ਹੀ ਨਹੀਂ, ਮੈਂ ਦੱਸਿਆ। ਜੇ ਇਹੋ ਜਿਹੀਆਂ 10-12 ਹੋਰ ਲਿਖਦੇ ਕਿਤਾਬ ਬਣ ਸਕਦੀ ਹੈ ਅਤੇ ਮੁੱਖ ਬੰਦ ਮੈਂ ਲਿਖ ਦਿਆਂਗਾ। ਮੈਂ 10-12 ਊਟ ਪਟਾਂਗ ਦੀਆਂ ਕਹਾਣੀਆਂ ਲਿਖ ਦਿੱਤੀਆਂ। ਪ੍ਰਿੰਸੀਪਲ ਸਾਹਿਬ ਨੇ ਭੂਮਿਕਾ ਲਿਖ ਦਿੱਤੀ ਅਤੇ ਵਜ਼ੀਫੇ ਦੇ ਪੈਸਿਆਂ ਨਾਲ ਕਿਤਾਬ ਛਪ ਗਈ। ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਵਿੱਚ ਬੰਦੇ ਦੀਆਂ ਪ੍ਰਾਪਤੀਆਂ ਨਹੀਂ, ਸਗੋਂ ਸੰਭਾਵਨਾਵਾਂ ਤੱਕ ਦੇਖ ਲੈਣ ਦੀ ਸਮਰੱਥਾ ਸੀ। ਸ਼ਾਇਦ ਇਸੇ ਕਾਰਨ ਉਹਨਾਂ ਨੇ ਜਾਣ ਲਿਆ ਕਿ ਇਸ ਰਾਹ 'ਤੇ ਇਹਨੂੰ ਤੋਰੀ ਰੱਖਣ ਲਈ ਇਸ ਵੇਲੇ ਸਿਰਫ ਸ਼ਾਬਾਸ਼ੇ ਦੀ ਲੋੜ। ਹਰ ਕਹਾਣੀ ਦੀ ਉਹ ਪ੍ਰਸ਼ੰਸਾ ਕਰਕੇ ਮੇਰਾ ਆਪਣੇ ਆਪ ਵਿੱਚ ਭਰੋਸਾ ਜਗਾਉਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਮੈਂ ਉਸ ਦਾਨਸ਼ਵਰ ਬਜ਼ੁਰਗ ਦੀ ਹਰ ਗੱਲ ਸੱਚ ਸਮਝ ਕੇ ਪੱਲੇ ਬੰਨ੍ਹਦੀ ਰਹੀ। ਪਰ ਕੁਝ ਚਿਰ ਮਗਰੋਂ ਉਹਨਾਂ ਮਹਿਸੂਸ ਕੀਤਾ ਕਿ ਇਹਨੂੰ ਇਹਦੀ ਲਿਖਤ ਬਾਰੇ ਸੱਚ ਦਾ ਵੀ ਪਤਾ ਲੱਗ ਜਾਣਾ ਚਾਹੀਦਾ ਹੈ। ਇੱਕ ਕਹਾਣੀ ਸੁਣ ਕੇ ਆਖਣ ਲੱਗੇ, ਇਹ ਕਹਾਣੀ ਤੇਰੀ ਖਾਸ ਨਹੀਂ। ਪਰ ਮੈਂ ਕਦੋਂ ਇਹ ਮੰਨਣਾ ਸੀ? ਚੰਗੀ ਕਹਾਣੀ ਲਿਖਣੀ ਤਾਂ ਕੀ, ਮੈਂ ਤਾਂ ਸਮਝਦੀ ਸੀ ਮੈਂ ਅਸਮਾਨ ਨੂੰ ਵੀ ਟਾਕੀ ਲਾ ਸਕਦੀ। ਕਹਾਣੀ ਤਾਂ ਚੰਗੀ ਹੈ, ਤੁਹਾਨੂੰ ਸਮਝ ਨਹੀਂ ਲੱਗੀ। ਮੈਂ ਜਦੋਂ ਆਖਿਆ, ਪ੍ਰਿੰਸੀਪਲ ਤੇਜਾ ਸਿੰਘ ਹੱਸ ਪਿਆ। ਆਖਣ ਲੱਗੇ, ਹੁਣ ਤੂੰ ਸੱਚੀ ਮੁੱਚੀ ਲੇਖਕਾ ਬਣ ਗਈ। ਭਾਵੇਂ ਵਕਤ ਆਪਣੀ ਚਾਲੇ ਤੁਰਦਾ ਜਾ ਰਿਹਾ ਸੀ, ਪਰ ਮੈਨੂੰ ਕਦੇ ਖੜ ਗਿਆ ਪ੍ਰਤੀਤ ਹੁੰਦਾ, ਕਦੇ ਨੱਠ ਗਿਆ। ਸੁਰਜੀਤ ਆਖਦੀ, ਸਾਰੀਆਂ ਕਿਤਾਬਾਂ ਤੈਨੂੰ ਇਕੱਠੀਆਂ ਕਰ ਦਿੱਤੀਆਂ ਨੇ, ਇਹਨਾਂ ਨੂੰ ਪੜ੍ਹ ਕੇ ਸਵਾਲਾਂ ਦਾ ਜਵਾਬ ਲਿਖ ਦੇ, ਮੈਂ ਕਾਪੀ ਕਰ ਲਾਂਗੀ। ਇਮਤਿਹਾਨ ਸਿਰ 'ਤੇ ਆਉਂਦਾ ਜਾ ਰਿਹਾ। ਸੁਰਜੀਤ ਦਾ ਕਹਿਣਾ ਮੰਨ ਕੇ ਜਿਹੜੇ ਸਵਾਲ ਦਾ ਜਵਾਬ ਉਹ ਆਖਦੀ ਸੀ ਮੈਂ ਲਿਖ ਦਿੰਦੀ ਅਤੇ ਉਹਨੇ ਮੇਰੇ ਕੋਲੋਂ ਕਾਫੀ ਸਵਾਲਾਂ ਦੇ ਜਵਾਬ ਲਿਖਵਾ ਲਏ ਸਨ। ਇਮਤਿਹਾਨ ਵੇਲੇ ਕਈ ਵਾਰੀ ਆਪਣੀ ਕਾਪੀ ਵਿਖਾ ਕੇ ਮੈਂ ਸੁਰਜੀਤ ਨੂੰ ਪੁੱਛਦੀ, ਇਹ ਮੈਂ ਕੀ ਲਿਖਿਆ? ਕਿਉਂਕਿ ਲਿਖਾਈ ਵਧੀਆ ਨਾ ਹੋਣ ਕਰਕੇ ਕਈ ਥਾਂ ਤੋਂ ਸਮਝ ਨਹੀਂ ਸੀ ਲੱਗਦੀ। ਇਮਤਿਹਾਨ ਹੋ ਗਿਆ। ਪੇਪਰ ਦੇ ਕੇ ਜਦੋਂ ਮੈਂ ਬਾਹਰ ਆਉਂਦੀ, ਸੁਰਜੀਤ ਪੁੱਛਦੀ, ਕੀ ਲਿਖ ਕੇ ਆਈ ਹੈ? ਮੈਂ ਸੱਚੋ ਸੱਚ ਦੱਸਦੀ, ਕਾਪੀ 'ਚ ਲਿਖੇ ਪੁਆਇੰਟਸ ਤਾਂ ਮੈਨੂੰ ਭੁੱਲ ਹੀ ਗਏ ਸੀ। ਉਹਨੂੰ ਦੱਸਣ ਵੇਲੇ ਤਾਂ ਕੋਈ ਵੀ ਭੁੱਲ ਜਾਂਦਾ ਕਿ ਪੇਪਰ 'ਚ ਕੀ ਲਿਖ ਕੇ ਆਈ ਹਾਂ। ਇਸ ਲਈ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਿਲ ਹੋ ਗਿਆ ਕਿ ਮੇਰੇ ਕਿੰਨੇ ਕੁ ਨੰਬਰ ਆਉਣਗੇ। ਰਿਜ਼ਲਟ ਨਿਕਲਿਆ। ਕਿਸੇ ਨੇ ਦੱਸਿਆ ਮੈਂ ਫਸਟ ਆਈ ਹਾਂ ਅਤੇ ਨਾਲੇ ਫਸਟ ਕਲਾਸ ਆਈ ਹੈ। ਹੋਰ ਫਸਟ ਕਲਾਸ ਕਿਹਦੀ ਆਈ ਹੈ? ਮੈਂ ਸੁਰਜੀਤ ਬਾਰੇ ਸੋਚ ਕੇ ਪੁੱਛਿਆ। ਹੋਰ ਕਿਸੇ ਦੀ ਨਹੀਂ ਆਈ। ਜਿਹੜਾ ਲੜਕਾ ਸੈਕਿੰਡ ਆਇਆ ਉਹਦੀ ਵੀ ਸੈਕਿੰਡ ਕਲਾਸ ਹੀ ਹੈ। ਪਰ ਆਪ ਗਜ਼ਟ 'ਚ ਦੇਖ ਲੈਣ ਤੱਕ ਮੈਨੂੰ ਲੱਗਦਾ ਰਿਹਾ ਹੋ ਸਕਦਾ ਅਗਲੇ ਨੇ ਨਾਂ ਠੀਕ ਨਾ ਪੜ੍ਹਿਆ ਹੋਵੇ। ਇਸ ਵਾਰੀ ਜਦੋਂ ਬਾਪੂ ਜੀ ਪਿੰਡੋਂ ਆਏ ਤਾਂ ਬੇਜੀ ਨੇ ਬਹੁਤ ਖੁਸ਼ ਹੋ ਕੇ ਬਾਪੂ ਜੀ ਨੂੰ ਦੱਸਿਆ, ਕੁਛ ਖਿਲਾ ਪਿਲਾ, ਤੇਰੀ ਧੀ ਫਸਟ ਆਈ ਹੈ। ਬਾਪੂ ਜੀ ਗੰਭੀਰ ਮੂੰਹ ਬਣਾ ਕੇ ਆਖਣ ਲੱਗੇ, ਮੈਂ ਤਾਂ ਯੂਨੀਵਰਸਿਟੀ ਨੂੰ ਚਿੱਠੀ ਲਿਖਦਾ ਵੀ ਜ਼ਰੂਰ ਤੁਹਾਨੂੰ ਗਲਤੀ ਲੱਗੀ ਹੋਣੀ ਹੈ। ਇਹ ਤੋਂ ਇੱਕ ਜਮਾਤ ਅਜੇ ਪੱਕੀ ਨਹੀਂ ਸੀ ਹੁੰਦੀ, ਝੱਟ ਅਗਲੀ 'ਚ ਜਾ ਪਹੁੰਚਦੀ ਸੀ। ਲੈ ਕੇ ਨਹੀਂ ਕੀ ਸਵਾਹ ਹੋਣਾ। ਮੈਂ ਦੇਖੋ 9ਵੀਂ ਜਮਾਤ 3 ਸਾਲ ਪਕਾਈ ਅਤੇ 10ਵੀਂ ਅਜੇ ਤਾਈਂ ਪਕਾ ਰਿਹਾ। ਨਾਲੇ ਮੈਂ ਪੁੱਛਦਾ, ਜਿਹਦੇ ਬਾਪ ਤੋਂ 10ਵੀਂ ਪਾਸ ਨਹੀਂ ਹੋਈ ਉਹਦੀ ਧੀ MA 'ਚੋਂ ਫਸਟ ਰਹੇ ਅਤੇ ਹੋ ਸਕਦਾ ਕਿਤੇ।
ਅੱਜ ਹੀ ਲਿਖਦਾ ਯੂਨੀਵਰਸਿਟੀ ਨੂੰ ਚਿੱਠੀ ਵੀ ਭੁੱਲ ਦੀ ਸੋਧ ਕਰੋ। ਬੇਜੀ ਹੱਸ ਪਈ, ਮੈਂ ਵੀ ਹੱਸ ਪਈ। ਛੋਟੀ ਭੈਣ, ਤੂੰ ਇੰਨੀਆਂ ਜਮਾਤਾਂ ਕੀ ਕਰਨੀਆਂ ਨੇ? 2-4 ਮੈਨੂੰ ਦੇ ਛੱਡ। ਬਾਪੂ ਜੀ ਨੇ ਜੇਬ 'ਚੋਂ 100 ਦੇ ਨੋਟ ਕੱਢ ਕੇ ਮੈਨੂੰ ਦੇਣ ਲਈ ਗਿਣਦਿਆਂ ਆਖਿਆ। ਮੈਂ ਕਾਲਜ 'ਚ ਨੌਕਰੀ ਕਰ ਲੈਣੀ ਹੈ। ਮੈਂ ਜਦੋਂ ਆਖਿਆ, ਬਾਪੂ ਜੀ ਨੇ ਚੌਂਕ ਕੇ ਮੇਰੀ ਵੱਲ ਦੇਖਿਆ। ਕਿੰਨੀ ਤਨਖਾਹ ਮਿਲੂ? ਉਹਨਾਂ ਪੁੱਛਿਆ। ਪਤਾ ਨਹੀਂ, ਕੁਝ 100 ਤਾਂ ਮਿਲੂਗੀ, ਮੈਂ ਦੱਸ। ਆ ਘੋੜੇ ਦਾ ਖਰਚ ਤੇ ਟਾਂਗੇ ਵਾਲੀ ਦੀ ਤਨਖਾਹ ਦੇ ਕੇ ਚਾਹ ਜੋਗੇ ਪੈਸੇ ਤਾਂ ਬਚ ਹੀ ਰਿਹਾ ਕਰਨਗੇ। ਉਹਨਾਂ ਨੇ ਮਜ਼ਾਕ ਕੀਤਾ। ਤੇ ਇੰਨਾ ਕੁ ਖਰਚ ਤਾਂ ਉਸ ਘੋੜੇ ਟਾਂਗੇ ਦਾ ਜਿਸ ਉੱਪਰ ਮੈਂ ਕਾਲਜ ਜਾਂਦੀ ਸੀ ਤੇ ਕਾਲਜ ਤੋਂ ਆਉਂਦੀ ਸੀ। ਘਰ ਬੈਠ ਕੇ ਵੀ ਕੀ ਕਰਾਂਗੀ ਮੈਂ? ਦਲੀਲ ਦੇਣੀ ਚਾਹੀਦੀ। ਜਿੰਨੀ ਤੈਨੂੰ ਤਨਖਾਹ ਮਿਲੂ, ਚੱਲ ਓਨੇ ਪੈਸੇ ਤੂੰ ਮੇਰੇ ਕੋਲ ਲੈ ਲਿਆ ਕਰੇ। ਪਰ ਮੈਂ ਘਰ ਵਿਹਲੀ ਬੈਠੀ ਕੀ ਕਰਾਂਗੀ? ਮੈਂ ਫਿਰ ਉਹੀ ਗੱਲ ਦੁਹਰਾਈ। ਇਉਂ ਕਰਦੇ ਹਾਂ, ਵਿਹੜੇ 'ਚ ਕੁੱਚਾ ਸਾਰਾ ਬਾਂਸ ਗੱਡ ਦਿੰਦੇ ਹਾਂ। ਚੜ੍ਹ ਗਈ ਉਤਰ ਗਈ, ਚੜ੍ਹ ਗਈ ਉਤਰ ਗਈ। ਉਹਨਾਂ ਨੇ ਮਜ਼ਾਕ ਤੇ ਗੁੱਸੇ ਦੇ ਰਲਵੇਂ ਭਾਵ ਨਾਲ ਆਖਿਆ। ਮੈਂ ਅੱਗੋਂ ਫਿਰ ਕੁਝ ਨਾ ਆਖਿਆ। ਖਾਲਸਾ ਕਾਲਜ ਦਿੱਲੀ 'ਚ ਪੋਸਟ ਨਿਕਲੀ। ਮੈਂ ਦਿੱਲੀ ਰਹਿੰਦੀ ਸੁਰਜੀਤ ਦੀ ਭੈਣ ਦੇ ਘਰ ਰਹਿ ਕੇ ਇੰਟਰਵਿਊ ਦੇ ਆਈ। ਸਿਲੈਕਟ ਹੋ ਗਈ, ਪਰ ਇੱਕ ਕੱਚੀ ਨੌਕਰੀ ਸਿਰਫ 3 ਮਹੀਨੇ ਲਈ ਸੀ। ਸੁਰਜੀਤ ਦੀ ਬੜੀ ਚੰਗੀ ਭੈਣ ਨੇ ਕਿਰਾਏ 'ਤੇ ਘਰ ਲੱਭ ਕੇ ਦਿੱਤਾ। ਨਿੱਕਾ ਜਿਹਾ ਵੀਰਾ ਤੇ ਬੀਬੀ ਮੇਰੇ ਨਾਲ ਗਏ। 3 ਮਹੀਨੇ ਬੜੇ ਸੰਗੇ ਸਰਫੇ ਨਾਲ ਅਸੀਂ ਕੱਟਦੇ ਰਹੇ। ਫਿਰ ਵੀ ਮਕਾਨ ਦੇ ਕਿਰਾਏ ਜੋਗੇ ਪੈਸੇ ਘਰੋਂ ਮੰਗਵਾਉਣੇ ਪੈਂਦੇ ਸੀ। ਛੁੱਟੀਆਂ ਹੋ ਗਈਆਂ, ਘਰ ਵਾਪਸ ਆ ਗਏ। ਵੀਰੇ ਨੂੰ ਬੇਜੀ ਨੇ ਪੁੱਛਿਆ, ਓਏ ਦੁੱਧ ਚੰਗਾ ਮਿਲ ਜਾਂਦਾ ਸੀ? ਇੱਥੇ ਘਰ ਦੁੱਧ ਬਾਲਟੀ 'ਚ ਹੁੰਦਾ ਸੀ, ਉੱਥੇ ਅਸੀਂ ਗੜਵੀ 'ਚ ਲੈਂਦੇ ਸੀ। ਵੀਰੇ ਨੇ ਅੰਦਾਜ਼ਾ ਲਗਾ ਲਿਆ ਸੀ ਅਸੀਂ ਬਹੁਤ ਥੋੜ੍ਹਾ ਦੁੱਧ ਲੈਂਦੇ ਹਾਂ, ਤੇ ਆਖਣ ਲੱਗਿਆ, ਬੇਜੀ ਉੱਥੇ ਅਸੀਂ ਇਹ ਪਾਈਆ ਦੁੱਧ ਲੈਂਦੇ ਹੁੰਦੇ ਹਾਂ। ਸਵੇਰੇ ਚਾਹ ਬਣਾ ਲੈਂਦੇ ਹਾਂ, ਆਥਣੇ ਚਾਹ ਬਣਾ ਲੈਂਦੇ ਹਾਂ, ਫਿਰ ਰਾਤ ਨੂੰ ਪੀ ਲੈਂਦੇ ਹਾਂ, ਅਤੇ ਬਾਕੀ ਬਚਦੇ ਇਹਦਾ ਦਹੀਂ ਜਮਾ ਦਿੰਦੇ ਹਾਂ। ਸਾਰੇ ਘਰਦਿਆਂ ਨੇ ਮੇਰਾ ਮਜ਼ਾਕ ਬਣਾ ਲਿਆ। ਪ੍ਰੋਫੈਸਰ ਨਹੀਂ ਸਾਹਿਬਾ 1 ਪਾਈਆ ਦੁੱਧ ਲੈਂਦੇ ਨੇ। 3 ਮਹੀਨੇ ਮਗਰੋਂ ਫਿਰ ਇੰਟਰਵਿਊ ਤੋਂ ਮਗਰੋਂ ਕਾਲਜ ਦੇ ਪੰਜਾਬੀ ਦੇ ਹੈੱਡ ਪਾਠ ਪੂਜਾ ਕਰਨ ਵਾਲੇ ਧਾਰਮਿਕ ਬੰਦੇ ਨੇ ਬਾਹਰ ਆ ਕੇ ਝੂਠ ਵੀ ਮੈਨੂੰ ਆਖਿਆ ਕਿ ਕਮੇਟੀ ਦੇ ਮੈਂਬਰ ਤੁਹਾਨੂੰ ਰੱਖਣ ਲਈ ਮੰਨੇ ਨਹੀਂ। ਮੈਂ ਤਾਂ ਬਹੁਤ ਜ਼ੋਰ ਲਗਾਇਆ ਸੀ ਅਤੇ ਵਿੱਚੋਂ ਆਪਣਾ ਰਿਸ਼ਤੇਦਾਰ ਰਖਵਾ ਲਿਆ, ਜਿਹੜਾ ਪੁਆਇੰਟ 'ਤੇ 2nd ਕਲਾਸ ਸੀ। ਗੱਲ ਭਾਵੇਂ ਆਮ ਜਿਹੀ ਸੀ, ਪਰ ਸੱਚ ਪਰਮਾਰਥ ਦੀਆਂ ਗੱਲਾਂ ਕਰਨ ਵਾਲੇ ਝੂਠ ਜਿਉਂਦੇ ਲੋਕਾਂ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ, ਜਿਸ ਕਰਕੇ ਅੱਜ ਤੱਕ ਵੀ ਯਾਦ ਹੈ। ਛੁੱਟੀਆਂ 'ਚ ਵੱਡੇ ਬੇਜੀ ਪੂਰੇ ਹੋ ਗਏ। ਪੁਰਾਣੀਆਂ ਸਭ ਮੌਤਾਂ ਦੀ ਯਾਦ ਫਿਰ ਤਾਜ਼ਾ ਹੋ ਗਈ। ਅੱਖਾਂ ਸਭ ਦੀਆਂ ਫਿਰ ਭਰ ਡੁੱਲੀਆਂ। ਭੋਗ ਪੈਣ ਤੱਕ ਮਕਾਨਾਂ ਆਉਂਦੀਆਂ ਰਹੀਆਂ। ਕੁਝ ਚਿਰ ਪਿੱਛੋਂ ਤੱਕ ਭੁਚੱਕੇ ਆਉਂਦੇ ਰਹੇ ਤੇ ਫਿਰ ਇਉਂ ਲੱਗਣ ਲੱਗ ਪਿਆ ਜਿਵੇਂ ਵੱਡੇ ਬੇਜੀ ਕਦੇ ਹਾਨੀ ਨਹੀਂ ਸਨ। ਔਤ ਪ੍ਰੇਤ ਤਾਂ ਜਿਹੇ ਜੱਗ ਆਏ ਤੇ ਜਿਹੇ ਨਾ ਆਏ, ਉਹਨਾਂ ਦਾ ਮੁੜ ਕੇ ਕੀ ਨਹੀਂ ਭੋਗ ਪਾਉਣਾ ਹੁੰਦਾ। ਆਪਣੇ ਨਾਲ ਹੀ ਆਪਣੀਆਂ ਪੈੜਾਂ ਮੇਟ ਗਈ ਵੱਡੀ ਬੇਬੇ। ਬੇਜੀ ਕਦੇ ਕਦੇ ਬਹੁਤ ਉਦਾਸ ਹੋ ਕੇ ਵੱਡੇ ਬੇਜੀ ਦੀਆਂ ਗੱਲਾਂ ਕਰਦੇ, ਜਿਵੇਂ ਆਪਣੇ ਆਪ ਦੀਆਂ ਗੱਲਾਂ ਕਰ ਰਹੇ ਹੁੰਦੇ।